ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੇਜਰ ਸਾਹਿਬ ਹਾਂਜੀ ਹਾਂਜੀ की फतेह। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਮੇਜਰ ਸਾਹਿਬ ਹਾਂਜੀ ਹਾਂਜੀ ਬੋਲੋ ਜੀ। ਵੇਖ ਲਓ ਮਾਤਾ ਕਥਾ ਸੁਣ ਕੇ ਦਾਰਸ਼ਨਿਕ ਹੋ ਗਈ ਆ। ਅੱਗੋਂ ਕਹਿੰਦੀ ਆ ਨਾਮ ਦੇ ਨਾਲ ਕੰਮ ਵੀ ਜ਼ਰੂਰੀ ਆ। ਵੇਖ ਲਓ ਇਹ ਨਹੀਂ ਕਿ ਕਹਿਤਾ ਤੇ ਮੰਨ ਲਿਆ। ਅਗਲੇ ਪੂਰੀ ਡਿਸਕਸ ਕਰਦੇ ਨਾ ਤੁਹਾਡੇ ਨਾਲ ਸਵਾਲ ਜਵਾਬ। ਨਾ ਵਧੀਆ ਜੀ ਬਹੁਤ ਵਧੀਆ ਸੰਗਤ ਪੂਰੀ ਤਿਆਰ ਹੋ ਚੁੱਕੀ ਆ। ਇਹਨਾਂ ਨੂੰ ਹੁਣ ਇਹ ਅੰਧ ਵਿਸ਼ਵਾਸ ਨਹੀਂ ਹੈਗਾ। ਤੁਸੀਂ ਕਹਿਤਾ ਕਿ ਨਾਮ ਦੀ ਗੱਲ ਕਰਦੀ ਹੋ, ਕਹਿੰਦੇ ਨਹੀਂ ਬੈਲੈਂਸਿੰਗ ਇੰਪੋਰਟੈਂਟ ਹੈ। ਬਹੁਤ ਵਧੀਆ ਜੀ ਬਹੁਤ ਵਧੀਆ। वाहिगुरु जी का खालसा वाहिगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਓਕੇ ਨਿੱਜਾ ਸਾਹਿਬ ਆ ਜਾਓ ਮਾਈਕ ਤੇ ਕਰੋ ਸ਼ੁਰੂਆਤ ਕਰੀਏ। ਹਾਂਜੀ ਇੱਕ ਵਾਰੀ ਸੰਗਤਾਂ ਨਾਲ ਪੂਰੀ ਫਾਈਨਲ ਫਤਿਹ ਬੁਲਾ ਲਓ। ਮੈਂ ਬੁਲਾਤੀ ਆ ਹੁਣ ਮੈਂ ਬੁਲਾਤੀ। ਮੈਂ ਇੱਕ ਵਾਰੀ ਇਕੱਠੀ ਬੁਲਾ ਦਿੰਦਾ ਨਾਲ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ। ਹਾਂਜੀ ਹੁਣ ਟਾਈਮ ਹੋ ਗਿਆ ਨਾ 40 ਮਿੰਟ ਹੋ ਗਏ ਆ। ਆਪਣਾ ਮੇਰੇ ਇੱਥੋਂ ਦੇ ਤੇ ਤੁਹਾਡੇ ਹੋ ਗਏ 8:10 ਤੇ ਇਹਦਾ ਮਤਲਬ ਕਿ 10 ਮਿੰਟ ਤੋਂ ਬਾਅਦ ਫਿਰ ਫਤਿਹ ਨਹੀਂ ਬੁਲਾਉਣੀ, ਕਿਉਂਕਿ ਫਿਰ ਉਹ ਕਥਾ ਦੇ ਵਿੱਚ ਮਜ਼ਾ ਨਹੀਂ ਹੁੰਦਾ। ਤੇ ਇੱਕ ਸਾਧ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦੇ ਕਿ ਨਿੱਜਰ ਸਾਹਿਬ ਜੀ ਉਹਨਾਂ ਗਰੁੱਪ 'ਚ ਲਿੰਕ ਪਾਉਂਦੇ। ਟਾਈਮ ਕੀ ਹੈ ਨਿੱਜਰ ਸਾਹਿਬ ਉਹ ਕਥਾ ਦਾ? ਹਾਂ ਉਹ ਹੈਗਾ ਆਪਣੇ ਨਹੀਂ ਇੱਕ ਮਿੰਟ ਰੁਕੋ। ਪਹਿਲਾਂ ਰਿਕਾਰਡਿੰਗ ਚਾਲੂ ਕਰ ਲਓ, ਫਿਰ ਰਿਕਾਰਡਿੰਗ 'ਚ ਸਾਰਿਆਂ ਨੂੰ ਪਤਾ ਲੱਗ ਜੂ। 3:30 ਹਾਂਜੀ ਕਰ ਲਈ ਚਾਲੂ। 3:30 ਵਜੇ ਤੋਂ 4:30 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਦੇ ਨਾਲ। ਹਾਂ ਸਾਧ ਸੰਗਤ ਜੀ ਉਸ ਟਾਈਮ ਤੇ ਨਿੱਜਰ ਸਾਹਿਬ ਜਿਹੜੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਿਹੜੀ ਰਿਮੇਨਿੰਗ ਚੱਲ ਰਹੀ ਹੈ ਲਾਸਟ ਅੰਗਾਂ ਦੀ, ਉਹਦੀ ਕਥਾ ਚੱਲ ਰਹੀ ਆ। ਤੇ ਉਹ ਗੂਗਲ ਮੀਟ ਦਾ ਲਿੰਕ ਪੈਂਦਾ ਹੈ ਗਰੁੱਪ ਦੇ ਵਿੱਚ। ਤੇ ਮੇਰੇ ਕੋਲ ਤੇ ਟਾਈਮ ਨਹੀਂ ਹੁੰਦਾ ਕਿਉਂਕਿ ਮੈਂ ਕੰਮ ਤੇ ਨਾ ਥੋੜਾ ਬਿਜੀ ਹਾਂ। ਤੇ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਜ਼ਰੂਰ ਲਾਹਾ ਪ੍ਰਾਪਤ ਕਰੋ, ਕਿਉਂਕਿ ਬਾਣੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਔਰ ਬਾਣੀ ਨੂੰ ਆਪਾਂ ਜਿੱਦਾਂ ਵੱਖੋ ਵੱਖ ਐਂਗਲਾਂ ਨਾਲ ਪੜ੍ਹਦੇ ਹਾਂ ਔਰ ਉਹਦੇ ਨਾਲ ਸਾਡਾ ਜੀਵਨ ਜਿਹੜਾ ਨਾ ਉਹਦਾ ਸਟੈਂਡਰਡ ਉੱਪਰ ਹੋ ਜਾਂਦਾ। ਤੇ ਕੋਸ਼ਿਸ਼ ਕਰਿਆ ਕਰੋ ਉਹ ਟਾਈਮ ਤੇ ਜੁਆਇਨ ਕਰ ਲਿਆ ਕਰੋ। ਠੀਕ ਹੈ ਜੀ ਨਿੱਜਰ ਸਾਹਿਬ। ਤੇ ਹੁਣ ਤੁਸੀਂ ਸ਼ੁਰੂ ਕਰੋ। ਹਾਂਜੀ ਵੀਰ ਜੀ ਅੱਜ ਆਪਾਂ 1248 ਅੰਕ ਤੇ ਸ਼ੁਰੂ ਕਰਨਾ ਹੈ ਜੀ ਗਿਆਨ। ਇਹ ਜਿਹੜੀ ਸਾਰੰਗ ਦੀ ਵਾਰ ਲੈ ਰਹੇ ਹਾਂ ਚੌਥੀ ਪਾਤਸ਼ਾਹੀ ਦੀ, ਇਹਦੀ 28ਵੀਂ ਪੌੜੀ ਲੈਣੀ ਹੈ ਆਪਾਂ ਨੇ। ਉਹਦੇ ਸ਼ਲੋਕ ਲੈਣੇ ਆ। ਉਸ ਤੋਂ ਪਹਿਲਾਂ ਮੈਂ ਲਿੰਕ ਕਰੂੰਗਾ 27ਵੀਂ ਦੇ ਨਾਲ। 27ਵੀਂ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਭਾਈ ਦੇਖ ਲੈ ਦੋ ਰਸਤੇ ਹੈਗੇ। ਇੱਕ ਲਿਵ ਵਾਲਾ ਰਸਤਾ ਹੈਗਾ ਜਿਹੜਾ ਅੰਦਰ ਨੂੰ ਜਾਂਦਾ ਹੈ ਪਰਮਾਤਮਾ ਦੇ ਨਾਲ ਜੁੜਨ ਦਾ, ਸੰਸਾਰ ਸਮੁੰਦਰ ਤੋਂ ਬਾਹਰ ਨਿਕਲਣ ਦਾ। ਔਰ ਇੱਕ ਜਿਹੜਾ ਹੈਗਾ ਸੰਸਾਰ ਸਮੁੰਦਰ ਦੇ ਵਿੱਚ ਰਹਿਣ ਦਾ, ਗੋਤੇ ਖਾਣ ਦਾ। ਗੋਤੇ ਦਾ ਮਤਲਬ ਹੈਗਾ ਬਈ ਜੂਨਾ। ਤੇ ਕਿਉਂਕਿ ਆਪਾਂ ਜਿਹੜੇ ਲੈਵਲ ਤੋਂ ਗਏ ਆ ਆਪਾਂ ਉਸ ਲੈਵਲ ਤੇ ਵਾਪਸ ਨਹੀਂ ਆ ਸਕਦੇ। ਜਾਂ ਤਾਂ ਲੈਵਲ ਤੋਂ ਉੱਪਰ ਹੋ ਜਾਾਂਗੇ ਜਾਂ ਲੈਵਲ ਦੇ ਥੱਲੇ ਹੋ ਜਾਾਂਗੇ। ਕਿਉਂਕਿ ਆਪਾਂ ਜਿਸ ਲੈਵਲ ਤੇ ਗਏ ਆ ਉਹ ਲੈਵਲ ਹੈਗਾ ਮਨੁੱਖੀ ਜੂਨ ਦਾ। ਹੁਣ ਮਨੁੱਖੀ ਜੂਨ ਜਿਹੜੀ ਹੈਗੀ ਜੇ ਆਪਾਂ ਧਿਆਨ ਸਿਮਰਨ ਕਰਦੇ ਹਾਂ ਤੇ ਲੈਵਲ ਉੱਪਰ ਹੋ ਜਾਏਗਾ ਔਰ ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦੇ ਹਾਂ। ਇਹ ਜਨਮ ਮਰਨ ਦੇ ਗੇੜੇ ਚੋਂ ਬਾਹਰ ਆ ਸਕਦੇ ਹਾਂ। ਤੇ ਜੇ ਆਪਾਂ ਜਿਹੜੇ ਹੈਗੇ ਆ ਮਾਇਆ ਦੇ ਵਿੱਚ ਗਤੀ ਕਰਦੇ ਹਾਂ, ਮਰਨ ਭੁੱਲ ਗਿਆ ਆਪਾਂ ਨੂੰ ਤੇ ਮਰਨ ਵੀ ਭੁੱਲ ਗਿਆ ਤੇ ਨਾਮ ਧਿਆਨ ਸਿਮਰਨ ਵੀ ਭੁੱਲ ਗਿਆ ਤੇ ਫਿਰ ਆਪਾਂ ਜਿਹੜੇ ਹੈਗੇ ਆ ਉੱਥੇ ਹੀ ਸੰਸਾਰ ਸਮੁੰਦਰ ਦੇ ਵਿੱਚ ਹੀ ਜਿਹੜੇ ਹੈਗੇ ਡੁੱਬ ਜਾਵਾਂਗੇ ਭਾਈ। ਜਿਹੇ ਜੇ ਆਪਣਾ ਕਾਰਨ ਸੀ ਉਹ ਜੇ ਆਪਾਂ ਨੂੰ ਜਿਹੜਾ ਹੈਗਾ ਫਿਰ ਜੂਨ ਲੱਭ ਜਾਏਗੀ। ਇਸ ਕਰਕੇ ਇਹਦੇ ਵਿੱਚ ਪੌੜੀ 'ਚ ਮਹਾਰਾਜ ਕਹਿ ਰਹੇ ਕਿ ਸਾਰੇ ਲੇਖੇ ਦੇ ਵਿੱਚ ਹੈ। ਭਾਵੇਂ ਕੋਈ ਮਨਮੁਖ ਹੈਗਾ, ਹੰਕਾਰੀ ਹੈਗਾ, ਇਹ ਸਾਰੇ ਲਿਖਤ ਦੇ ਵਿੱਚ ਹੈਗੇ, ਧਰਮਰਾਜ ਦੀ ਲਿਖਤ ਦੇ ਵਿੱਚ ਹੈਗੇ ਸਾਰੇ ਦੇ ਸਾਰੇ। ਔਰ ਜਿਹੜੇ ਧਿਆਨ ਸਿਮਰਨ ਕਰਦੇ ਆ ਉਹਨਾਂ ਦੀ ਲਿਖਤ ਧਰਮਰਾਜ ਦੇ ਕੋਲ ਨਹੀਂ ਹੁੰਦੀ, ਉਹਨਾਂ ਦਾ ਲੇਖਾ ਹੁੰਦਾ ਕਰਤੇ ਦੇ ਕੋਲ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਬਾਣੀ ਬਿਲਕੁਲ ਕਲੀਅਰ ਕੱਟ ਜਿਹੜੀ ਹੈ ਸਾਫ਼ ਗੱਲ ਕਰ ਰਹੀ ਹੈ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤੇ ਜਮਕਾਲ ਸਿਰ ਮਾਰੀ। ਕਹਿੰਦੇ ਕਦੀ ਨਾਮ ਚੇਤਦਾ ਹੀ ਨਹੀਂ ਆ ਤੇ ਜਮਕਾਲ ਨੇ ਮਾਰਨਾ। ਜਮਕਾਲ ਨੇ ਕੀ ਮਾਰਨਾ ਹੈ? ਵੀ ਮਨੁੱਖੀ ਜੂਨ ਖੋਹ ਲੈਣੀ ਹੈ ਉਹਨੇ। ਇਹੀ ਜਮਕਾਲ ਦੀ ਮਾਰ ਹੈ। ਹੋਰ ਗਾਹਾਂ ਜਮਕਾਲ ਨੇ ਉਹ ਜੂਨਾਂ ਦੇ ਵਿੱਚ ਪਾ ਦੇਣਾ ਹੈ। ਕਿਉਂ?
ਕਿਉਂਕਿ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਉਹਦੇ ਕੋਲ ਤਾਂ ਹੈ ਹੀ ਵਿਸ਼ੇ ਵਿਕਾਰ, ਉਹ ਤਾਂ ਮਨੂਰ ਬਣਿਆ ਪਿਆ ਹੈ, ਪਛਾਣ 'ਚ ਹੀ ਨਹੀਂ ਆਉਂਦਾ। ਇੰਨਾ ਕਾਲਖ ਹੋਏ ਚੜੀ ਪਈ ਹੈ ਮਨ ਦੇ ਉੱਤੇ, ਇੰਨੇ ਪਾਪ ਕਰ ਕਰਕੇ ਇੰਨਾ ਆਪਣੀ ਬੋਟ ਜਿਹੜੀ ਹੈ ਲੱਦੀ ਪਈ ਹੈ ਪੂਰੀ ਭਾਰਾਂ ਦੇ ਨਾਲ, ਪਦਾਰਥਾਂ ਦੇ ਨਾਲ, ਰਸਾਂ ਕਸਾਂ ਦੇ ਨਾਲ। ਮਾਰਗ ਵਿਖਮ ਡਰਾਵਣਾ ਕਿਉਂ ਤਰੀਏ ਤਾਰੀ। ਕਹਿੰਦੇ ਮਾਰਗ ਔਖਾ ਹੈ ਭਾਈ, ਔਖਾ ਵੀ ਹੈਗਾ ਤੇ ਡਰਾਉਣਾ ਵੀ ਹੈਗਾ ਭਾਈ। ਕਿਉਂਕਿ ਦੇਖ ਲਓ ਇਹਦੇ ਵਿੱਚ ਜਿਹੜਾ ਹੈਗਾ ਕਿੰਨਾ ਸਮਾਂ ਲੱਗ ਜਾਂਦਾ ਹੈ, ਔਰ ਕਰੋੜਾਂ ਜਨਮ ਹੋ ਚੁੱਕੇ ਆ ਆਪਾਂ ਨੂੰ, ਔਰ ਹਾਲੇ ਵੀ ਜਿਹੜਾ ਹੈਗਾ ਜੇ ਆਪਾਂ ਹੁਣ ਵੀ ਨਾ ਸੰਭਲੀਏ ਤੇ ਫਿਰ ਤਾਂ ਕਹਿਣਾ ਕੀ ਹੈ। ਨਾਨਕ ਗੁਰ ਆਖੇ ਸੇ ਉਬਰੇ ਹਰ ਨਾਮ ਉਦਾਰੀ। ਇਹਦੇ ਵਿੱਚ ਨਾਮ ਦੇ ਮੰਮੇ ਨੂੰ ਸਿਆਰੀ ਲੱਗੀ ਹੋਈ ਹੈ, ਹਰ ਨਾਮ ਹੈ ਉਦਾਰੀ, ਨਾਮ ਨੇ ਹੀ ਉਧਾਰਨਾ ਆ। ਤੇ ਗੁਰੇ ਰਾਖੇ, ਗੁਰੂ ਦੇ ਰਾਰੇ ਨੂੰ ਵੀ ਸਿਆਰੀ ਲੱਗੀ ਹੋਈ ਆ। ਗਿਆਨ ਨਹੀਂ ਰੱਖਣਾ ਹੈ ਆਪਾਂ ਨੂੰ, ਹੋਰ ਕੋਈ ਤਰੀਕਾ ਨਹੀਂ ਹੈ ਭਾਈ ਉਭਰਨ ਦਾ ਤੇ ਉਧਰਨ ਦਾ। ਹੁਣ ਆਪਾਂ ਅਗਲੀ ਪੌੜੀ ਦੇ ਸ਼ਲੋਕ ਲਈਏ। ਸ਼ਲੋਕ ਮਹੱਲਾ ਤੀਜਾ, ਅੰਗ 1248। ਇੱਥੇ ਮਹਾਰਾਜ ਕਹਿ ਰਹੇ ਭਾਈ ਸੇਮ ਗੱਲ ਅੱਗੇ ਵਧਾ ਰਹੇ ਆ। ਵਿਣ ਸਤਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਹੁਣ ਇਹ ਸਤਗੁਰ ਸੇਵੇ ਕੀ ਹੈਗਾ? ਸਤਗੁਰ ਸੇਵੇ ਹੈਗਾ ਜਿਹੜਾ ਗਿਆਨ ਹੈਗਾ, ਬ੍ਰਹਮ ਗਿਆਨ ਹੈਗਾ। ਸਤਿਗੁਰੂ ਤਾਂ ਗਿਆਨ ਹੈਗਾ ਭਾਈ। ਜੋ ਵੀ ਆਪਾਂ ਕੋਈ ਵੀ ਮੰਨ ਲਓ ਬੰਦਾ ਹੈਗਾ ਜਾਂ ਕੋਈ ਲਿਖਤ ਹੈਗੀ ਆ, ਉਹ ਗਾਈਡ ਹੈਗੇ ਆਪਣੇ, ਉਹ ਹਨੇਰੇ ਤੋਂ ਬਾਹਰ ਕੱਢ ਸਕਦੇ ਆ ਕਿਉਂਕਿ ਉਹ ਸੱਤ ਦੇ ਨਾਲ ਜੁੜੇ ਹੋਏ ਆ। ਵਿਣ ਸਤਿਗੁਰ ਸੇਵੇ, ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਚੱਲਣ ਦੇ, ਜੋ ਕੰਮ ਕਰਨ ਨੂੰ ਕਹਿ ਰਹੇ ਆ ਉਹੀ ਉਹਨਾਂ ਦੀ ਸੇਵਾ ਹੈਗੀ। ਔਰ ਉਹ ਆਪਣੀ ਸੇਵਾ ਆਪਣੀਆਂ ਲੱਤਾਂ ਨਹੀਂ ਘਟਾਉਣ ਵਾਸਤੇ ਕਹਿ ਰਹੇ। ਉਹ ਕਹਿੰਦੇ ਉਹ ਦੇਖ ਉਹ ਮੇਰਾ ਚੰਦਰਮਾ ਹੈ, ਉਹ ਮੇਰਾ ਸਾਹਿਬ ਹੈਗਾ, ਤੇ ਉਹਦੇ ਵੱਲ ਨੂੰ ਮੈਂ ਗਤੀ ਕਰ ਰਿਹਾ ਹੈ, ਤੂੰ ਵੀ ਆ ਜਾ, ਤੂੰ ਵੀ ਕਰ ਲਾ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਕਹਿੰਦੇ ਸੁਖ ਨਾਮ ਦੀ ਚੀਜ਼ ਹੈ ਹੀ ਨਹੀਂ ਹੈ ਦੁਨੀਆ ਦੇ ਵਿੱਚ। ਆ ਜਿਹੜੀ ਕਿਰਿਆ ਹੈ, ਜੋ ਗਾਈਡ ਕਹਿ ਰਹੇ, ਜੋ ਸਤਿਗੁਰੂ ਕਹਿ ਰਹੇ, ਜੋ ਇਹ ਬ੍ਰਹਮ ਗਿਆਨ ਕਹਿ ਰਹੇ, ਜੋ ਗੁਰੂ ਦੀ ਮੱਤ ਕਹਿ ਰਹੀ ਹੈ, ਜੋ ਗੁਰੂ ਕਹਿ ਰਹੇ, ਕੁਛ ਵੀ ਕਹਿ ਲਓ ਭਾਈ, ਗੱਲ ਉੱਥੇ ਹੀ ਨਿਬੜਨੀ ਹੈ। ਭਾਵੇਂ ਸਰਾਂਦੀ ਸੌਂ ਲਓ, ਭਾਵੇਂ ਪੁਆਂਦੀ ਸੌਂ ਲਓ, ਲੱਕ ਨੇ ਵਿਚਾਲੇ ਹੀ ਆਉਣਾ ਹੈ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਕਹਿੰਦੇ ਦੇਖ ਲਾ ਪਿਆਰਿਆ, ਜੰਮਦਾ ਮਰਦਾ ਬਾਰੋ ਬਾਰੀ ਆਹੀ ਕਿਹੜਾ, ਐਸੇ ਸਾਈਕਲ, ਐਸੇ ਕੰਮ ਦੇ ਵਿੱਚ ਲੱਗਿਆ ਰਹੇਗਾ। ਦੇਖ ਲਾ ਦੁੱਖ ਸੁੱਖ ਦੇ ਵਿੱਚ, ਪਾਪ ਪੁੰਨ ਦੇ ਵਿੱਚ, ਐਸੇ ਤਰੀਕੇ ਦੇ ਨਾਲ ਮਨੁੱਖ ਜੂਨ ਪਾਏਗਾ। ਦੁੱਖ ਸੁੱਖ ਪਾਪ ਪੁੰਨ ਬਸ ਇਹਨਾਂ ਦੇ ਵਿੱਚ ਲੱਗ ਕੇ ਔਰ ਜਨਮ ਆਪਣਾ ਗਵਾ ਦੇਗਾ। ਔਰ ਧਰਮਰਾਜ ਜਿਹੜਾ ਹੈਗਾ ਉਹਦੀ ਬਹੀ ਦੇ ਵਿੱਚ ਤੇਰਾ ਨਾਂ ਜਿਹੜਾ ਹੈਗਾ ਪਰਮਾਨੈਂਟ ਬਣ ਜਾਊਗਾ। ਉਹ ਵੀ ਜਿਹੜੇ ਜਾਣਨ ਲੱਗ ਜਾਣਗੇ, ਜਿਹੜੇ ਜਮਦੂਤ ਹੈਗੇ ਵੀ ਇਹ ਤਾਂ ਪਰਮਾਨੈਂਟ ਕਸਟਮਰ ਹੈ, ਜਦ ਮਰਜੀ ਜਿਹੜਾ ਹੈਗਾ ਇਹਨੂੰ ਮਨੁੱਖ ਨੂੰ ਲੱਭਦੀ ਆ, ਇਸੇ ਤਰੀਕੇ ਨਾਲ ਗਵਾ ਕੇ ਆ ਜਾਂਦਾ ਹੈ। ਉਹ ਵੀ ਕਹਿੰਦੇ ਆ ਕਿ ਆ ਗਏ ਜੀ, ਆਓ, ਵੈਲਕਮ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ ਲਿਖਿਆ ਹੋਇਆ ਮਹਾਰਾਜ ਨੇ। ਕਿਉਂ, ਕੀ ਹੁੰਦਾ ਹੈ, ਕੀ ਪ੍ਰੋਬਲਮ ਆ? ਮੋਹ ਠਗੋਲੀ ਪਾਈਨ, ਬਹੁਤ ਦੂਜੇ ਭਾਏ ਵਿਕਾਰ। ਕਹਿੰਦੇ ਮਾਲਕਾ ਅਸਲੀ ਤਾਂ ਤੇਰਾ ਹੈਗਾ, ਕੰਮ ਤਾਂ ਤੇਰਾ ਹੈਗਾ ਭਾਈ। ਸੱਚ ਬੋਲੀਏ ਤੇ ਤੂੰ ਜਿਹੜਾ ਹੈਗਾ ਇਹ ਮੋਹ ਦੀ ਜਿਹੜੀ ਹੈ, ਇਹ ਕਾਮ ਕ੍ਰੋਧ ਲੋਭ ਅਹੰਕਾਰ ਦੀ ਜਿਹੜੀ ਹੈ, ਇਹ ਠੱਗ ਬੂਟੀ ਤੂੰ ਹੀ ਤਾਂ ਖਿਲਾਰੀ ਹੋਈ ਹੈ। ਮੋਹ ਠਗੋਲੀ ਪਾਈਨ, ਮਾਲਕ ਨੇ ਪਾਈ, ਇਹੀ ਤਾਂ ਖੇਡਿਆ ਉਹਦੀ ਮਾਲਕ ਪਰਮਾਤਮਾ ਦੀ। ਉਹ ਆਪ ਹੀ ਤਾਂ ਖੇਡ ਰਿਹਾ ਸਾਡੇ ਵਿੱਚ, ਉਹ ਆਪ ਹੀ ਤਾਂ ਹੈਗਾ ਮਾਲਕ ਪਰਮਾਤਮਾ। ਉਹ ਕਹਿੰਦਾ ਮੈਂ ਖੇਡ ਰਿਹਾ, ਤੈਨੂੰ ਕੀ ਪ੍ਰੋਬਲਮ ਹੋ ਰਹੀ ਹੈ? ਮੋਹ ਠਗੋਲੀ ਪਾਈਨ, ਬਹੁਤ ਦੂਜੇ ਭਾਏ ਵਿਕਾਰ। ਕਹਿੰਦੇ ਦੂਜਾ ਭਾਵ ਹੈਗਾ, ਇੱਕ ਮਾਲਕ ਹੈਗਾ, ਔਰ ਆਪਾਂ ਨੂੰ ਜਿਹੜਾ ਹੈਗਾ ਠੱਗ ਬੂਟੀ ਦੇ ਕਾਰਨ ਆਪਾਂ ਨੂੰ ਇਹ ਸਾਰੇ ਸੰਸਾਰ ਜਿਹੜਾ ਹੈਗਾ ਜੋ ਮਾਲਕ ਦੀ ਸ਼ਕਤੀ ਦੇ ਨਾਲ ਬਣਾਇਆ ਹੋਇਆ ਆ, ਮਾਇਆ ਜਾਲ ਹੈਗਾ ਜਿਹੜਾ, ਉਹਦੇ ਵਿੱਚ ਫਸ ਜਾਂਦੇ ਆ। ਔਰ ਵਿਕਾਰ ਜਿਹੜੇ ਹੈਗੇ, ਆਪਾਂ ਵਿਸ਼ੇ ਵਿਕਾਰ ਜਿਹੜੇ ਹੈਗੇ ਇਹਨਾਂ ਦੇ ਵਿੱਚ ਖਚਤ ਹੋ ਜਾਂਦੇ ਆ ਔਰ ਪਾਪ ਕਰਦੇ ਆ। ਫਿਰ ਮੋਹ ਠਗੋਲੀ ਪਾਈਨ, ਬਹੁਤ ਦੂਜੇ ਪਾਏ ਵਿਕਾਰ। ਹੁਣ ਇਹਦੇ ਵਿੱਚ ਜਿਹੜੇ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਦੁੱਖ ਜਿਹੜੇ ਹੈਗੇ, ਦੁਖੀ ਹੋ ਕੇ ਜਨਮ ਮਰਨ ਦੇ ਗੇੜ ਦੇ ਵਿੱਚ ਜਿਹੜੇ ਕਹਿੰਦੇ ਆ ਮਾਲਕਾ ਅਸੀਂ ਨਹੀਂ ਚਾਹੁੰਦੇ, ਹੁਣ ਅਸੀਂ ਨਿਕਲਣਾ ਚਾਹੁੰਦੇ ਆ, ਉਹ ਫਿਰ ਆਪਣੇ ਸਤੋਗੁਣੀ ਜਿਹੜੇ ਪੁੰਨ ਕਰਕੇ ਸਤੋਗੁਣੀ ਵਿਚਰਦੇ ਆ ਤੇ ਥੋੜੇ ਸਵਾਸ ਜਮ੍ਹਾਂ ਕਰਾ ਦਿੰਦੇ ਆ, ਤੇ ਉਹਨਾਂ ਨੂੰ ਫਿਰ ਜਿਹੜਾ ਹੈਗਾ ਮਾਲਕ ਦੇਖਦਾ ਹੈ ਭਾਈ ਇਹ ਬੰਦਾ ਜਿਹੜਾ ਹੈਗਾ ਇਹਦੇ ਅੰਦਰ ਹੈਗੀ ਕਣੀ,
ਇਹ ਨਾਮ ਇੱਥੇ ਉੱਗ ਜਾਊਗਾ ਤੇ ਮਾਲਕ ਉਹਨੂੰ ਫਿਰ ਗੁਰੂ ਬਣਾ ਦਿੰਦੇ ਆ। ਗੁਰੂ ਬਣਾ ਕੇ ਬ੍ਰਹਮ ਗਿਆਨੀ ਬਣਾ ਕੇ ਉਹਨਾਂ ਨੂੰ ਸਹੀ ਰਸਤਾ ਮਿਲ ਜਾਂਦਾ ਹੈ। ਧਿਆਨ ਸਿਮਰਨ ਵਾਲੀ ਗੱਲ ਉਹਨਾਂ ਦੇ ਪੱਲੇ ਪੈ ਜਾਂਦੀ ਆ। ਉਹਨੂੰ ਕਹਿੰਦੇ ਗੁਰ ਪ੍ਰਸਾਦੀ। ਆਹੀ ਆ ਗੁਰ ਪ੍ਰਸਾਦ। ਇੱਕ ਗੁਰ ਪ੍ਰਸਾਦੀ ਉਭਰੇ, ਇੱਕ ਮਤਲਬ ਇੱਕ ਨਹੀਂ, ਇੱਕ ਮਤਲਬ ਇੱਕ ਕੈਟੇਗਰੀ ਐਸੀ ਵੀ ਹੈਗੀ, ਇੱਕ ਗੁਰ ਪ੍ਰਸਾਦੀ ਉਭਰੇ ਤਿਸ ਜਨ ਕੋ ਕਰੇ ਸਭ ਨਮਸਕਾਰ। ਹੁਣ ਇੱਥੇ ਤਿਸ ਜਨ ਕਹਿਤਾ, ਮਹਾਰਾਜ ਕਹਿੰਦੇ ਐਸੇ ਜਿਹੜੇ ਜਨ ਹੈਗੇ ਆ, ਐਸਾ ਜਿਹੜਾ ਇਨਸਾਨ ਹੈਗਾ ਜਿਹੜੀ ਗੁਰੂ ਦੇ ਅਨੁਸਾਰ ਚੱਲਣਾ ਜਿਹਨੇ ਹੈਗਾ ਉਹਨੇ ਮੰਨ ਲਿਆ, ਕਹਿੰਦੇ ਸਾਰੇ ਉਹਨੂੰ ਨਮਸਕਾਰ ਕਰੋ ਭਾਈ ਐਸੇ ਇਨਸਾਨ ਨੂੰ। ਇਹ ਹੈਗਾ ਅਸਲੀ ਜਿਹੜਾ ਹੈਗਾ, ਇਹਨੇ ਤੱਤ ਵਸਤੂ ਲੈ ਲਈ, ਇਹਨੇ ਮਾਲਕ ਨੂੰ ਖੁਸ਼ ਕਰ ਲੈਣਾ ਹੈ। ਦੇਖ ਲਓ ਗੁਰੂ ਵੀ ਖੁਸ਼ ਹੋ ਗਏ। ਤੀਸਰੀ ਪਾਤਸ਼ਾਹੀ ਕਹਿ ਰਹੀ ਆ, ਤੀਸਰੀ ਪਾਤਸ਼ਾਹੀ ਦੇਖ ਲਓ ਆਪਣੇ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਗੁਰੂ ਦਾ ਪ੍ਰਸਾਦ ਲੈ ਕੇ, ਜਿਹੜਾ ਬ੍ਰਹਮ ਗਿਆਨੀਆਂ ਦੇ ਰਸਤੇ ਦੇ ਉੱਤੇ ਇੱਕ ਗੁਰ ਪ੍ਰਸਾਦੀ ਉੱਭਰ ਗਏ, ਜਿਨ੍ਹਾਂ ਨੇ ਯਾਤਰਾ ਕਰ ਲਈ, ਕਹਿੰਦੇ ਤਿਸ ਜਨ ਕੋ ਐਸੇ ਜਨ ਨੂੰ ਕਹਿੰਦੇ ਸਾਰੇ ਨਮਸਕਾਰ ਕਰੋ। ਨਾਨਕ ਅੰਦਿਨ ਨਾਮ ਤੇ ਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਹੁਣ ਦੇਖੋ ਇੱਕ ਲਾਈਨ ਦੇ ਵਿੱਚ ਕਹਿੰਦੇ ਨਾਨਕ ਅੰਦਿਨ ਨਾਮ ਤੇ ਆਏ ਤੂੰ। ਮਹਾਰਾਜ ਕਹਿੰਦੇ ਤੂੰ ਅੰਦਿਨ ਨਾਮ ਤੇ ਆ। ਇਸ ਕਰਕੇ ਰੂਟੀਨ ਇਹਦੇ ਵਿੱਚ ਕਦੀ ਵੀ ਨਾਗਾ ਨਾ ਪਾ। ਆ ਤੇਰਾ ਨਿਤਨੇਮ ਹੋਣਾ ਚਾਹੀਦਾ ਹੈ ਅੰਦਿਨ। ਆ ਦੇਖੋ ਤੇ ਨਿਤਨੇਮ ਕਲੀਅਰ ਤਾਂ ਲਿਖਿਆ ਹੋਇਆ ਤੇ ਬਾਣੀ ਨਿਤਨੇਮ ਤਾਂ ਆ ਕਹਿ ਰਹੀ ਹੈ ਕਰਨ ਦੇ ਵਾਸਤੇ। ਅਸੀਂ ਨਹੀਂ ਕਹਿ ਰਹੇ ਉਹ ਦੂਸਰਾ ਨਿਤਨੇਮ ਨਹੀਂ ਕਰਨਾ, ਅਸੀਂ ਕਹਿ ਰਹੇ ਭਾਈ ਆ ਪਹਿਲਾਂ ਕਰਨਾ ਹੈ। ਨਾਨਕ ਅੰਦਿਨ ਨਾਮ ਤੇ ਉੱਠਦੇ ਸਾਰ ਜਿਹੜਾ ਹੈਗਾ ਆ ਕੰਮ ਕਰਨਾ ਹੈ, ਪਹਿਲਾਂ ਧਿਆਨ ਸਿਮਰਨ ਕਰਨਾ ਹੈ ਉੱਠਦੇ ਸਾਰ। ਸਮਾਂ ਇੰਨਾ ਹੈ ਕਿਉਂਕਿ ਆਪਾਂ ਜਿਹੜੇ ਦੂਸਰੇ ਉਹਦੇ ਵਿੱਚ ਇੰਨਾ ਥੱਕ ਜਾਂਦੇ ਆ, ਪਹਿਲਾਂ ਨਲਾ ਦੇਣਾ ਹੈ, ਫਿਰ ਨਲਾ ਕੇ ਫਿਰ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਆਹ ਬਾਣੀ ਪੜ੍ਹ ਲਓ, ਇੰਨਾ ਬਾਣੀ ਪੜ੍ਹ ਲਈਆਂ, ਸਾਰਾ ਕੁਝ ਕਰ ਲਿਆ, ਬਾਅਦ ਚ ਬੰਦਾ ਜਿਹੜਾ ਹੈਗਾ ਥੱਕ ਜਾਂਦਾ ਹੈ। ਪਹਿਲਾਂ ਨਾਮ ਅਭਿਆਸ ਕਰੋ, ਸਭ ਤੇ ਉੱਠਦੇ ਸਾਰ ਕਰ ਲਓ, ਫਿਰ ਨਹਾ ਲਓ, ਭਾਵੇਂ ਫਿਰ ਜੋ ਮਰਜ਼ੀ ਕਰ ਲਓ ਭਾਈ। ਆਪਾਂ ਤਾਂ ਕਹਿੰਦੇ ਜੋ ਮਰਜ਼ੀ ਕਰ ਲਓ, ਜੋ ਤੁਹਾਡੇ ਦਿਲ 'ਚ ਸਾਰੀਆਂ ਰੀਝਾਂ ਲਾ ਲਓ ਆਪਣੀਆਂ। ਪਰ ਪਹਿਲਾਂ ਆ ਜਿਹੜੀ ਬਾਣੀ ਜੋ ਕਹਿ ਰਹੀ ਹੈ, ਇਹ ਆਹ ਕੰਮ ਜਿਹੜਾ ਹੈਗਾ ਪਹਿਲਾਂ ਸਭ ਤੋਂ ਕਰੋ ਔਰ ਅੰਦਿਨ ਕਰੋ। ਨਾਨਕ ਅੰਦਿਨ ਨਾਮ ਧਿਆਏ ਤੂੰ ਲਿਖਿਆ ਹੋਇਆ ਦੇਖ ਲਓ ਭਾਈ। ਹੁਣ ਆਪਾਂ ਸੁਣਨ ਵਾਲੇ ਹੈਗੇ, ਜੇ ਆਪਾਂ ਨਹੀਂ ਇਸ ਗੱਲ ਨੂੰ ਮੰਨਦੇ ਤੇ ਆਪਣੀ ਮਰਜ਼ੀ ਹੈ। ਨਾਨਕ ਅੰਦਿਨ ਨਾਮ ਧਿਆਏ ਤੂੰ ਅੰਤਰ। ਔਰ ਦੇਖ ਲਓ ਫਿਰ ਦੇਖੋ ਅੰਤਰ ਵੀ ਆ ਰਹੇ, ਕਹਿੰਦੇ ਬਾਹਰ ਨਹੀਂ, ਨਾ ਬਾਹਰ ਕੋਈ ਨਾਮ ਧਿਆਉਣਾ ਨਹੀਂ ਹੈਗਾ, ਅੰਦਰ ਵੜਨਾ ਪੈਣਾ ਤੈਨੂੰ। ਆਪਣੇ ਅੰਦਰ ਜਿਹੜਾ ਹੈਗਾ ਸਹਿਜ ਸਮਾਧੀ ਲਾਉਣੀ ਪੈਣੀ, ਆਪਣੇ ਅੰਦਰ ਵੜਨਾ ਪੈਣਾ ਹੈ। ਨਾਨਕ ਅੰਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਉਪਲਬਧੀ ਕੀ ਆ ਵੀ ਮੁਕਤੀ ਦਾ ਦੁਆਰਾ ਲੱਭ ਜੂਗਾ ਤੈਨੂੰ। ਆ ਜਿਹੜਾ ਹੈਗਾ ਜੰਮਦਾ ਮਰਦਾ ਰਹਿ ਰਿਹਾ ਬਾਰੋਂ ਬਾਰ, ਇਸ ਤੋਂ ਮੁਕਤ ਹੋ ਜਾਏਗਾ। ਹਾਂਜੀ ਗੁਰਕੀ ਜੀ। ਸ਼ਲੋਕ ਮਹਲਾ ਤੀਜਾ। ਵਿਣ ਸਤਗੁਰ ਸੇਵੈ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਮੋਹ ਠਗੋਲੀ ਪਾਈਨ, ਬਹੁਤ ਦੂਜੇ ਪਾਏ ਵਿਕਾਰ। ਹਾਂਜੀ ਅੱਜ ਨਾ ਪਤਾ ਨਹੀਂ ਕੀ ਗੱਲ ਨੈਟਵਰਕ ਦੀ ਪ੍ਰੋਬਲਮ ਹੈ। ਉਹ ਸੰਗਤ ਮੈਸੇਜ ਕਰ ਰਹੇ ਨੇ ਗਰੁੱਪ 'ਚ ਕਿ ਸਾਡੇ ਕੋਲ ਜੁਆਇਨ ਨਹੀਂ ਹੋਇਆ ਜਾ ਰਿਹਾ। ਹੋ ਸਕਦਾ ਨੈਟਵਰਕ ਦੀ ਪ੍ਰੋਬਲਮ ਹੋਵੇ ਗੂਗਲ ਦੇ ਵੱਲੋਂ। ਹਾਂਜੀ ਹੋ ਜਾਂਦਾ ਕਦੇ ਕਦੇ। ਨਹੀਂ ਸੌਰੀ ਜੀ ਨਹੀਂ ਗੋਰਖੀ ਸਾਹਿਬ ਨਹੀਂ, ਮੇਰੀ ਗਲਤੀ ਹੈ ਜੀ। ਦੇਖੋ ਮੈਂ ਨਾ ਮੈਨੂੰ ਇਹਨਾਂ ਦੇ ਮੈਸੇਜ ਹੀ ਨਹੀਂ ਆ ਰਹੇ ਸੀ। ਮੈਂ ਮਾਫ ਕਰਨਾ ਜੀ, ਮੇਰੀ ਗਲਤੀ ਹੈ, ਪੂਰੀ ਗਲਤੀ ਮੇਰੀ ਹੈਗੀ। ਲਓ ਜੀ ਜੁਆਇਨ ਕਰਤਾ ਸਾਰਿਆਂ ਨੇ, ਮੇਰੀ ਗਲਤੀ ਹੈ ਜੀ। ਮੈਂ ਐਕਸੈਪਟ ਹੀ ਨਹੀਂ ਕੀਤਾ ਉਹਨਾਂ ਦਾ, ਮਾਫ ਕਰਨਾ। ਹੋ ਗਏ ਜੀ ਸਾਰੇ। ਵੈਰੀ ਨਾਈਸ। ਤੁਸੀਂ ਤੇ ਬੜੇ ਕਵਿਕ ਜੇ। ਨਹੀਂ ਮੈਂ ਮੈਸੇਜ ਕਰਦਾ ਕਿ ਕਰ ਲਓ ਟਰਾਈ। ਹਾਂਜੀ ਭਾਜੀ ਨੈਟ ਦੀ ਪ੍ਰੋਬਲਮ ਆ ਰਹੀ ਸੀ। ਨਹੀਂ ਜੀ ਨੈਟ ਦੀ ਨਹੀਂ ਆ। ਨੈਟ ਤਾਂ ਇੱਥੇ ਬੈਠਾ ਹੈ ਕੈਨੇਡਾ ਦੇ ਵਿੱਚ, ਪ੍ਰੋਬਲਮ ਤਾਂ ਇੱਧਰ ਦੀ ਹੈਗੀ ਆ। ਨਿੱਜਰ ਸਾਹਿਬ ਮਟਨ ਦਾ ਪਕੇ ਬੈਠਾ ਵਾ। ਨਿੱਜਰ ਸਾਹਿਬ ਇੱਕ ਦਿਨ ਮੈਨੂੰ ਨਾ ਵੰਡ ਦੇਣਾ। ਨਹੀਂ ਹਾਂਜੀ ਚੱਜੀ ਭਾਜੀ ਅਸੀਂ ਮਾਈਕ ਆਫ ਕਰ ਲੈਂਦੇ ਆ ਹੁਣ, ਕਿਉਂਕਿ ਬੜੀ ਨੈਟ ਦੀ ਪ੍ਰੋਬਲਮ ਸੀ। ਕੋਈ ਨਹੀਂ ਨੈਟਵਰਕ ਦੀ ਨਹੀਂ ਪ੍ਰੋਬਲਮ ਰਾਜਵੀਰ ਜੀ। ਉਹ ਨਾ ਉਦੋਂ ਕੀ ਹੁੰਦਾ ਕਿ ਉਹਨਾਂ ਨੂੰ ਮੈਸੇਜ ਨਹੀਂ ਪੌਪ ਅਪ ਹੋਏ ਰਿਕੁਐਸਟ ਵਾਲੇ ਤੇ, ਇਸ ਕਰਕੇ ਨਾ ਲੱਗਦਾ। ਤੇ ਕੋਈ ਗੱਲ ਨਹੀਂ, ਉਹ ਇਟ ਇਜ਼ ਹੈਪਨ ਸਮ ਟਾਈਮ। ਓਕੇ ਨੋ ਪ੍ਰੋਬਲਮ। ਸਾਧ ਸੰਗਤ ਜੀ ਤੁਸੀਂ ਇੰਜੋਏ ਕਰੋ ਹੁਣ ਕਥਾ ਦਾ ਤੇ ਆਪਾਂ ਸ਼ੁਰੂਆਤ ਕਰਦੇ ਹਾਂ। ਹਾਂਜੀ ਨਿੱਜਰ ਸਾਹਿਬ ਪਹਿਲੀ ਤੋਂ ਬੋਲੋ ਜੀ। ਹਾਂਜੀ 1248 ਅੰਗ ਤੇ ਹੈਗੇ ਆ ਅਸੀਂ ਜੀ। ਨਵੇਂ ਆਏ ਜਿਹੜੇ ਹੈਗੇ ਆ
ਆਪਣੀ ਸਾਰੰਗ ਦੀ ਵਾਰ 28ਵੀਂ ਪੌੜੀ ਦੇ ਲੈ ਰਹੇ ਹਾਂ। ਉਸ ਤੋਂ ਪਹਿਲੇ ਸ਼ਲੋਕ ਤੇ ਇਸ ਤੋਂ ਪਹਿਲਾਂ ਜਿਹੜਾ ਵਿਚਾਰ ਹੋਈ ਹੈ ਉਹਨੂੰ ਸੁਣ ਲੈਣਾ ਜੀ ਰਿਕਾਰਡਿੰਗ 'ਚ। ਸ਼ਲੋਕ ਮਹਲਾ ਤੀਜਾ। ਵਿਣ ਬਸ ਜੀ, ਫਤਿਹ ਬੇਟਾ, ਫਤਿਹ, ਬਸ ਫਤਿਹ ਬਾਅਦ 'ਚ ਬੁਲਾਵਾਂਗੇ ਆਪਾਂ। ਸ਼ਲੋਕ ਮਹਲਾ ਤੀਜਾ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਕਹਿੰਦੇ ਜੋ ਗੁਰੂ ਜਿਹੜੇ ਹੈਗੇ ਆਪਾਂ ਨੂੰ ਰਸਤਾ ਦੱਸ ਰਹੇ ਆ, ਬ੍ਰਹਮ ਗਿਆਨੀ ਰਸਤਾ ਦੱਸ ਰਹੇ ਆ, ਉਸ ਰਸਤੇ ਤੇ ਚੱਲੇ ਤੋਂ ਬਗੈਰ ਜਿਹੜੇ ਹੈਗੇ ਕਹਿੰਦੇ ਸੁਖ ਨਾਮ ਦੀ ਚੀਜ਼ ਨਹੀਂ ਹੈ, ਔਰ ਜਨਮ ਮਰਨ ਦੇ ਗੇੜ ਚੋਂ ਬਾਹਰ ਆਉਣ ਦਾ ਕੋਈ ਚਾਂਸ ਨਹੀਂ ਹੈਗਾ। ਮਰਦਾ ਜਨਮਦਾ ਰਹੇਗਾ ਬਾਰੋ ਬਾਰੀ, ਕਿਉਂਕਿ ਮਾਲਕ ਨੇ ਮੋਹ ਠਗੋਲੀ ਪਾਈ ਹਨ, ਬਹੁਤ ਦੂਜੇ ਪਾਏ ਵਿਕਾਰ। ਇਹ ਮਾਲਕ ਨੇ ਪਰਪਸਲੀ ਪਾਇਆ ਹੋਇਆ ਹੈ। ਇਹ ਮੋਹ ਰੂਪ ਠੱਗ ਬੁੱਟੀ ਪਾਈ ਹੋਈ ਹੈ। ਇਹ ਕਾਮ ਕ੍ਰੋਧ ਲੋਭ ਮੋਹੰਕਾਰ ਪਾਏ ਆ, ਔਰ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਕੰਮ ਹੀ ਇਹ ਹੈਗਾ ਕਿ ਮਨ ਨੂੰ ਜਿਹੜਾ ਹੈਗਾ ਮੈਟਰ ਦੇ ਨਾਲ, ਪਦਾਰਥ ਦੇ ਨਾਲ, ਬਾਹਰ ਆਕਾਰ ਦੇ ਨਾਲ ਇਹ ਵਿਸ਼ੇ ਵਿਕਾਰਾਂ ਨੂੰ ਭਗਾਉਣਾ, ਇਹਨਾਂ ਦੇ ਵਿੱਚ ਉਲਝਾਉਣਾ। ਇਹੀ ਪਰਪਸਲੀ ਮਾਲਕ ਨੇ ਪਾਇਆ ਹੋਇਆ। ਹਾਂਜੀ ਗੋਲਡੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਹਿਲੀ ਤੁਕ 'ਚ ਗੁਰੂ ਜੀ ਨੇ ਜੋ ਸਾਨੂੰ ਸਮਝਾਉਣਾ ਕੀਤਾ ਹੈ, ਕਲੀਅਰ ਕਨਸੈਪਟ ਆ। ਉਹ ਕਹਿੰਦੇ ਆ ਕਿ ਵਿਧੀ ਵਾਲਾ ਬੰਦਾ ਚਾਹੀਦਾ ਵਾ ਜਿਹਨੂੰ ਇਹ ਭੇਦ ਦਾ ਪਤਾ, ਕਿਉਂਕਿ ਇਹ ਕੋਈ ਇੱਕ ਬਾਹਰੀ ਯਾਤਰਾ ਨਹੀਂ ਹੈਗੀ ਜਿਹਨੂੰ ਆਪ ਅੰਡਰਸਟੈਂਡ ਕਰੋ। ਜੇ ਤੁਸੀਂ ਅੱਗੇ ਚੱਲੋਗੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਕਿ ਇਹ ਮਾਰਗ ਕਿੱਦਾਂ ਦਾ ਹੈ। ਇਟ ਇਜ਼ ਜਸਟ ਲਾਈਕ ਕਿ ਤੁਸੀਂ ਉਸ ਡਾਇਰੈਕਸ਼ਨ ਵੱਲ ਗਤੀ ਕਰਨੀ ਆ ਜਿੱਥੇ ਬ੍ਰਹਮ ਦਾ ਸਾਰ ਪਿਆ। ਆਪ ਸਮਝਦੇ ਨਾ, ਤੁਸੀਂ ਕਿਸੇ ਲੈਬ 'ਚ ਜਾ ਕੇ ਵੇਖੋਗੇ ਸਧਾਰਨ ਚੀਜ਼ ਦੇ ਬਾਰੇ ਕਿੰਨੀ ਸਟੱਡੀ ਕਰਨੀ ਪੈਂਦੀ ਹੈ ਤੇ ਕਿੰਨੀਆਂ ਕਿਤਾਬਾਂ ਲਿਖੀਆਂ। ਇੱਥੇ ਕੀ ਗੱਲ ਕਰ ਰਹੇ ਨੇ, ਗੱਲ ਇੱਕ ਹੋ ਰਿਹਾ ਕਿ ਅੰਦਰ ਦੀ ਯਾਤਰਾ ਦੇ ਪ੍ਰਤੀ, ਔਰ ਉਹਨਾਂ ਬੰਦਿਆਂ ਦੇ ਨਾਲ ਉਹਨਾਂ ਬੰਦਿਆਂ ਕੋਲ ਹੈਲਪ ਲੈਣੀ ਪਊਗੀ ਜੋ ਆਲਰੇਡੀ ਇਸ ਚੀਜ਼ ਨੂੰ ਜਾਣਦੇ ਨੇ। ਔਰ ਉਹਦੇ ਲਈ ਆਪਣੇ ਕੋਲ ਬਹੁਤ ਸਾਰੇ ਸੋਰਸ ਵੀ ਹੁੰਦੇ ਨੇ, ਆਪਣੇ ਕੋਲ ਗ੍ਰੰਥ ਹੈਗੇ ਨੇ, ਆਪਣੇ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਹੋਰ ਵੀ ਗ੍ਰੰਥ ਹੈਗੇ ਨੇ। ਉਹਨਾਂ ਦੇ ਜਿੱਦਾਂ ਇੰਡੀਆ ਦਾ ਜਿਹੜਾ ਦਰਸ਼ਨ ਸ਼ਾਸਤਰ ਹੈ ਨਾ, ਇਹ ਬਹੁਤ ਜ਼ਿਆਦਾ ਇਹਨਾਂ ਨੇ ਨਾ ਬਹੁਤ ਜ਼ਿਆਦਾ ਮਤਲਬ ਇਸ ਮੈਟਰ ਤੇ ਸਟੱਡੀ ਕੀਤੀ ਹੈ ਔਰ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਹੈ, ਖਾਸ ਕਰਕੇ ਆਪਣੇ ਦੇਸ਼ ਦੇ ਵਿੱਚ ਆਤਮਾ ਦੇ ਬਾਰੇ। ਤੇ ਉਹਨਾਂ ਨੇ ਇੰਨਾ ਜ਼ਿਆਦਾ ਉਹਨਾਂ ਦਾ ਗਹਿਰਾ ਦ੍ਰਿਸ਼ਟੀਕੋਣ ਸੀ। ਮੈਂ ਹੈਰਾਨ ਹੁੰਨਾ ਕਿ ਕਿਸੇ ਲੈਵਲ ਤੇ ਆ ਕੇ ਮੈਂ ਖੁਦ ਵੀ ਇਸ ਚੀਜ਼ ਨੂੰ ਮੈਂ ਸਮਝਦਾ ਹਾਂ ਕਿ ਜਿੱਦਾਂ ਪ੍ਰਮਾਤਮਾ ਵੱਲੋਂ ਹੀ ਕੁਝ ਸਪੈਸ਼ਲ ਬੰਦੇ ਭੇਜੇ ਗਏ ਹੋਣਗੇ, ਅਦਰਵਾਈਜ਼ ਇਹ ਗੂੜ ਗਿਆਨ ਦਾ ਪਤਾ ਨਹੀਂ ਲੱਗ ਸਕਦਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਕਿਉਂਕਿ ਆਪਾਂ ਤੇ ਡਿਸਕਵਰ ਰਹੇ ਹਾਂ। ਜਿੱਦਾਂ ਕਿਸੇ ਨੇ ਬਣਾਈ ਸੀ ਤੇ ਮੈਂ ਤੇ ਚੀਜ਼ ਲੱਭ ਲਈ। ਆਪ ਜਸਟ ਨੋਟਿਸ ਕਰੋ ਇਹ ਜਿਹੜਾ ਪਤਾ ਕਿੱਦਾਂ ਲੱਗਾ ਕਿ ਜਿਹੜਾ ਮਨ ਬਿਮਾਰ ਆ, ਇਹ ਕਿੱਥੋਂ ਪਤਾ ਲੱਗ ਗਿਆ। ਇੱਕ ਬੜੀ ਵੱਡੀ ਗੱਲ ਹੈ, ਇੱਕ ਮਾਮੂਲੀ ਜਿਹੀ ਗੱਲ ਨਹੀਂ ਹੈ ਕਿ ਆਪਾਂ ਸਾਰੇ ਬੈਠੇ ਹਾਂ ਔਰ ਇੱਕ ਬੰਦਾ ਸ਼ਟਲ ਨਹੀਂ ਆ ਕੇ ਕਹਿ ਦੇ ਕਿ ਆਪਾਂ ਤੇ ਬਿਮਾਰ ਹੈਗੇ ਹਾਂ। ਕਿੱਡੀ ਵੱਡੀ ਗੱਲ ਹੈ। ਉਹ ਕਿੱਥੋਂ ਪਤਾ ਲੱਗਾ ਕਿ ਬਿਮਾਰ ਹੈ? ਕਿਉਂਕਿ ਉਹ ਤਾਂ ਖੁਦ ਹੀ ਉਸੇ ਬਿਮਾਰੀ ਨਾਲ ਪੈਦਾ ਹੋਇਆ ਸੀ। ਬਿਲਕੁਲ ਠੀਕ ਹੈ ਜੀ। ਹਾਂ, ਇਹ ਬਿਗ ਥਿੰਗ ਹੈ। ਤੇ ਉਹ ਚੀਜ਼ ਵੇਖੋ, ਹੁਣ ਮੇਰੀ ਲੱਤ 'ਚ ਨੁਕਸ ਆ ਤੇ ਇਹਦਾ ਮੈਨੂੰ ਰੀਜ਼ਨ ਪਤਾ ਲੱਗੂਗਾ, ਲੱਤ ਪੀੜ ਕਰਦੀ ਪਈ ਹੈ ਤੇ ਮੈਂ ਉਹਦਾ ਹੱਲ ਵੀ ਕਰ ਲਾਂਗਾ ਨਾ ਕਿ ਹਾਂ ਮੇਰੀ ਲੱਤ ਪੀੜ ਆ। ਪਰ ਇਹ ਜਿਹੜਾ ਨੁਕਸ ਹੈ ਤੇ ਅੰਤਰਾ ਕਰਨ ਦਾ ਨੁਕਸ ਹੈ, ਇਹ ਪਤਾ ਵੀ ਨਹੀਂ ਲੱਗਦਾ। ਇਹਦੇ ਬਾਅਦ ਹਾਂ ਇੱਕ ਤਾਂ ਪਤਾ ਲੱਗੂਗਾ ਕਿ ਸਾਡਾ ਮਨ ਬਿਮਾਰ ਹੈ। ਦੱਸੋ ਮੈਨੂੰ, ਇਹਦਾ ਮਤਲਬ ਕਿ ਪ੍ਰਮਾਤਮਾ ਵੱਲੋਂ ਵੀ ਸਮਥਿੰਗ ਅਰੇਂਜ ਕੀਤਾ ਗਿਆ ਜਿੱਥੇ ਤੱਕ ਮੇਰੀ ਸੋਚ ਪਹੁੰਚਣ ਦੀ ਹੈ। ਔਰ ਉਹ ਚੀਜ਼ ਨੂੰ ਹੀ ਪ੍ਰਮਾਤਮਾ ਨੇ ਕੀ ਕੀਤਾ ਹੈ ਕਿ ਇਹ ਪ੍ਰਮਾਤਮਾ ਦੀ ਲੀਲਾ ਵਾ। ਮੈਂ ਇਹ ਚੀਜ਼ ਨੂੰ ਕਹਿਣਾ ਚਾਹੁੰਦਾ ਕਿਉਂਕਿ ਉਸਨੇ ਬਿਲਕੁਲ ਇੱਕ ਐਸੀ ਇੱਕ ਚੀਜ਼ ਤਿਆਰ ਕੀਤੀ ਹੈ ਔਰ ਬੜੀ ਖੂਬਸੂਰਤ ਹੈ, ਔਰ ਗੇਮ ਤਿਆਰ ਕੀਤੀ ਹੈ। ਤੇ ਉਹ ਆਪਣੇ ਦੇ ਵਿੱਚੋਂ ਹੀ ਚੀਜ਼ਾਂ ਬਣਾ ਲੈਂਦਾ ਵਾ ਤੇ ਮੁੜ ਕੇ ਕਹਿੰਦਾ ਕਿ ਲੱਭ ਕੇ ਤੇ ਬਾਹਰ ਆਓ। ਔਰ ਇਸੇ ਚ ਉਹ ਖੁਸ਼ ਆ। ਦੇਖੋ, ਉਹ ਕਰਤਾ ਪੁਰਖ ਹੈ, ਉਹ ਖੁਦ ਕਰਨ ਵਾਲਾ ਵਾ। ਔਰ ਇਹ ਪਲਾਨ ਸਾਰਾ ਉਹਦਾ ਹੀ ਹੈ। ਆਪਾਂ ਛੋਟੇ ਛੋਟੇ ਮੋਹਰੇ ਆ, ਸਾਡੇ ਛੋਟੇ ਛੋਟੇ ਕਿਰਦਾਰ ਆ। ਔਰ ਉਹ ਕਿਰਦਾਰ ਜਦ ਤੱਕ ਆਪਾਂ ਪ੍ਰੋਪਰਲੀ ਪਲੇ ਨਹੀਂ ਨਾ ਕਰਦੇ, ਆਪਾਂ ਉਹਨਾਂ ਚਿਰ ਤੱਕ ਗੇਮ ਚੋਂ ਬਾਹਰ ਨਹੀਂ ਆ ਸਕਦੇ। escape ਨਹੀਂ ਕਰ ਸਕਦੇ ਤੁਸੀਂ। ਆਪ ਅੰਡਰਸਟੈਂਡ ਕਰੋ, ਜਿੱਦਾਂ ਆਪਾਂ ਕੋਈ ਬਿਲਡਿੰਗ ਬਣਾ ਰਹੇ ਹਾਂ, ਕੰਪਲੀਟ ਤੇ ਅਨਕੰਪਲੀਟ ਦੋ ਅਲੱਗ ਚੀਜ਼ਾਂ ਹੁੰਦੀਆਂ। ਉਹ ਸਾਨੂੰ ਕੀ ਕੁਦਰਤ ਕੀ ਕਰ ਰਹੀ ਹੈ? ਕੁਦਰਤ ਸਾਨੂੰ ਸ਼ਕਤੀ ਦਿੰਦੀ ਹੈ, ਰਿਸੋਰਸ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਜਿਹੜਾ ਤੇਰਾ ਕਨਸੈਪਟ ਇਹਨੂੰ ਪੂਰਾ ਕਰ। ਇੱਕ ਚੈਲੰਜ ਹੈ
ਔਰ ਚੈਲੰਜ ਦੇ ਵਿੱਚ ਆਪਾਂ ਕਿੰਨਾ ਖਰੇ ਉਤਰਦੇ ਆ ਜਾਂ ਕਿੰਨੀ ਸਕਸੈਸ ਪ੍ਰਾਪਤ ਕਰਦੇ ਆ। ਕਈ ਲੋਕ ਤੇ 100 ਚੋਂ 100 ਨੰਬਰ ਲੈ ਜਾਂਦੇ ਨੇ, ਉਹ ਪਾਸ ਹੋ ਜਾਂਦੇ ਆ, ਕਿਸੇ ਨੂੰ 70 ਕਿਸੇ ਨੂੰ 50, ਕਈ ਮੇਰੇ ਅੱਗੇ ਮਾਈਨਸ ਵੀ ਚੱਲ ਜਾਂਦੇ ਆ। ਨਿੱਜਰ ਸਾਹਿਬ ਬਿਲਕੁਲ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ ਕਹਿਣ ਤੋਂ ਭਾਵ ਆ ਕਿ ਉੱਥੇ ਜਿਹੜਾ ਮਨ ਮਨੋਰਥ ਦੀ ਗੱਲ ਕਰਦੇ ਨਾ ਕਿ ਮਨ ਤੁਹਾਡਾ ਸਵਾਹ ਹੋ ਗਿਆ, ਸੜ ਗਿਆ, ਮਤਲਬ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਜਿੱਥੋਂ ਆਪਾਂ ਪਾਰਟੀਸਿਪੇਟ ਪ੍ਰੋਪਰ ਨਹੀਂ ਕਰਦੇ, ਜਦੋਂ ਆਪਾਂ ਤਿਆਰੀ ਨਹੀਂ ਪ੍ਰੋਪਰ ਕਰਦੇ, ਜਦੋਂ ਆਪਾਂ ਪੇਪਰ ਹੀ ਚੰਗੀ ਤਰ੍ਹਾਂ ਨਹੀਂ ਲਿਖਦੇ, ਤੇ ਉਹਦਾ ਮਤਲਬ ਇਹ ਹੁੰਦਾ ਕਿ ਮਨੋਰਥ ਦਾ ਮਤਲਬ ਇਹ ਹੋਊਗਾ ਕਿ ਸਾਨੂੰ ਜਿਹੜੀ ਚੀਜ਼ ਮਿਲੀ ਸੀ ਅਸੀਂ ਉਹਨੂੰ ਡਾਊਨਗ੍ਰੇਡ ਕਰਕੇ ਵਾਪਸ ਜਾਣਾ ਵਾ, ਅਪਗ੍ਰੇਡ ਤੇ ਕੀਤਾ ਹੀ ਨਹੀਂ ਆਪਣੇ ਆਪ ਨੂੰ। ਹਾਂ, ਡਾਊਨਗ੍ਰੇਡ ਤਾਂ ਫਿਰ ਜੂਨਾਂ ਦੇ ਵਿੱਚ ਜਾਵਾਂਗੇ ਨਾ, ਮਨੁੱਖ ਜੂਨ ਤੋਂ ਤਾਂ ਸਟਾਰਟਿੰਗ ਹੋਈ ਆਪਣੀ। ਹਾਂ, ਤੇ ਹੁਣ ਉਹ ਬਾਣੀ ਜਿਹੜੀ ਆਪਾਂ ਨੂੰ, ਜਿੱਥੋਂ ਤੱਕ ਬਾਣੀ ਆਪ ਦੇਖੋ ਜੋ ਵੀ ਕਥਾ ਕਰ ਰਹੇ ਆ, ਬਾਣੀ ਕੀ ਕਰ ਰਹੀ ਆ ਕਿ ਸਾਨੂੰ ਅਪਗ੍ਰੇਡ ਕਰਨਾ ਚਾਹੁੰਦੀ ਹੈ, ਪਰ ਅਪਗ੍ਰੇਡ ਕਰਨਾ ਨਹੀਂ ਚਾਹੁੰਦੀ। ਉਹ ਇੱਕ ਤੇ ਮੋਟੀਵੇਟਰ ਹੁੰਦੇ ਨਾ, ਲੋਕੀ ਕਹਿੰਦੇ ਆ ਕਿ ਝੂਠ ਨਾ ਬੋਲੋ, ਉਹ ਕਹਿੰਦੇ ਕਿ ਤੁਸੀਂ ਝੂਠ ਨਾ ਬੋਲਣ, ਸੱਚ ਬੋਲਣ ਦੀ ਗੱਲ ਛੱਡ ਦਿਓ, ਤੁਸੀਂ ਨਾਮ ਅਭਿਆਸ ਕਰੋ ਬਸ। ਇਹ ਡਿਫਰੈਂਸ ਹੈ। ਉਹ ਕਹਿੰਦੇ ਆ ਕਿ ਤੁਹਾਨੂੰ ਇੰਡੀਵਿਜੂਅਲ ਕਿਸੇ ਔਗਣ ਨਾਲ ਲੜਨ ਦੀ ਲੋੜ ਨਹੀਂ, ਤੁਸੀਂ ਕਿਹੜੀ ਦਵਾਈ ਖਾਣੀ ਹੈ। ਜਦੋਂ ਦਵਾਈ ਤੁਸੀਂ ਰੈਗੂਲਰ ਖਾਧੀ ਨਾ, ਸੰਗਤ ਦੇ ਵਿੱਚ ਬਹਿਣਾ ਵਾ ਤੇ ਉਹ ਥੋੜੀ ਕਥਾ ਸੁਣਨੀ ਆ, 1 ਘੰਟਾ ਜਦੋਂ ਵੀ ਤੁਹਾਡੇ ਕੋਲ ਟਾਈਮ ਮਿਲ ਜੇ, 30-40 ਮਿੰਟ ਸਵੇਰੇ ਤੇ 30-40 ਮਿੰਟ ਸ਼ਾਮੀ, 2 ਟਾਈਮ ਧਿਆਨ ਸਿਮਰਨ ਕਰਨਾ, ਪਰ ਤੁਸੀਂ ਬੜੇ ਤਰੀਕੇ ਦੇ ਨਾਲ ਉਸ ਗੇਮ ਚੋਂ ਬਾਹਰ ਆ ਜਾਂਦੇ। ਔਰ ਉਸ ਤੋਂ ਬਾਅਦ ਜਿਹੜੀ ਨੂੰ ਬਾਣੀ ਦੀ ਪਹਿਲੀ ਤੁਕ ਕੀ ਸਮਝਾ ਰਹੀ ਆ, ਇਹਨੂੰ ਅੰਡਰਸਟੈਂਡ ਕਰੋ। ਦੇਖੋ, ਯੁਕਤੀ ਤੋਂ ਬਿਨਾਂ ਮੁਕਤੀ ਨਹੀਂ ਹੈਗੀ। ਆਪ ਇੱਕ ਕਿਸਾਨ, ਜੋ ਕਿਸਾਨ ਐਵੇਂ ਨਹੀਂ ਝੋਨਾ ਬੀਜਿਆ ਜਾਂਦਾ, ਉਹਨੂੰ ਪਤਾ ਵਾ, ਉਹਨੂੰ ਪਤਾ ਵਿਧੀ ਦਾ ਪਤਾ, ਸੀਜ਼ਨ ਹੈ ਝੋਨੇ ਦਾ, ਸਭ ਤੋਂ ਪਹਿਲਾਂ ਉਹਨੂੰ ਵਿਧੀ ਦਾ ਪਤਾ। ਉਸਨੂੰ ਇਹ ਵੀ ਪਤਾ ਕਿ ਬੀਜ ਵੀ ਕਈ ਕਿਸਮ ਦੇ ਹੁੰਦੇ ਆ, ਔਰ ਪ੍ਰੋਪਰ ਉਹ ਬੀਜ ਖਰੀਦਦਾ, ਫਿਰ ਜ਼ਮੀਨ ਤਿਆਰ ਕਰਦਾ ਹੈ, ਹੱਲਾਂ ਚਲਾਉਂਦਾ ਹੈ, ਫਿਰ ਉਹਨੂੰ ਪਾਣੀ ਲਾਉਂਦਾ ਹੈ, ਫਿਰ ਉਹ ਲੇਬਰ ਲੱਭਦਾ ਹੈ, ਤੇ ਵਿਧੀ ਹੈ। ਆਪ ਸਮਝਦੇ ਨਾ ਮੇਰੀ ਗੱਲ? ਬਿਲਕੁਲ ਠੀਕ ਹੈ ਜੀ। ਉਹ ਫਿਰ ਉਹਦੇ ਵਿੱਚ ਉਹਨੂੰ ਫਿਰ ਵੱਡਾ ਕਰਦਾ ਫਸਲ ਨੂੰ, ਫਿਰ ਵੇਂਦਾ ਇੱਥੇ ਨਦੀਨ ਉੱਗ ਗਿਆ। ਹੁਣ ਜਿੱਦਾਂ ਆਪਣੀ ਜੀਵਨ ਚ ਨਦੀਨ ਉੱਗ ਜਾਂਦਾ ਹੈ, ਉਹ ਵੀ ਵੇਖੋ ਇਹ ਸਾਧਨਾ ਚ ਉਹਦੇ ਕੋਈ ਫਰਕ ਨਹੀਂ ਹੈਗਾ। ਹੁਣ ਇੱਥੇ ਸੰਗਤ ਕੀ ਕਰਦੀ ਆ ਕਿ ਸਾਨੂੰ ਗ੍ਰੰਥ ਕੀ ਸਮਝਾਉਂਦੇ ਆ ਕਿ ਨਦੀਨ ਕਿੱਥੋਂ, ਨਦੀਨ ਨੂੰ ਲੱਭਣਾ ਕਿੱਦਾਂ। ਕਿਉਂਕਿ ਜਦੋਂ ਵੀ ਤੁਸੀਂ ਚੰਗਿਆਈ ਨੂੰ ਬੀਜਣਾ ਹੈ ਨਾ, ਤੇ ਨਾਲ ਬੁਰਾਈ ਵੀ ਉੱਗਣੀ ਹੈ। ਇਟ ਇਜ਼ ਬਾਈ ਪ੍ਰੋਡਕਟ ਆ। ਉਹਦੇ ਚ ਇਹ ਆਪਾਂ ਨਹੀਂ ਕਹਿ ਸਕਦੇ ਕਿ ਹਾਂ ਉਹ ਸਾਰਾ ਕੁਝ ਇੱਕ ਹੋ ਜਾਏ, ਇਹ ਤਾਂ ਨਹੀਂ ਹੋ ਸਕਦਾ। ਨੈਗੇਟਿਵ ਪੋਜ਼ਿਟਿਵ ਜਿਹੜੀਆਂ ਐਨਰਜੀਆਂ ਨਾ, ਇਹ ਦੋਨੋਂ ਹੀ ਕੰਮ ਕਰਦੀਆਂ। ਕਿਉਂਕਿ ਇੱਕ ਨੂੰ ਕੱਢਤਾ ਨਾ ਤੇ ਨਾਲ ਹੀ ਦੂਜਾ ਲੱਸੀ ਹੋ ਜਾਣਾ। ਜਿੱਦਾਂ ਸਿੱਕਾ ਵੇਖਿਆ ਨਾ, ਸਿੱਕੇ ਦੇ ਦੋਨੋਂ ਤਰਫ ਹੈਡ ਤੇ ਟੇਲ ਆ, ਦੋਨੋਂ ਤਰਫ ਆ, ਉਹਦੀ ਡਿਜ਼ਾਈਨਿੰਗ ਏਦਾਂ ਕੀਤੀ। ਉਸੇ ਤਰ੍ਹਾਂ ਜਿਹੜਾ ਸਾਡਾ ਜੀਵਨ ਦੋਨੋਂ ਸ਼ਕਤੀਆਂ ਦੇ ਨਾਲ ਚੱਲਦਾ ਹੈ। ਔਰ ਕਿਸੇ ਵੀ ਤਰੀਕੇ ਨਾਲ ਉਹਨਾਂ ਕੀ ਕੀਤਾ, ਨਾ ਤੇ ਰਾਈਟ ਗਏ ਤੇ ਨਾ ਉਹ ਲੈਫਟ ਗਏ, ਉਹਨਾਂ ਨੇ ਕੀਤਾ ਕਿ ਸਹਿਜ ਵਾਲਾ ਮਾਰਗ ਲੱਭ ਲਿਆ। ਬਾਣੀ ਸਾਨੂੰ ਕੀ ਕਹਿੰਦੀ ਆ, ਨਾ ਤੂੰ ਰਾਈਟ ਜਾ ਤੇ ਨਾ ਤੂੰ ਲੈਫਟ ਜਾ, ਤੂੰ ਸੰਸਾਰ ਵੀ ਨਾ ਗ੍ਰਸਤ ਹੋ, ਤੇ ਤੂੰ ਇਹ ਵੀ ਨਾ ਹੋ ਕਿ ਸੰਸਾਰ ਛੱਡ ਕੇ ਤੂੰ ਜੰਗਲਾਂ 'ਚ ਚੱਲ ਜਾ। ਠੀਕ ਹੈ ਨਿੱਜਰ ਸਾਹਿਬ? ਹਾਂਜੀ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੇ ਬਾਣੀ ਸਾਨੂੰ ਇੱਕ ਚੀਜ਼ ਸਿਖਾਉਣਾ ਚਾਹੁੰਦੀ ਆ, ਜਿੱਥੋਂ ਤੱਕ ਮੈਂ ਸਮਝਿਆ, ਜੋ ਮੇਰੀ ਬੁੱਧੀ ਨੇ ਥੋੜਾ ਬਹੁਤ ਅੰਡਰਸਟੈਂਡ ਕੀਤਾ। ਬਾਣੀ ਕਹਿੰਦੀ ਆ ਕਿ ਚਰਨਜੀਤ ਤੂੰ ਇੱਕ ਬੈਲੈਂਸ ਲਾਈਫ ਬਤੀਤ ਕਰ, ਤੂੰ ਸਾਈਡ ਨਾ ਲੈ। ਤੂੰ ਸਾਈਡ ਲੈ ਲੇਗਾ ਫਿਰ ਤੂੰ ਵਨ ਸਾਈਡ ਹੋ ਗਿਆ। ਤੂੰ ਇੱਕਦਮ ਸੈਂਟਰ 'ਚ ਰੱਖ ਆਪਣੇ ਆਪ, ਨਾ ਉਧਰ ਤੇ ਨਾ ਉਧਰ। ਜਿੱਦਾਂ ਇੱਕ ਰੱਸੀ ਤੇ ਬੰਦਾ ਤੁਰਦਾ ਨਾ, ਵੇਖਿਆ ਨਾ ਰੱਸੀ ਤੇ ਬੰਦਾ ਤੁਰਦਾ, ਉਹਦੇ ਇੱਕ ਹੱਥ 'ਚ ਡੰਡਾ ਹੁੰਦਾ, ਉਹ ਡੰਡੇ ਦੇ ਨਾਲ ਆਪਣਾ ਬੈਲੈਂਸ ਕਰਦਾ। ਬਾਣੀ ਇਹ ਕਹਿੰਦੀ ਆ ਜਦੋਂ ਤੂੰ ਬੈਲੈਂਸ ਕਰਕੇ ਚੱਲੇਗਾ ਨਾ, ਤੇ ਇਹ ਤੈਨੂੰ ਜਿਹੜਾ ਥੱਲੇ ਭਵਸਾ ਕਰੇ ਤੈਨੂੰ ਕੁਛ ਨਹੀਂ ਕਹੂਗਾ, ਤੂੰ ਡਿੱਗਣਾ ਹੀ ਨਹੀਂ। ਪਰ ਬਾਣੀ ਇਹ ਕਹਿੰਦੀ ਆ ਕਿ ਉਹ ਬੈਲੈਂਸ ਨਹੀਂ ਤੂੰ ਖਰਾਬ ਕਰਨ ਦੇਣਾ, ਆਪਣੇ ਜੀਵਨ ਦਾ ਬੈਲੈਂਸ। ਤੂੰ ਕੱਲਾ ਖੱਬੇ ਬੰਨੇ ਨਾ ਤੁਰਿਆ ਜਾ, ਕਿਉਂਕਿ ਹੁਣ ਕੱਲੀ ਭਗਤੀ ਕਰੀ ਜਾਓਗੇ, ਭਗਤੀ ਵੀ ਕਰੀ ਜਾਓਗੇ, ਤੇ ਰੋਟੀ ਪਾਣੀ ਕਿੱਥੋਂ ਹੋਣਾ? ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਬੈਲੈਂਸ ਦਾ ਮੇਰਾ ਮਤਲਬ ਸਮਝਦੇ ਨਾ ਆਪਾਂ। ਸੰਸਾਰ ਨਿੱਕੇ ਨਿੱਕੇ ਬੱਚੇ ਆਪਾਂ ਛੱਡ ਕੇ ਨਾ ਛੱਡ ਦਈਏ, ਤੇ ਇਹ ਤੇ ਫਿਰ ਇਹਨਾਂ ਵਿਚਾਰਿਆਂ ਨੂੰ ਦੁੱਖ ਚ ਪਾਤਾ ਆਪਾਂ। ਹੁਣ ਜਾਨਵਰ ਵੀ ਤੇ ਆਪਣਾ ਫਰਜ਼ ਨਿਭਾਉਣੀ ਦੇ, ਵੇਖੋ ਵੀ ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਮਰੱਬੇ ਸਾਂਭਣੇ, ਪਰ ਉਹ ਵੀ ਆਪਣਾ ਇੱਕ ਫਰਜ਼ ਨਿਭਾਉਂਦੇ ਆ। ਆਪਾਂ ਬਸ ਬੱਚੇ ਵੱਡੇ ਹੋ ਕੇ ਤੇ ਉੱਡ ਗਏ, ਉਹ ਫਿਰ ਜ਼ਿਆਦਾ ਜੰਜਾਲ ਨਹੀਂ ਪਾਉਂਦੇ। ਇਹ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਹੈ। ਹੁਣ ਪਹਿਲੀ ਤੁਕ ਬੋਲੋ ਜੀ, ਪਹਿਲੀ ਤੁਕ ਚ ਇਹ ਪਹਿਲੀ ਬੋਲੋ ਇੱਕ ਤੁਕ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ। ਹਾਂਜੀ ਬਿਲਕੁਲ ਸਹੀ। ਹਾਂਜੀ, ਥੋੜੀ ਵਿਆਖਿਆ ਕਰ ਦਿਓ, ਫਿਰ ਮੈਂ ਨਾਲ ਹੀ ਕਰ।
ਹਾਂਜੀ ਹਾਂਜੀ, ਉਹ ਕਹਿੰਦੇ ਮਹਾਰਾਜ ਕਹਿ ਰਹੇ, ਕਹਿੰਦੇ ਕਿ ਦੇਖ ਸਤਿਗੁਰੂ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ ਆ, ਜਿਹੜੇ ਬ੍ਰਹਮ ਗਿਆਨੀਆਂ ਦਾ ਰਸਤਾ ਹੈਗਾ, ਉਸ ਤੇ ਚੱਲੇ ਬਗੈਰ ਜਿਹੜਾ ਸੁੱਖ ਨਹੀਂ ਮਿਲ ਸਕਦਾ ਤੈਨੂੰ। ਤੂੰ ਜਿਹੜਾ ਇਹ ਕਾਮ ਕ੍ਰੋਧ ਲੋਭ ਹੰਕਾਰ, ਇਹ ਵਾਇਸਸ ਜਿਹੜੇ ਹੈਗੇ ਆ, ਇਹ ਪਾਏ ਹੋਏ ਆ ਮਾਲਕ ਨੇ, ਜਿਹੜੇ ਅਵਗੁਣ ਪਾਏ ਆ, ਇਹ ਮੋਹ ਠਗੋਲੀ ਜਿਹੜੀ ਪਾਈ ਹੋਈ ਆ, ਦੂਜੇ ਪਾਏ ਜਿਹੜੇ ਵਿਸ਼ੇ ਵਿਕਾਰ ਪਾਏ ਹੋਏ ਆ। ਅਗਲੀ ਲਾਈਨ ਦੇ ਵਿੱਚ ਦੱਸ ਰਹੇ ਮਹਾਰਾਜ ਕਿ ਕੀ ਕੀਤਾ ਹੈ ਮਾਲਕ ਨੇ। ਕਹਿੰਦੇ ਮਾਲਕ ਨੇ ਪਰਪਸਲੀ ਪਾਇਆ ਹੋਇਆ ਹੈ ਤੇ ਇਸ ਚੋਂ ਨਿਕਲਣ ਦਾ ਰਸਤਾ ਮਾਲਕ ਨੇ ਇੱਕੋ ਹੀ ਰੱਖਿਆ ਹੋਇਆ ਹੈ। ਕਿਸੇ ਤੂੰ ਕਾਮ ਦੇ ਨਾਲ, ਕ੍ਰੋਧ ਦੇ ਨਾਲ, ਲੋਭ ਦੇ ਨਾਲ, ਮੋਹ ਦੇ ਨਾਲ ਇੰਡੀਵਿਜੂਅਲ ਲੜਾਈ ਕਰੇਗਾ ਤੇ ਨਹੀਂ ਜਿੱਤ ਪਾਏਗਾ ਪਿਆਰਿਆ। ਉਹ ਮਾਲਕ ਕਹਿੰਦਾ ਦਵਾਈ ਮੈਂ ਰੱਖੀ ਹੋਈ ਆ ਭਾਈ, ਧਿਆਨ ਸਿਮਰਨ ਦੀ ਦਵਾਈ ਰੱਖੀ ਹੋਈ ਆ, ਉਹਨੂੰ ਖਾ ਲਾ ਸਵੇਰੇ ਸ਼ਾਮ। ਜਿਹੜੇ ਦਵਾਈ ਖਾ ਲਿਆ ਕਰ, ਦੇਖ ਤੇਰਾ ਬਿਲਕੁਲ ਇਹ ਪਿੱਛਾ ਛੱਡ ਜਾਣਗੇ, ਤੇਰੇ ਹੱਥ ਬੰਨ ਕੇ ਬਹਿ ਜਾਣਗੇ ਤੇਰੇ ਮੰਜੇ ਦੇ ਦੁਆਲੇ ਵੀ ਦੱਸ ਸਾਨੂੰ ਅਸੀਂ ਕੀ ਕਰਨਾ ਹੁਣ, ਆ ਬੈਠੇ ਆ ਅਸੀਂ ਤੇਰੇ ਆਰਡਰ ਦੀ ਉਡੀਕ ਕਰ ਰਹੇ ਆ ਅਸੀਂ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮੇ ਵਾਰੋ ਵਾਰ, ਮੋਹ ਠਗੋਲੀ ਪਾਈਨ ਬਹੁਤ ਦੂਜੇ ਪਾਏ ਵਿਕਾਰ। ਹਾਂਜੀ ਗੁਰੂ ਜੀ। ਹਾਂਜੀ ਬਿਲਕੁਲ ਠੀਕ ਹੈ। ਪਹਿਲੇ ਦੂਜੀ ਤੁਕ ਦੇ ਵਿੱਚ ਬਾਣੀ ਚ ਆਪਾਂ ਨੂੰ ਗੁਰੂ ਜੀ ਇਹ ਸਮਝਾਉਣਾ ਕਰਦੇ ਨੇ, ਮੋਹ। ਹਾਂ, ਮੋਹ ਉੱਤੇ ਠਗੋਲੀ ਕਿਹਾ ਹੈ। ਹਾਂ, ਠਗੋਲੀ ਮਤਲਬ ਠੱਗ ਬੂਟੀ, ਬਿਲਕੁਲ ਭਰਮ। ਦਿਖਦਾ ਨਹੀਂ ਆ ਪਰ ਲੱਗਦਾ ਉਹ ਸੱਚ। ਹੁਣ ਤੁਸੀਂ ਵੇਖੋ, ਇੱਕ ਜਸਟ ਮੈਂ ਤੁਹਾਨੂੰ ਹੋਰ ਇੱਕ ਬਰੀਕ ਥੋੜਾ ਆਪਾਂ ਪੁਆਇੰਟ ਕਰਦੇ ਹਾਂ। ਆਪਾਂ ਵੇਖਿਆ, ਆਪਾਂ ਫਿਲਮ ਹਾਲ ਚ ਜਾਂਦੇ ਆ, ਮੈਂ ਵੀ ਵੇਖਣਾ ਫਿਲਮਾਂ, ਵੇਖਣਾ ਜਾ ਕੇ ਫਿਲਮਾਂ। ਕਈ ਵਾਰੀ ਨਿੱਜਰ ਸਾਹਿਬ ਸੀਰੀਅਸ ਸੀਨ ਚੱਲੇ ਆ ਤੇ ਲੋਕਾਂ ਦੀ ਅੱਖਾਂ 'ਚ ਅੱਥਰੂ ਆ ਜਾਂਦੇ ਆ। ਉੱਥੇ ਪਤਾ ਕੀ ਹੁੰਦਾ ਵਾ, ਉੱਥੇ ਜਿਹੜਾ ਬੰਦਾ ਵੇਖਣ ਵਾਲਾ ਹੁੰਦਾ ਨਾ, ਜਿਹੜਾ ਦ੍ਰਿਸ਼ਟਾ ਵਾ, ਉਹ ਇੰਨਾ ਜ਼ਿਆਦਾ ਕਰੈਕਟਰ 'ਚ ਗਵਾਚ ਜਾਂਦਾ, ਉਹ ਆਪਣੇ ਆਪ ਨੂੰ ਉੱਥੇ ਲੈ ਜਾਂਦਾ ਵਾ ਔਰ ਉਹ ਭੁੱਲ ਹੀ ਜਾਂਦਾ ਕਿ ਮੈਂ ਇੱਥੇ ਬੈਠਾ। ਦੇਖੋ ਇਹਨੂੰ ਸੰਮੋਹਨ ਕਹਿੰਦੇ ਨੇ, ਇਹਨੂੰ ਸੰਮੋਹਨ ਹੋ ਜਾਂਦਾ ਬੰਦਾ। ਇਹ ਤੇ ਤੁਹਾਨੂੰ ਤੇ ਪਤਾ ਹੀ, ਉਹ ਤੇ ਸਾਰੇ ਹੁਣ ਆਪਣੇ 'ਚ ਰਾਜਵੀਰ ਹੈਗੀ ਆ, ਕਮੇਡੀਅਨ ਆ, ਇੱਕ ਆਰਟਿਸਟ ਹੈਗੇ, ਇਹਨਾਂ ਨੂੰ ਤੇ ਪਤਾ ਇਹ ਐਕਟਿੰਗ ਕਰਦੇ ਨੇ, ਐਕਟਿੰਗ ਦੇ ਪੈਸੇ ਮਿਲਦੇ ਨੇ, ਰੋਂਦੇ ਵੀ ਨੇ, ਹੱਸਦੇ ਵੀ ਨੇ। ਪਰ ਉਹ ਇਹਨਾਂ ਦੇ ਨਾਲ ਸਾਡਾ ਰੋਣ ਦਾ ਕਾਰਨ ਕੀ ਆ? ਕਿਉਂਕਿ ਉਹ ਇਮੋਸ਼ਨਲ ਸੀਨ ਨੂੰ ਅਸੀਂ ਸੱਚ ਸਮਝ ਲਿਆ। ਤੁਸੀਂ 10-15 ਮਿੰਟ 20 ਮਿੰਟ ਲਗਾਤਾਰ ਸੀਨ ਨੂੰ ਵੇਖਿਆ, ਮਗਰ ਆ ਸੀਨ ਆ ਗਿਆ ਕਿਉਂਕਿ ਤੁਹਾਡੇ ਮਗਰ ਤੁਹਾਡਾ ਹੁਣ ਤੁਸੀਂ ਵੇਖੋਗੇ, ਤੁਸੀਂ ਇਹ ਫਿਲਮ ਦੇ ਵਿੱਚ ਵੇਖਿਆ ਖਾਸ ਕਰਕੇ ਚੀਜ਼ ਦੀ ਵਰਤੋਂ ਕਰਦੇ ਆ। ਪਹਿਲਾਂ ਗੁੰਡਾ ਕੀ ਕਰਦਾ ਕਿ ਹੀਰੋ ਦੇ ਮਾਂ ਪਿਓ ਨੂੰ ਬੜਾ ਟੌਰਚਰ ਕਰਦਾ, ਉਹਦੀ ਭੈਣ ਨੂੰ ਉਹਦੀ ਇੱਜ਼ਤ ਲਾਉਣ ਨੂੰ ਫਿਰਦਾ। ਫਿਰ ਜਿਹੜੇ ਲੋਕ ਵਹਿੰਦੇ ਆ ਨਾ, ਉਹ ਲੋਕ ਚਾਹੁੰਦੇ ਕਿ ਕਿਸੇ ਤਰੀਕੇ ਨਾਲ ਹੁਣ ਹੀਰੋ ਕੀ ਕਰੇ, ਗੁੰਡੇ ਨੂੰ ਕੁੱਟੇ। ਤੁਸੀਂ ਵੇਖੋਗੇ ਔਰ ਉੱਥੇ ਬੈਠੇ ਬੈਠੇ ਲੋਕੀ ਸੱਜੇ ਖੱਬੇ ਵੀ ਹੁੰਦੇ ਆ, ਜਿੱਦਾਂ ਉਹ ਖੁਦ ਲੜਦੇ ਪਏ ਉੱਥੇ। ਇਹ ਚੀਜ਼ ਸਾਡੀ ਸਾਈਕੋਲੋਜੀਕਲੀ ਅਸੀਂ ਸੰਮੋਹਨ ਹੋ ਜਾਂਦੇ ਹਾਂ ਔਰ ਅਸੀਂ ਉਹ ਚੀਜ਼ ਨੂੰ ਸੱਚ ਸਮਝ ਲੈਂਦੇ ਹਾਂ ਔਰ ਉਹਦੇ ਹਿਸਾਬ ਨਾਲ ਹੀ ਉੱਥੇ ਮੂਵਮੈਂਟ ਕਰਦੇ ਹਾਂ। ਉੱਥੇ ਰੋਣਾ ਵੀ ਆ ਸਕਦਾ ਵਾ, ਹੱਸਣਾ ਵੀ ਆ ਸਕਦਾ। ਹੁਣ ਇੱਥੇ ਬਾਣੀ ਕੀ ਕਹਿ ਰਹੀ ਆ, ਉਹ ਇੱਕ ਨਕਲੀ ਆ, ਅਸੀਂ ਨਾ ਪ੍ਰਭਾਵਿਤ ਹੋ ਰਹੇ ਹਾਂ ਤੇ ਜਿਹੜਾ ਅਸਲੀ ਅਸੀਂ ਘਰ ਬਾਹਰ ਚ ਬੈਠੇ ਆ, ਉਹ ਮਾਇਆ ਉਹ ਤੇ ਇੱਕ ਫਿਲਮ ਆ। ਅਸੀਂ ਇੰਨੇ ਉੱਥੇ ਭਾਵਿਕ ਹੋ ਗਏ ਆ, ਜਿਹੜੇ ਸਾਡੇ ਢਿੱਡ ਚੋਂ ਬੱਚਾ ਪੈਦਾ ਹੋ ਜਾਂਦਾ ਜਾਂ ਬੱਚੀ ਪੈਦਾ ਹੋ ਜਾਂਦੀ ਆ, ਜਾਂ ਮੇਰਾ ਜੀਵਨ ਸਾਥੀ ਜਾਂ ਮੇਰੇ ਮਾਂ ਪਿਓ, ਇੱਥੇ ਮਾਇਆ ਦਾ ਕਿੰਨਾ ਪ੍ਰਚੰਡ ਅਸਰ ਹੈ। ਦੱਸੋ, ਇਹ ਜਸਟ ਸੋਚੋ, ਇਮੇਜਿਨ ਕਰੋ ਆਪ ਕਿੰਨਾ ਅਸਰ ਆ। ਔਰ ਇੱਥੇ ਬੰਦੇ ਨੂੰ ਕਹਿੰਦਾ ਕਿ ਬੰਦਾ ਤਾਈਂ ਤੇ ਡੁੱਬ ਜਾਂਦਾ ਹੈ। ਬੰਦਾ ਐਸੇ ਕਰਮ ਕਰਦਾ ਹੈ, ਬੰਦਾ ਇਹ ਨਹੀਂ ਸੋਚਦਾ ਕਿ ਮੈਂ ਕਰਮ ਕਿਉਂ ਕਰ ਰਿਹਾ। ਉਹ ਆਰਟਿਸਟ ਨੂੰ, ਗੁਰਕੀ ਸਾਹਿਬ, ਆਰਟਿਸਟ ਨੂੰ ਸਲਾਮ ਹੈਗਾ ਜਿਹਨੇ ਝੂਠ ਨੂੰ ਸੱਚ ਤੋਂ ਉੱਪਰ ਦੀ ਕਰਕੇ ਪੇਸ਼ ਕੀਤਾ ਹੋਇਆ। ਮੈਂ ਤਾਂ ਕਹਿੰਦਾ ਆਰਟਿਸਟ ਨੂੰ ਸਲਾਮ ਹੈ। ਹਾਂ ਵੀ ਦੇਖੋ, ਆਰਟਿਸਟ ਤੇ ਉਹੀ ਆ ਕਿ ਉਹਨਾਂ ਨੇ ਉਹ ਨਿੱਜਰ ਸਾਹਿਬ ਉਹਨਾਂ ਨੇ ਕੀਤਾ ਕਿ ਉਹਨੂੰ ਪਰਫਾਰਮ ਏਦਾਂ ਦਾ ਕਰ ਦਿੰਦੇ, ਅਗਲੇ ਨੂੰ ਉਹਨੂੰ ਕਰੈਕਟਰ ਨੂੰ ਏਦਾਂ ਦਾ ਡਿਸਪਲੇ ਕਰ ਦਿੰਦੇ ਆ, ਉਹ ਐਸਾ ਕਰ ਦਿੰਦੇ ਤੇ ਵੇਖਣ ਵਾਲਾ ਭਾਵੁਕ ਹੋ ਜਾਂਦਾ। ਨਹੀਂ, ਮੈਂ ਤਾਂ ਇਸ ਆਰਟਿਸਟ ਨੂੰ ਕਹਿ ਰਿਹਾ ਜੀ, ਪਰਮਾਤਮਾ ਨੂੰ, ਕਿ ਉਹਨੇ ਜਿਹੜਾ ਹੈ ਸੱਚ ਨੂੰ ਝੂਠ ਨੂੰ ਐਸਾ ਪੇਸ਼ ਕੀਤਾ ਹੈ, ਸੱਚ ਵਾਂਗੂ, ਜਿਹੜਾ ਸੱਚ ਤੋਂ ਉੱਪਰ ਦੀ ਕੀਤਾ ਹੋਇਆ ਉਹਨੇ, ਕਿ ਆਪਾਂ ਜਿਹੜੇ ਦੇਖ ਲਓ ਸਾਰੇ ਜਿਹੜੇ ਹੈਗੇ ਸਮੋਹਿਤ ਹੋਈ ਜਾ ਰਹੇ ਠੱਗ ਬੂਟੀ ਦੇ ਨਾਲ। ਹਾਂ ਨਿੱਜਰ ਸਾਹਿਬ, ਖਾਸ ਕਰਕੇ ਮੈਂ ਵੇਖਣਿਆ ਵਾ, ਜਿੱਥੋਂ ਤੱਕ ਜਦੋਂ ਮੇਰਾ ਆਪਣਾ ਛੋਟਾ ਜਿਹਾ ਚਿੰਤਨ ਹੈ, ਮੈਂ ਛੋਟਾ ਜਿਹਾ ਮੇਰਾ ਆਪਣਾ ਦ੍ਰਿਸ਼ਟੀਕੋਣ ਹੈ, ਮੈਂ ਮਹਿਸੂਸ ਕਰਦਾ ਖਾਸ ਕਰਕੇ ਪ੍ਰਮਾਤਮਾ ਨੇ ਜਿਹੜਾ ਬੰਦਾ ਨਾ, ਉਹਨੂੰ ਡਿਜ਼ਾਈਨਿੰਗ ਏਦਾਂ ਦੀ ਕੀਤੀ ਆ ਕਿ 10-15 ਸਾਲ ਇਹਨੂੰ ਮਾਂ ਪਿਓ ਨਾਲ ਰਹਿਣਾ ਹੀ ਪਵੇ ਪਰਪਸਲੀ। ਮੋਹ ਪੈ ਜਾਏਗਾ। ਹਾਂ, ਬਹੁਤ ਵਧੀਆ ਜੀ, ਬਹੁਤ ਵਧੀਆ। ਜਾਨਵਰਾਂ ਚ ਗੱਲਬਾਤ ਨਹੀਂ ਹੈਗੀ, ਉਹ ਤਾਂ ਉਧਰ ਤੁਰ ਪੈਂਦਾ ਵਾ, ਉਹ ਤਾਂ ਭੱਜ ਜਾਂਦੇ ਹੋ ਗਏ, ਪੈਦਾ ਹੁੰਦੇ ਸਾਰ ਤੁਰ ਪੈਂਦੇ ਹੋ।
ਇਹ ਮੈਂ ਸੋਚਦਾ ਵਾਂ ਕਿ ਇਹ ਟੈਕਨੀਕਲੀ ਮਾਇਆ ਜੋ ਵੀ ਆ ਸ੍ਰਿਸ਼ਟੀ ਰਚੀ ਆ ਉਹ ਬੜੀ ਬਰੀਕ ਨਾਲ ਸੋਚਿਆ ਗਿਆ ਹੈ ਕਿ ਤੁਸੀਂ ਇੱਕ ਜਸਟ ਮੇਰੀ ਥੋੜੀ ਹੋਰ ਡੀਪ ਜਾਣੇ ਆਪਾਂ। ਤੁਸੀਂ ਘਰੇ ਕੁੱਤਾ ਲੈ ਆਓ, ਹੁਣੇ ਆ ਕੇ ਤੁਨੇ ਭੱਜ ਗਿਆ, ਤੁਹਾਨੂੰ ਮਾਸਾ ਟੈਨਸ਼ਨ ਨਹੀਂ ਹੈਗੀ ਉਹ ਕਿਹੜਾ ਹੈ ਕੁੱਤਾ ਹੀ ਭੱਜ ਗਿਆ, ਸਾਨੂੰ ਕੀ ਲੈਣਾ ਦੇਣਾ। ਪਰ ਇੱਕ ਕੁੱਤਾ ਤੁਸੀਂ 3-4 ਸਾਲ ਘਰੇ ਰੱਖਿਆ ਹੋਵੇ, ਫਿਰ ਉਹ ਗੁੰਮ ਹੋ ਜੇ, ਫਿਰ ਤੁਸੀਂ ਵੇਖੋ ਆਪਣੀ ਸ਼ਕਲ, ਕਿਉਂਕਿ ਮੋਹ ਪੈਦਾ ਹੋ ਗਿਆ, ਉਹ ਤੁਹਾਡੇ ਜੀਵਨ ਦਾ ਹਿੱਸਾ ਬਣ ਗਿਆ। ਔਰ ਇੱਕ ਜਿਹੜਾ ਬੱਚਾ ਤੁਸੀਂ 13-14 ਸਾਲ ਆਪਣੇ ਨਾਲ ਪਾਲਿਆ ਰੱਖਿਆ ਵਾ, ਉਹ ਵੇਖੋ ਫਿਰ ਉਹ ਕਿੰਨੀ ਅਟੈਚਮੈਂਟ ਹੋ ਜਾਣੀ ਤੁਹਾਡੀ ਉਹ। ਤੇ ਉਹਦੇ ਵਿੱਚ ਹੀ ਬਾਣੀ ਸਾਨੂੰ ਸਮਝਾਉਂਦੀ ਆ, ਤਾਂਹੀਓ ਤੇ ਬਾਣੀ ਕਹਿੰਦੀ ਆ ਕਿ ਇਹ ਸੰਸਾਰ ਜਿਹੜਾ ਹੈਗਾ ਨਾ, ਇਹ ਸੰਸਾਰ ਤੇ ਮਾਇਆ ਹੈ, ਤੂੰ ਕੇਵਲ ਆਪਣਾ ਫਰਜ਼ ਨਿਭਾਏਗਾ ਤੇ ਤੈਨੂੰ ਭਵਸਾਗਰ ਕੁਛ ਨਹੀਂ ਕਹਿੰਦਾ। ਪਰ ਜੇ ਤੂੰ ਅੰਨਾ ਹੋ ਜਾਏਗਾ ਤੇ ਫਿਰ ਜਿਹੜਾ ਤੇਰਾ ਮਨ ਆ ਉਹਨੇ ਕਾਲਾ ਹੋ ਜਾਣਾ। ਉਹ ਤੇਰੇ ਕਰਮ ਤੇਰੀ ਜ਼ਿੰਮੇਵਾਰੀ ਆ, ਕਿਸੇ ਨੇ ਉਹਨੇ ਰਿਸਪੌਂਸਿਬਿਲਿਟੀ ਲੈਣੀ ਨਹੀਂ। ਹਾਂਜੀ ਨਿੱਜਰ ਸਾਹਿਬ ਦੁੱਖ ਹੋ ਗਿਆ ਜੀ। ਤੇ ਜੇ ਆਪਾਂ ਕਹਿੰਦੇ ਜੇ ਆਪਾਂ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦੇ ਹਾਂ, ਬਿਨ ਸਤਿਗੁਰ ਸੇਵੇ ਗੁਰ ਸੁਖ ਨਹੀਂ, ਇਹ ਤਾਂ ਪਰਮਾਤਮਾ ਨੂੰ ਸੇਵਿਆ। ਬਿਲਕੁਲ, ਜੋ ਗੁਰੂ ਸਤਿਗੁਰੂ ਰਾਹ ਦੱਸ ਰਹੇ ਆ, ਸਤਿਗੁਰੂ ਉਸ ਰਸਤੇ ਤੇ ਤੁਰ ਕੇ ਧਿਆਨ ਸਿਮਰਨ ਕੀਤੇ ਬਗੈਰ ਸੁੱਖ ਨਹੀਂ ਹੈ। ਹੋਰ ਕਿਸੇ ਚੀਜ਼ 'ਚ ਸੁੱਖ ਨਹੀਂ ਆ। ਇਹ ਮੋਹ ਤੋਂ ਨਿਕਲਣ ਦਾ ਕੋਈ ਹੋਰ ਜਰੀਆ ਹੀ ਨਹੀਂ ਹੈਗਾ। ਹਾਂ, ਉਹ ਪਤਾ ਕਿਉਂ ਕਹਿੰਦੇ ਮਰ ਜੰਮੇ ਵਾਰੋ ਵਾਰ, ਮਤਲਬ ਇਹ ਹੁੰਦਾ ਵਾ ਕਿ ਤੁਹਾਡਾ ਜਿਹੜਾ ਮਨ ਆ, ਜਿੰਨਾ ਚਿਰ ਤੱਕ ਮਨ ਹੈਗਾ ਨਾ, ਉਹਨਾਂ ਚਿਰ ਤੱਕ ਤੁਹਾਨੂੰ ਵਾਪਸ ਆਉਣਾ ਪਊਗਾ। ਇੱਕ ਸਿੰਪਲ ਜੀ ਆਪ ਸਮਝ ਲਓ, ਜਿਹੜਾ ਮਨ ਆ ਤੁਹਾਡਾ, ਇਟ ਮੀਨ ਯੂ ਹੈਵ ਟੂ ਕਮ ਬੈਕ। ਜਦ ਤੱਕ ਮਨ ਹੈਗਾ, ਜਦੋਂ ਅਣਮਣੀ ਅਵਸਥਾ ਹੋ ਗਈ ਫਿਰ ਤੁਸੀਂ ਮੁਕਤ ਹੋ ਗਏ। ਔਰ ਅਣਮਣੀ ਅਵਸਥਾ ਹੋ ਜੂਗੀ ਕਿਉਂਕਿ ਉੱਥੇ ਸਾਧਨਾ ਨਹੀਂ ਹੋਣੀ ਆ, ਗੱਲਾਂ ਨਾਲ ਨਹੀਂ ਹੋਣੀਆਂ, ਉਹਦੇ ਨਾਲ ਪ੍ਰੈਕਟੀਕਲ ਆ ਕਰਮ ਤੇ ਗਿਆਨ। ਇੱਕ ਨਿੱਜਰ ਸਾਹਿਬ ਹੋਰ ਕਿਹੜਾ ਸੀ? ਧਿਆਨ। ਇਹ ਤਿੰਨਾਂ ਦਾ ਬੈਲੈਂਸਿੰਗ ਕਰਾਂਗੇ, ਫਿਰ ਉਹ ਕੀ ਹੋਊਗਾ ਕਿ ਉਹਦਾ ਮਨ ਹੌਲੀ 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 ਕਰਕੇ ਉਹ ਸ਼ਾਂਤ ਹੋ ਜਾਊਗਾ। ਕਿਉਂਕਿ ਮਨ ਕੁਛ ਨਹੀਂ ਹੈਗਾ, ਮਨ ਇੱਕ ਫਾਲਸ ਆਇਡੈਂਟੀਟੀ ਸਾਡੇ ਅੰਦਰ ਜਨਰੇਟ ਹੋ ਗਈ ਹੈ। ਜਿੱਦਾਂ ਆਪਾਂ, ਮੈਂ ਚਰਨਜੀਤ ਤੇ ਮੈਂ ਆਪਣੇ ਆਪ ਨੂੰ ਨਿੱਜਰ ਸਾਹਿਬ ਸਮਝਣ ਡਿਆ ਪਾਂ। ਨਿੱਜਰ ਸਾਹਿਬ ਦਾ ਕਰੈਕਟਰ ਜਿਹੜਾ ਮੈਂ ਕਾਪੀ ਕਰ ਰਿਹਾ ਉਹ ਨਕਲੀ ਹੈ, ਔਰ ਮੇਰਾ ਜਿਹੜਾ ਅਸਲੀ ਕਰੈਕਟਰ ਕੀ ਹੈ, ਚਰਨਜੀਤ ਹੈ। ਇਹੋ ਹੀ ਆ ਹੋਇਆ ਕਿ ਜਿਹੜਾ ਮਨ ਹੈ, ਮਨ ਕੀ ਹੋ ਗਿਆ, ਮਨ ਨੂੰ ਗਿਆਨ ਨਹੀਂ ਸੀ ਉਦੋਂ। ਇੱਕ ਕੁੜੀ ਨੇ ਪਹਿਲਾਂ ਵੀ ਸਵਾਲ ਕੀਤਾ ਸੀ, ਕਹਿੰਦੀ ਕਿ ਜੇ ਆਪਾਂ ਨਿੱਜ ਘਰ 'ਚ ਸੀ ਤੇ ਆਪਾਂ ਮੰਨ ਲਓ ਹੁਣ ਇੱਥੇ ਭੌਤਿਕ ਜਗਤ 'ਚ ਆ ਗਏ ਆ, ਤੇ ਕੀ ਗਰੰਟੀ ਆ ਕਿ ਅਸੀਂ ਫਿਰ ਨਿੱਜ ਘਰ ਜਾ ਕੇ ਫਿਰ ਥੱਲੇ ਨਹੀਂ ਡਿੱਗਾਂਗੇ। ਉਹਦਾ ਕਾਰਨ ਇਹੋ ਹੀ ਆ ਕਿ ਜਦੋਂ ਵੀ ਆਪਾਂ ਨੂੰ ਹੋਸ਼ ਹੀ ਨਹੀਂ ਸੀ, ਉਦੋਂ ਪਤਾ ਨਹੀਂ ਲੱਗਾ ਕਿ ਸਾਡੇ ਕੋਲ ਏਡੀ ਮਹਿੰਗੀ ਚੀਜ਼ ਹੈ। ਔਰ ਕਾਫੀ ਲੰਮਾ ਪ੍ਰੋਸੈਸ ਆ, ਔਰ ਸਲੋਲੀ ਕਰਕੇ ਆਪਾਂ ਕੀ ਹੋ ਗਏ, ਆਪਾਂ ਡੀਗ੍ਰੇਡ ਹੋ ਗਏ। ਹੁਣ ਤੁਸੀਂ ਦੇਖ ਲਓ, ਤੁਸੀਂ ਕੋਈ ਵੀ ਕੰਮ ਅੱਜ ਕਰਦੇ ਜੋ, ਜੇ ਤੁਸੀਂ 10-15 ਸਾਲ ਕਰੋਗੇ ਤੇ ਤੁਹਾਡੇ ਕੰਮ ਕਰਨ ਦਾ ਬਹੁਤ ਸਟਾਈਲ ਫਰਕ ਪੈ ਜਾਊਗਾ। ਕਾਫੀ ਚੀਜ਼ਾਂ ਤੁਸੀਂ ਨਹੀਂ ਕਰੋਗੇ, ਸ਼ਾਰਟਕਟ ਮਾਰ ਲਓਗੇ। ਇਸੇ ਹੀ ਤਰ੍ਹਾਂ ਬੰਦਾ ਕੀ ਕਰਦਾ ਕਿ ਆਪਣੇ ਜੀਵਨ ਦਾ ਲੈਵਲ ਘੱਟ ਕਰਦਾ ਗਿਆ, ਤੇ ਇੱਕ ਸਮਾਂ ਆ ਗਿਆ ਤਾਂ ਅਸੀਂ ਉਸ ਅਵਸਥਾ ਤੋਂ ਬਹੁਤ ਦੂਰ ਆ ਗਏ। ਤੇ ਹੁਣ ਇਹ ਕਹਿੰਦੇ ਕਿ ਜੇ ਆਪਾਂ ਮਨ ਨੂੰ ਖਤਮ ਨਹੀਂ ਕਰਦੇ ਧਿਆਨ ਸਿਮਰਨ ਦੇ ਰਾਹੀਂ, ਫਿਰ ਕਹਿੰਦੇ ਮਰ ਜੰਮੇ ਵਾਰੋ ਵਾਰ, ਮਤਲਬ ਕਿ ਇਹ ਸਿਲਸਿਲਾ ਬੰਦ ਨਹੀਂ ਹੋ ਸਕਦਾ। ਹਾਂਜੀ ਨਿੱਜਰ ਸਾਹਿਬ। ਹਾਂਜੀ। ਔਰ ਤੁਹਾਨੂੰ ਪਤਾ ਹੈ ਕਿ ਬਾਰ-ਬਾਰ ਜੰਮਣ ਲੈਣ 'ਚ ਕੋਈ ਸੁੱਖ ਤੇ ਹੈ ਨਹੀਂ। ਬੁਢਾਪਾ ਤੇ ਵੇਖੋ ਨਾ ਕਿੱਡਾ ਖਤਰਨਾਕ ਜਿਹਾ ਹੁੰਦਾ, ਉਹਦੇ ਵਿੱਚ ਕਹਿੰਦਾ ਕਿ ਉਹਦੀਆਂ ਕਈ ਮਜਬੂਰੀਆਂ ਹੁੰਦੀਆਂ। ਔਰ ਉਹ ਇਹ ਥੋੜੀ ਕਿ ਇੱਕ ਵਾਰੀ ਆਪਾਂ ਮਰ ਕੇ ਜੰਮ ਕੇ ਤੇ ਗੱਲ ਖਤਮ ਹੋ ਜਾਂਦੀ ਹੈ। ਬੰਦੇ ਦਾ ਜਦੋਂ ਆਪਾਂ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦੇ ਹਾਂ ਨਾ, ਤੇ ਇੱਕ ਦਿਨ ਹੀ ਜਿਹੜਾ ਨਾ ਜੀਣਾ ਔਖਾ ਹੋ ਜਾਂਦਾ ਬੰਦੇ ਦਾ। ਇਸ ਕਰਕੇ ਇਹ ਗੁਰੂਆਂ ਨੇ ਜਿਹਨੂੰ ਲੱਭਿਆ ਸੀ ਉਹੀ ਸਾਨੂੰ ਦੱਸ ਕੇ ਗਏ ਆ ਕਿ ਤੁਸੀਂ ਨਾ ਮਾਰਗ ਤੋਂ ਭਟਕ ਨਾ ਜਾਇਓ। ਉਹ ਫਿਰ ਲਿਖਤਾਂ ਸਾਨੂੰ ਦੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ, ਜਾਂ ਹੋਰ ਵੀ ਗ੍ਰੰਥ ਹੈਗੇ ਨੇ। ਆਪਾਂ ਗਿਆਨ ਲੈਣਾ ਨਾ ਕੋਈ ਫਰਕ ਨਹੀਂ ਪੈਂਦਾ, ਹਿੰਦੂ ਮੁਸਲਿਮ ਈਸਾਈ, ਜਿੱਥੋਂ ਵੀ ਚੰਗੀ ਚੀਜ਼ ਮਿਲਦੀ ਹੈ, ਗਿਆਨ ਮਿਲਦਾ ਉਹਨੂੰ ਚੁੱਕ ਲਓ। ਗਿਆਨ ਦੀ ਕੋਈ ਮਜ਼ਹਬ ਨਹੀਂ ਹੁੰਦਾ, ਚੰਗਿਆਈ ਜਿੱਥੋਂ ਮਿਲਦੀ ਆਪਾਂ ਚੁੱਕਣੀ। ਇੱਕ ਨੇ ਜੈਸਾ ਅੱਗੇ ਚੱਲੀ। ਹੁਣ ਅੱਗੇ ਕਹਿ ਰਹੇ ਮਹਾਰਾਜ, ਇੱਕ ਗੁਰ ਪ੍ਰਸਾਦੀ ਉਬਰੇ ਤਿਸ ਜਨ ਕੋ ਕਰੇ ਸਭ ਨਮਸਕਾਰ। ਦੇਖ ਲਓ, ਕਹਿੰਦੇ ਇੱਕ ਐਸੇ ਵੀ ਹੈਗੇ, ਐਸੀ ਕੈਟੇਗਰੀ ਵੀ ਹੈਗੀ ਆ ਜਿਹੜੇ ਧਿਆਨ ਸਿਮਰਨ ਵੱਲ ਲੱਗ ਜਾਂਦੇ ਆ। ਗੁਰੂ ਦੀ ਕਿਰਪਾ, ਗੁਰੂ ਦਾ ਪ੍ਰਸਾਦ, ਆਹੀ ਗੁਰੂ ਦਾ ਪ੍ਰਸਾਦ ਹੈ ਭਾਈ। ਜੋ ਗੁਰੂ ਤਾਂ ਗਿਆਨ ਦੇ ਰਿਹਾ, ਗੁਰੂ ਹੈਗਾ ਉਹਨੇ ਹਨੇਰੇ ਚੋਂ ਬਾਹਰ ਕੱਢਣਾ ਆਪਾਂ ਨੂੰ। ਇਹ ਮੋਹ ਠਗੋਲੀ ਜਿਹੜੀ ਹੈ ਦੱਸਣੀ ਆ, ਗੁਰੂ ਨੇ ਤਾਂ ਲਾਈਟ ਜਗਾ ਦੇਣੀ ਆ। ਭਾਈ ਦੇਖੋ ਉਹ ਰਸਤਾ ਹੈਗਾ, ਤੂੰ ਕਿੱਥੇ ਫਸਿਆ ਪਿਆ ਆ, ਤੂੰ ਕਿੱਥੇ ਚੱਕਰ ਕੱਟੀ ਜਾ ਰਿਹਾ ਹੈ। ਇੱਕ ਗੁਰ ਪ੍ਰਸਾਦੀ ਉਬਰੇ, ਕਹਿੰਦੇ ਉਹ ਉੱਪਰ ਜਾਂਦੇ ਆ।
ਉਹ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਉੱਪਰ ਉੱਠ ਜਾਂਦੇ ਆ, ਉਹ ਨਹੀਂ ਡੁੱਬਦੇ। ਕਹਿੰਦੇ ਐਸੇ ਜਨ ਤਿਸ ਜਨ ਕੋ ਕਰੇ ਸਭ ਨਮਸਕਾਰ। ਕਹਿੰਦੇ ਐਸੇ ਜਨ ਨੂੰ ਸਾਰੇ ਨਮਸਕਾਰ ਕਰਦੇ ਆ। ਮੈਂ ਪਹਿਲੀ ਵਾਰੀ ਇਹਨੂੰ ਕਰੋ ਪੜ ਗਿਆ ਸੀਗਾ, ਕਰੇ ਸਭ ਨਮਸਕਾਰ ਹੈ। ਇਹ ਐਸੇ ਜਨ ਦੀ ਸਾਰੇ ਇੱਜ਼ਤ ਕਰਦੇ ਆ। ਲੋਕ ਪਰਲੋਕ ਦੇ ਵਿੱਚ ਇੱਜ਼ਤ ਹੁੰਦੀ ਹੈ ਵੀ ਕਿਹੜਾ ਸੂਰਮਾ ਆਇਆ ਹੈ ਜਿਹੜਾ ਇਹ ਮਾਲਕ ਨੇ ਜੋ ਮੋਹ ਠਗੋਲੀ ਪਾਈ ਸੀਗੀ ਉਹਨੂੰ ਜਿੱਤ ਕੇ ਕਿਹੜਾ ਆਇਆ ਹੈ। ਸਾਰੇ ਫੁੱਲ ਬਰਸਾਉਂਦੇ ਉਹਦੇ ਉੱਤੇ, ਸਾਰੇ ਦੇਵਤੇ ਦੂਵਤੇ ਜੋ ਵੀ ਕਰਮਖੰਡ ਦੇ ਵਾਸੀ ਹੈਗੇ ਉਹ ਸਾਰੇ ਦੇ ਸਾਰੇ ਬਈ ਦੇਖੋ ਬਈ ਕਿਹੜਾ ਸੂਰਮਾ ਹੈ। ਬੈਂਡ ਬਾਜੇ ਵੱਜਦੇ ਆ, ਇੱਕ ਗੁਰ ਪ੍ਰਸਾਦੀ ਉਭਰੇ ਤਿਸ ਜਨ ਕੋ ਕਰੇ ਸਭ ਨਮਸਕਾਰ। ਨਾਨਕ ਅੰਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਇਸ ਕਰਕੇ ਪਿਆਰਿਆ ਸਮਾਂ ਹੈਗਾ, ਹਾਲੇ ਵੀ ਸਵਾਸ ਹੈਗੇ ਤੇਰੇ। ਅੰਦਿਨ ਆ ਜਿਹੜਾ ਹੈਗਾ ਆ ਨਿਤਨੇਮ ਸ਼ੁਰੂ ਕਰ ਦੇ, ਨਾਮ ਨੂੰ ਧਿਆਉਣਾ, ਧਿਆਨ ਲਗਾਉਣਾ। ਇਹ ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਫਿਰ ਬਾਣੀ ਚਾਹੁੰਦਾ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ। ਤਨ ਤਨ ਉਹ ਮధుਰ ਬੇਣ ਬਾਜੇ। ਨਾਮਦੇਵ ਜੀ ਕਹਿੰਦੇ ਆ ਤਨ ਤਨ ਉਹ ਮధుਰ ਬੇਣ ਬਾਜੇ। ਉਹ ਬੇਣ ਵੱਜਣ ਲੱਗ ਜਾਂਦੀ ਅੰਦਰ, ਅਨਹਤ ਸ਼ਬਦ ਚੱਲ ਪੈਂਦੇ ਅੰਦਰ। ਕਹਿੰਦੇ ਨਾਨਕ ਅੰਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਜਿਹਦੇ ਨਾਲ ਕਿ ਤੂੰ ਮੁਕਤੀ ਦਾ ਦਰਵਾਜ਼ਾ ਪਾ ਲੇਗਾ। ਹਾਂਜੀ ਬੇਟੀ। ਹਾਂ ਬਿਲਕੁਲ ਠੀਕ ਹੈ ਜੀ ਸਾਧ ਸੰਗਤ ਜੀ। ਇਹ ਪਹਿਲੀ ਤੁਕ ਦੁਬਾਰਾ ਬੋਲਦੇ ਨੇ ਜਿਸ ਤਰ੍ਹਾਂ ਇੱਕ ਗੁਰ ਪ੍ਰਸਾਦੀ ਉਭਰੇ ਤਿਸ ਜਨ ਕੋ ਕਰੇ ਸਭ ਨਮਸਕਾਰ। ਉਹਨੂੰ ਸਾਰੇ ਨਮਸਕਾਰ। ਠੀਕ ਹੈ ਜੀ। ਹਾਂਜੀ ਹਾਂ ਸਾਧ ਸੰਗਤ ਜੀ, ਇੱਥੇ ਗੁਰੂ ਜੀ ਸਾਨੂੰ ਇਹ ਸਮਝਾਉਣਾ ਕਰ ਰਹੇ ਨੇ, ਦੇਖੋ ਆਪ ਜੀ ਨੂੰ ਅੰਡਰਸਟੈਂਡ ਕਰੋ। ਇੱਕ ਬੰਦਾ ਮੁਕਤ ਹੋ ਜਾਣਾ ਕੋਈ ਮਾਮੂਲੀ ਗੱਲ ਨਹੀਂ ਜੇ। ਹਾਂ ਆਪ ਸਮਝਦੇ ਜੋ ਇਟ ਇਜ਼ ਨਾਟ ਅ ਜੋਕ, ਕਾਫੀ ਵੱਡੀ ਗੱਲ ਹੈ। ਜਦੋਂ ਵੀ ਬੰਦਾ ਇੱਕ ਮੁਕਤ ਹੋਇਆ ਨਾ ਤੇ ਸਾਰੇ ਬ੍ਰਹਿਮੰਡ 'ਚ ਇੱਕ ਐਸੀ ਹਵਾ ਫੈਲ ਜਾਣੀ ਹੈ ਕਿ ਇੱਕ ਬੰਦਾ ਮੁਕਤ ਹੋ ਗਿਆ। ਵਾਓ, ਇਟਸ ਅ ਬਿਗ ਥਿੰਗ, ਹਿਊਜ, ਨਾਟ ਅ ਸਮਾਲ ਥਿੰਗ। ਜਿੱਦੋਂ ਵੀ ਬੰਦਾ ਇੱਕ ਬ੍ਰਹਮ 'ਚੋਂ ਨਿਕਲਿਆ ਨਾ ਤੇ ਪੂਰਾ ਬ੍ਰਹਿਮੰਡ ਦੇ ਵਿੱਚ ਉਹਦੀ ਉਸਤਤ ਹੋ ਜਾਣੀ ਆ ਕਿ ਇੱਕ ਬੰਦਾ ਨਿਕਲ ਗਿਆ। ਕਿਉਂਕਿ ਉੱਥੇ ਜਾਣਾ ਕੋਈ ਆਸਾਨ ਨਹੀਂ ਆ ਪਰਮਾਤਮਾ ਦੇ ਕੋਲ, ਬਹੁਤ ਵੱਡੀ ਗੱਲ ਹੈ। ਦੇਖੋ ਤੁਸੀਂ ਆਪ ਸਮਝੋ ਕਿ ਮਾੜਾ ਮੋਟਾ ਇੱਕ ਸਿਪਾਹੀ ਹੋਏ ਉਹਨੂੰ ਮਿਲਣਾ ਕਿੰਨਾ ਔਖਾ, SSP DSP ਮਿਨਿਸਟਰਾਂ ਨੂੰ ਮਿਲਣਾ ਕਿੰਨਾ ਔਖਾ, ਔਰ ਇੱਕ ਬੰਦਾ ਪਰਮਾਤਮਾ ਕੋਲ ਵਾਪਸ ਚਲ ਗਿਆ। ਵਾਹ, ਜਿੱਥੇ ਚੰਦ ਤਾਰੇ ਧਰਤੀਆਂ ਇਹ ਨਹੀਂ ਜਾ ਸਕਦੇ, ਉੱਥੇ ਹੈ ਉਹਦੇ ਅੰਦਰ ਹੈ ਪਰ ਇਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਉਹਦੇ ਬਾਰੇ। ਪਰ ਇੱਕ ਬੰਦਾ ਚਲਾ ਗਿਆ, ਔਰ ਉਹ ਇਕੱਲਾ ਨਹੀਂ ਗਿਆ, ਉਹਦੇ ਨਾਲ 5 ਤੱਤ ਵੀ ਗਏ, ਇਕੱਠੇ ਦੇ ਬੈਠੇ ਸਾਡੇ ਅੰਦਰ ਹੀ। ਪਰ ਉਹਦੇ ਵਿੱਚ ਵੀ ਉਹ ਵੀ ਹਿੱਸੇਦਾਰ ਬਣਦੇ ਨੇ ਜੇ ਸਾਹਿਬ। ਉਹ ਵੀ ਤਾਂ ਹੈਰਾਨ ਹੁੰਦੇ ਆ ਨਾ ਕਿ ਇਸੇ ਬੰਨੇ ਸਾਡਾ ਵੀ ਸੁਣੀ ਗਈ। ਬਿਲਕੁਲ। ਔਰ ਜਦੋਂ ਇਕੱਠਾ ਹੀ ਆਪਾਂ ਜਾਂਦੇ ਆ, ਔਰ ਉਹ ਫਿਰ ਕੀ ਹੁੰਦਾ ਹੈ ਕਿ ਉਹ ਸਾਰੇ ਉਹਨੂੰ ਕਹਿੰਦੇ ਆ ਕਿ ਉਹਨੂੰ ਨਮਸਕਾਰ ਕਰਦੇ ਨੇ ਕਿ ਤੂੰ ਐਸਾ ਕੰਮ ਕਰਦਾ ਹੈ ਔਰ ਇਹ ਤੇਰੇ ਕਰਕੇ ਹੁਣ ਪਤਾ ਨਹੀਂ ਕਿੰਨੀਆਂ ਰੂਹਾਂ ਜਿਹੜੀਆਂ ਨੇ ਉੱਥੋਂ ਨਿਕਲਦੀਆਂ ਹੀ ਜਾਣੀਆਂ। ਬਿਲਕੁਲ ਬਿਲਕੁਲ ਮੋਰੀ ਬਣ ਗਈ ਹੈ ਜੀ। ਵਾਹ ਜੀ ਵਾਹ, ਕਮਾਲ। ਉਹਨੇ ਕੀ ਕੀਤਾ ਐਸਾ ਡਰਿਲ ਕਰਕੇ ਐਸੀ ਕੰਧ ਪਾੜਦੀ। ਉਹਨੇ ਇੱਕ ਪਿੰਡ ਦਾ ਸਿਪਾਹੀ ਬਣਿਆ ਹੋਵੇ ਨਾ ਤਾਂ ਸਾਰਾ ਪਿੰਡ ਹੀ ਮੈਂ ਫੌਜੀ ਬਣਿਆ ਵੇਖਿਆ ਤੇ ਮੈਂ ਸਿਪਾਹੀ ਬਣਿਆ ਵੇਖਿਆ ਜੋ ਨਿਜਰ ਸਾਹਿਬ। ਕਿਉਂਕਿ ਇੱਕ ਨੇ ਰਾਹ ਲੱਭ ਲਿਆ, ਇੱਕ ਨੇ ਰਾਹ ਲੱਭ ਲਿਆ। ਹੁਣ ਤੁਹਾਡੇ ਅਮਰੀਕਾ ਕੈਨੇਡਾ ਤੁਸੀਂ ਰਹਿੰਦੇ ਜੋ, ਤੁਸੀਂ ਤੇ ਅੱਜ ਗਏ ਜੋ, ਕਿਸੇ ਦਾ ਰਾਹ ਬਣਿਆ ਸੀ ਤੇ ਉਹਦੇ ਮਗਰ ਗਏ ਜੋ, ਪੂਰਨਿਆ ਦੇ ਮਗਰ। ਜਿਹੜਾ ਬੰਦਾ ਸਭ ਤੋਂ ਪਹਿਲਾਂ ਗਿਆ ਹੋਊਗਾ ਰਾਹ ਤੇ ਉਹਨੇ ਲੱਭਿਆ ਵਾ, ਉਹ ਪਤਾ ਨਹੀਂ ਕਿਹੜਾ ਵਾ ਕਿੱਥੇ ਚਲ ਗਿਆ, ਪਰ ਕਈਆਂ ਦੀ ਜ਼ਿੰਦਗੀ ਨਵੀਂ ਬਣਾ ਗਿਆ। ਉਹਨੇ ਜਾ ਕੇ ਉੱਥੇ ਵੇਖਿਆ, ਉਹਨੇ ਵੇਖਿਆ ਤੇ ਜੀਵਨ ਬੜਾ ਵਧੀਆ ਵਾ, ਇਹ ਤੇ ਲੋਕ ਬਹੁਤ ਨਾਈਸ ਨੇ ਔਰ ਇੱਥੇ ਸਾਡੇ ਨੂੰ ਵਧੀਆ ਲਾਈਫ ਹੈ, ਬੈਟਰ ਲਾਈਫ ਹੈ। ਤੂੰ ਵੇਖੋ ਤੁਸੀਂ ਕਿੰਨੇ ਬੰਦੇ ਉਹ ਗੱਲਾਂ ਸੁਣ ਕੇ ਨਿਕਲ ਗਏ। ਬਿਲਕੁਲ। ਔਰ ਰਹਿੰਦੀ ਦੁਨੀਆ ਤੱਕ ਦੁਨੀਆ ਉੱਥੇ ਨਿਕਲਦੀ ਰਹਿਣੀ ਹੈ। ਕਰੈਕਟ ਨੇਚਰ ਸਾਹਿਬ? ਬਿਲਕੁਲ ਠੀਕ ਹੈ ਜੀ। ਬ੍ਰਹਮ ਮੰਡਲ ਜਿਹੜਾ ਹੈਗਾ ਕਹਿੰਦੇ ਇੰਨਾ ਉਹਦੇ ਚ ਤਾਂ ਦੂਰੋਂ ਹੀ ਕਰੰਟ ਲੱਗਦਾ ਹੈ, ਉਹਦੇ ਚ ਡਰਿਲ ਕਰ ਦੇਣਾ ਕੋਈ ਸੌਖੀ ਗੱਲ ਆ। ਹਾਂ, ਔਰ ਇਹ ਡਰਿਲ ਕਰਨੀਆਂ ਤੁਸੀਂ ਜਸਟ ਮਹਿਸੂਸ ਕਰੋ ਕਿ ਤੁਸੀਂ ਇੱਥੇ ਡਰਿਲ ਕਰਦੇ ਪਏ ਜੋ। ਤੁਹਾਨੂੰ ਤੇ ਦੱਸਣ ਦੇ ਗ੍ਰੰਥ ਤੁਹਾਨੂੰ ਲੋਕ ਦੱਸਣ ਵਾਲੇ ਬੈਠੇ ਆ। ਜਿਹੜਾ ਬੰਦਾ ਪਹਿਲੀ ਡਰਿਲ ਕਰਕੇ ਗਿਆ ਹੋਊਗਾ ਉਹਦੇ ਲਈ ਜਾਣਾ ਕਿੰਨਾ ਔਖਾ ਹੋਊਗਾ। ਹਾਂ, ਬਹੁਤ ਵਧੀਆ। ਇੱਥੇ ਅਨੁਭਵ ਸਰੀਰ ਦੇ ਇਦਾਂ ਦੇ ਪ੍ਰਾਣ ਊਰਜਾ ਜਦੋਂ ਹਿਲਦੀ ਆ ਤੇ ਮਾੜਾ ਮੋਟਾ ਬੰਦਾ ਤੇ 2-3 ਦਿਨ ਮੇਰੇ ਵਰਗਾ ਤੇ 5-6 ਦਿਨ ਸਾਧਨਾ ਤੇ ਬਹਿੰਦਾ ਹੀ ਨਹੀਂ, ਉਹਦੇ ਡਰਦਾ ਹੀ ਬੱਤੀ ਨਹੀਂ ਪੈਂਦੀ ਕਿ ਦਿਮਾਗ 'ਚ ਨੁਕਸ ਨਹੀਂ ਪੈ ਜੇ। ਕਿਉਂਕਿ ਅੰਦਰ ਦੀ ਯਾਤਰਾ ਵੇਖਣ ਨੂੰ ਆਸਾਨ ਲੱਗਦੀ ਹੈ
परमात्मा ਨੂੰ ਪਾਉਣਾ ਇੰਨਾ ਜ਼ਿਆਦਾ ਆਸਾਨ ਆ ਤੇ ਦੂਜੀ ਤਰਫ ਪਾਉਣਾ ਇੰਨਾ ਕੁ ਜ਼ਿਆਦਾ ਮੁਸ਼ਕਲ ਆ ਜੇਕਰ ਗਿਆਨ ਨਹੀਂ ਹੈ। ਹਾਂਜੀ ਨਿਜੋ ਸਾਹਿਬ। ਇਹਦੇ ਵਾਸਤੇ ਆਖਰੀ ਤੁਕ ਲੈਨੇ ਆ ਜੀ, ਨਾਨਕ ਅਨਦਿਨ ਨਾਮ ਤੇ ਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਦੇਖ ਲਓ ਇਹਦੇ ਚ ਪੂਰੀ ਵਿਧੀ ਦੱਸੀ ਹੋਈ ਹੈ ਭਾਈ ਕੀ ਕਰਨਾ ਹੈ ਆਪਾਂ ਨੇ। ਧਿਆਨ ਸਿਮਰਨ ਜਿਹੜਾ ਹੈਗਾ ਸਹਿਜ ਸਮਾਧੀ ਕਹਿੰਦੇ ਡੇਲੀ ਕਰਨੀ ਪੈਣੀ ਹੈ ਭਾਈ। ਨਾਨਕ ਅਨਦਿਨ ਨਾਮ ਤੇ ਆਏ ਤੂੰ, ਬਿਲਕੁਲ ਦੇਖੋ ਬਾਣੀ ਬਿਲਕੁਲ ਰਸਤਾ ਕਲੀਅਰ ਕੱਟ ਦੱਸੀ ਜਾ ਰਹੀ ਹੈ ਵੀ ਕਰਨਾ ਕੀ ਹੈਗਾ। ਧਿਆਨ ਕਰਨਾ ਹੈ, ਨਾਮ ਦਾ ਧਿਆਨ ਕਰਨਾ ਹੈ। ਨਾਮ ਕੀ ਹੈ? ਨਾਮ ਤਾਂ ਪਦਾਰਥ ਹੈਗਾ। ਨਾਮ ਪਦਾਰਥ ਤੱਕ ਪਹੁੰਚਣਾ ਹੈ ਆਪਾਂ ਨੇ, ਅੰਮ੍ਰਿਤ ਰਸ ਤੱਕ ਪਹੁੰਚਣਾ ਹੈ ਆਪਾਂ ਨੇ, ਅਮਰ ਹੋਣਾ ਹੈ ਆਪਾਂ ਨੇ, ਮਾਲਕ ਦੇ ਦਰ ਤੇ ਪਹੁੰਚਣਾ ਹੈ ਵੀ ਆ ਸਾਡੇ ਵੀ ਨਮਸਕਾਰ ਹੋਏ ਲੋਕ ਪਰਲੋਕ ਦੇ ਰਹਿੰਦੀ ਦੁਨੀਆ 'ਚ ਨਾਮ ਰਹੇ ਸਾਡਾ। ਕਹਿੰਦੇ ਇਹਦੇ ਵਾਸਤੇ ਅਨਦਿਨ ਉਸ ਨਾਮ ਵੱਲ ਨੂੰ ਗਤੀ ਕਰਨੀ ਪੈਣੀ ਹੈ, ਧਿਆਨ ਕਰਨਾ ਪੈਣਾ ਹੈ, ਸੁਰਤ ਉਧਰ ਨੂੰ ਲੈ ਕੇ ਜਾਣੀ ਪੈਣੀ ਹੈ, ਤੇਰੇ ਅੰਦਰ ਵੜਨਾ ਪੈਣਾ ਹੈ। ਨਾਨਕ ਅਨਦਿਨ ਨਾਮ ਤੇ ਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ, ਜਿਹਦੇ ਨਾਲ ਮੁਕਤੀ ਦਾ ਦੁਆਰਾ ਮਿਲ ਸਕਦਾ ਹੈ, ਇਹ ਮੋਹ ਠਗੋਲੀ ਤੋਂ ਨਿਕਲ ਸਕਦਾ ਹੈ। ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ ਹੈਗਾ। ਮੁਕਤ ਕਾਹਦੇ ਤੋਂ ਹੋਣਾ ਹੈ? ਮੁਕਤ ਹੋਣਾ ਹੈ ਆਪਾਂ ਆਈ ਜੂਨਾਂ ਤੋਂ ਮੁਕਤ ਹੋਣਾ ਹੈ ਆਪਾਂ ਨੇ। ਇਹ ਸਰੀਰ ਦੀ ਕੈਦ 'ਚ ਹੈਗੇ, ਬਾਰ-ਬਾਰ ਸਰੀਰ ਮਿਲਦਾ ਹੈ, ਗਰੰਟੀ ਨਹੀਂ ਹੁੰਦੀ ਭਾਈ ਕਿਹੜਾ ਸਰੀਰ ਹੁਣ ਮਿਲੂਗਾ ਇਸ ਤੋਂ ਬਾਅਦ। ਇਸ ਕਰਕੇ ਭਾਈ ਇਸ ਤੋਂ ਮੁਕਤ ਹੋਣਾ ਹੈ, ਹੋਰ ਕਿਸੇ ਚੋਂ ਮੁਕਤ ਨਹੀਂ ਹੋਣਾ। ਬਾਣੀ ਇੱਕ ਜਗ੍ਹਾ ਪੰਜਵੀਂ ਪਾਤਸ਼ਾਹੀ ਕਹਿੰਦੀ ਹੈ, ਨਿਕਸ ਰੇ ਪੰਖੀ ਸਿਮਰ ਹਰ ਪਾਂਖ। ਆਪਾਂ ਨੂੰ ਤਾਂ ਪਤਾ ਹੀ ਨਹੀਂ, ਆਪਾਂ ਜਿਹੜੇ ਪਿੰਜਰੇ ਦੇ ਵਿੱਚ ਕੈਦ ਹੈਗੇ, ਸਰੀਰ ਦੇ ਵਿੱਚ ਕੈਦ ਹੈਗੇ। ਕਹਿੰਦੇ ਨਿਕਸ ਰੇ ਪੰਖੀ, हे ਪਕਸ਼ੀ ਨਿਕਲ ਜਾ ਪਿੰਜਰੇ ਤੋਂ ਬਾਹਰ। ਮਹਾਰਾਜ ਜੀ ਕਿਵੇਂ ਨਿਕਲਾਂ? ਕਹਿੰਦੇ ਸਿਮਰ ਹਰ ਪਾਂਖ, ਕਹਿੰਦੇ ਸਿਮਰਨ ਦੇ ਖੰਭ ਲਗਾ, ਪਰਮਾਤਮਾ ਦੇ ਨਾਮ ਦੇ ਖੰਭ ਲਗਾ ਲਾ, ਨਿਕਲ ਜਾਏਗਾ। ਧਿਆਨ ਸਿਮਰਨ ਦੇ ਖੰਭ ਲਗਾਏਗਾ ਤੇ। ਹਾਂਜੀ ਗੁਰਕੀ ਜੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ, ਇਹ ਤੁਕ ਮੈਂ ਦੁਬਾਰਾ ਬੋਲਦਾ। ਦੇਖੋ ਸਾਧ ਸੰਗਤ ਜੀ, ਤੁਕ ਨੂੰ ਆਪ ਧਿਆਨ ਦੇ ਨਾਲ। ਨਾਨਕ ਅਨ ਦਿਨ ਨਾਮ ਧਿਆਈਏ, ਧਿਆਏ ਤੂੰ, ਧਿਆਏ। ਹੁਣ ਕਹਿੰਦੇ ਕਿ ਅਨ ਦਿਨ ਦਾ ਮਤਲਬ ਹਰ ਦਿਨ। ਹਾਂ ਠੀਕ ਹੈ, ਧਿਆਏ ਤੇ ਫਿਰ ਅਗਲੇ ਬੰਨੇ ਤੁਕ ਚ ਕੀ ਲਿਖਿਆ? ਤੂੰ ਅੰਤਰ ਜਿਤ ਪਾਵੇ ਮੋਖ ਦਵਾਰ। ਤੂੰ ਦਾ ਮਤਲਬ ਤੂੰ ਜਾਂ ਤੂੰ ਜੋ ਮਰਜੀ, ਤਾਂ ਅੰਤਰ ਦਾ ਮਤਲਬ ਅੰਦਰ, ਜਿਤ ਪਾਵੇ ਮੋਖ ਦਵਾਰ, ਕਿ ਤੁਹਾਨੂੰ ਕਿਹੜਾ ਹੈ ਮੁਕਤੀ ਦਾ ਦਵਾਰ ਜਿਹੜਾ ਆਪਣੇ ਅੰਦਰ ਹੀ ਮਿਲ ਜਾਣਾ। ਨਿਜਰ ਸਾਹਿਬ ਇਹ ਮਤਲਬ। ਹਾਂਜੀ ਦੇਖੋ ਇਹਦੇ ਵਿੱਚ ਨਾ ਦੇਖੋ ਪਾਵੇ ਲਿਖਿਆ ਨਾ, ਇਹਦੇ ਉੱਤੇ ਬਿੰਦੀ ਲੱਗਣੀ ਆ, ਪਾਵੇਂ ਆਏਗਾ ਇਹ, ਪਾਵੇਂ ਤੂੰ ਪਾ ਲਏਗਾ। ਨਾਨਕ ਅਨਦਿਨ ਨਾਮ ਧਿਆਏ ਤੂੰ ਦਾ ਮਤਲਬ ਆ ਆਪਾਂ ਨੂੰ ਜਿਹੜਾ ਵੀ ਇਹ ਗਿਆਨ ਲੈ ਰਿਹਾ ਆ, ਕਹਿੰਦੇ ਆ ਕੰਮ ਕਰ, ਤੂੰ ਕਰ ਇਹ ਕੰਮ। ਅੰਤਰ ਤੂੰ ਦੇ ਉੱਤੇ ਵੀ ਬਿੰਦੀ ਲੱਗ ਜਾਣੀ ਆ, ਕਿਉਂਕਿ ਇਹ ਬਾਣੀ ਜਿਹੜੀ ਹੈਗੀ ਇਹ ਜਿਸ ਵੇਲੇ ਜਿਸ ਵੇਲੇ ਦੀ ਬਾਣੀ ਆ ਉਸ ਵੇਲੇ ਜਿਹੜਾ ਹੈਗਾ ਇਹ ਕੰਨਾ ਨਹੀਂ ਲੱਗਦਾ ਸੀਗਾ, ਹੁਣ ਕੰਨੇ ਲੱਗਦੇ ਆ। ਕੰਨਾ ਮੀਨਸ ਆ ਦੀ ਮਾਤਰਾ, ਉਸ ਵੇਲੇ ਬਿੰਦੀ ਹੀ ਕੰਨਾ ਸੀਗੀ। ਉਹ ਬੋਲੀ ਦੇਖੋ ਜਿਹਨੂੰ ਕਿ ਲੰਡੀ ਬੋਲੀ ਕਹਿੰਦੇ ਉਹਦੇ ਵਿੱਚ ਜਿਹੜੇ ਹੈਗੇ ਉਹਦੇ ਵਿੱਚ ਕੰਨੇ ਦੀ ਜਗ੍ਹਾ ਤੇ ਬਿੰਦੀਆਂ ਹੀ ਲੱਗਦੀ ਸੀ, ਬਸ ਬਿੰਦੀ ਲੱਗ ਗਈ ਕੰਨਾ ਹੋ ਗਿਆ, ਆ ਦੀ ਮਾਤਰਾ ਲੱਗ ਗਈ। ਹੁਣ ਜਿਹੜੇ ਹੈਗੇ ਫਿਰ ਇਹਦੇ ਵਿੱਚ ਜਿਹੜਾ ਆਪਾਂ ਆਲ, ਨਹੀਂ ਤਾਂ ਉਸ ਤੇ ਇੰਨੀਆਂ ਬਿੰਦੀਆਂ ਹੋ ਗਈਆਂ ਸੀ, ਇੰਨੀਆਂ ਬਿੰਦੀਆਂ ਹੋ ਜਾਂਦੀਆਂ ਸੀਗੀਆਂ। ਤੇ 10ਵੀਂ ਪਾਤਸ਼ਾਹੀ ਦੇ ਬਾਰੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਸਾਖੀ ਆਉਂਦੀ ਹੈ, ਕਹਿੰਦੇ ਕਿ ਮਹਾਰਾਜ ਜੀ ਆ ਬਿੰਦੀਆਂ ਜਿਹੜੀਆਂ ਹੈਗੀਆਂ ਰਹਿ ਗਈ। ਕਹਿੰਦੇ ਮਹਾਰਾਜ ਕਹਿੰਦੇ ਜਿਹੜੇ ਵੀ ਸਿੱਖ ਜਿਹੜੇ ਹੈਗੇ, ਸੰਗਤ ਜਿਹੜੀ ਹੈਗੀ ਆ, ਇਹ ਬਾਣੀ ਜਿਹੜੀ ਹੈਗੀ ਇਹਨੂੰ ਧਿਆਨ ਦੇ ਨਾਲ ਜਿਹੜੀ ਹੈਗੀ ਵਿਚਾਰੂਗੀ ਤੇ ਬਿੰਦੇ ਜਿਹੜੇ ਹੈਗੇ ਆਪਣੇ ਆਪ ਉਹਨਾਂ ਦੀ ਜੀਭ ਤੋਂ ਉੱਠਣਗੇ, ਬਿੰਦੇ ਆਪਣੇ ਆਪ ਉੱਠਣਗੇ। ਹੁਣ ਇੱਥੇ ਜਿਹੜਾ ਭਾਵ ਹੈ ਲਿਖਤਾ, ਭਾਵ ਹੈ ਤਾਂ ਫਿਰ ਜਿਹੜਾ ਹੈਗਾ ਵਰਡ ਬਣਿਆ ਨਹੀਂ, ਭਾਵ ਹੈ। ਤੇ ਜਿਸ ਤਰ੍ਹਾਂ ਹੁੰਦਾ ਆਖਾਂ ਲਿਖਿਆ, ਉੱਥੇ ਆਖਾ ਹੈਗਾ, ਉੱਥੇ ਤਾਂ ਬਿੰਦੀ ਲੱਗੀ ਨਹੀਂ ਹੋਈ। ਆਖਾਂ ਜੀਵਾਂ ਵਿਸਰੇ ਮਰ ਜਾਉ, ਤੇ ਉੱਥੇ ਬਿੰਦੀ ਆਪਣੇ ਆਪ ਨਾਲ। ਜਿਸ ਤੇ ਪਾਵਾ ਲਿਖਿਆ ਹੈ, ਪਾਵਾ ਲਿਖਿਆ ਹੋਇਆ, ਉੱਥੇ ਪਾਵਾ ਤਾਂ ਮੰਜੀ ਦਾ ਹੋ ਜਾਏਗਾ ਜੇ ਬਿੰਦੀ ਨਹੀਂ ਲਾਵਾਂਗੇ ਤੇ। ਇਸ ਤਰੀਕੇ ਦੇ ਨਾਲ ਭਾਈ ਇਹ ਬਾਣੀ ਨੂੰ ਬਹੁਤ ਵਿਚਾਰਨਾ ਪੈਣਾ, ਬਹੁਤ ਵਿਚਾਰ ਕੇ ਕਰਨਾ ਪੈਣਾ। ਇਹ ਬਾਣੀ ਦਾ ਜਿਹੜਾ ਹੈਗਾ ਇਹ, ਕਿਉਂਕਿ ਚੌਥੇ ਪਦ ਦੀ ਬਾਣੀ ਹੈਗੀ ਆ, ਇਹਦੇ ਨਿਯਮ ਬਾਣੀ ਦੇ ਵਿੱਚ ਹੀ ਨਿਯਮ ਦਿੱਤੇ ਹੋਏ ਆ। ਨਾਨਕ ਅਨਦਿਨ ਨਾਮ ਧਿਆਏ ਤੂੰ ਅੰਤਰ ਜਿਤ ਪਾਵੇਂ ਮੋਖ ਦੁਆਰ। ਹਾਂਜੀ ਵੀਰ ਜੀ। ਠੀਕ ਹੈ, ਕਹਿੰਦੇ ਹਰ ਦਿਨ ਤੁਸੀਂ ਕਹਿੰਦੇ ਨਾਮ ਤੇ ਹੋਣਾ, ਧਿਆਨ ਸਿਮਰਨ ਕਰਨਾ ਹੈ। ਤੂੰ ਮਤਲਬ ਤੈਨੂੰ ਪੈਣਾ, ਤੈਨੂੰ ਧਿਆਨ ਸਿਮਰਨ ਕਰਨਾ ਪੈਣਾ ਹੈ। ਤੇ ਅੰਤਰ ਜਿਤ
ਤੇ ਜਿਹਦੇ ਨਾਲ ਤੈਨੂੰ ਨਹੀਂ ਅੰਤਰਾਕਰਨ ਚ ਕੀ ਮਿਲੂ? ਹਾਂ, ਅੰਤਰ ਦਾ ਮਤਲਬ ਅੰਤਰ ਦੇ ਬਾਅਦ ਫਿਰ ਵਿਸ਼ਰਾਮ ਲਗਾ ਲਓ। ਅੰਤਰ ਆਪਣੇ ਅੰਦਰ ਧਿਆਣਾ ਪੈਣਾ, ਨਾਮ ਕਿਤੇ ਬਾਹਰ ਨਹੀਂ ਜਾਣਾ, ਬਾਹਰ ਕਿਤੇ ਹੇਮਕੁੰਟ ਨਹੀਂ ਚੜਨਾ, ਬਾਹਰ ਕਿਤੇ ਹੋਰ ਕਿਤੇ ਜਾ ਕੇ ਨਹੀਂ। ਕਹਿੰਦੇ ਅੰਤਰ ਆਪਣੇ ਅੰਦਰ ਵੜਨਾ ਆ। ਜਿੱਤ ਪਾਵੇਂ ਮੋਖ ਦੁਆਰ, ਜਿਹਦੇ ਨਾਲ ਕਿ ਤੈਨੂੰ ਮੁਕਤੀ ਦਾ ਦਰਵਾਜ਼ਾ ਲੱਭ ਜਾਏਗਾ। ਹਾਂਜੀ ਵੀ ਬਿਲਕੁਲ ਠੀਕ ਹੈ ਜੀ। ਆਪਾਂ ਥੋੜਾ ਹੋਰ ਸਰਲ ਕਰਦੇ ਹਾਂ। ਸਾਧ ਸੰਗਤ ਜੀ ਕਹਿੰਦੇ ਨਾਨਕ ਅਨ ਦਿਨ ਧਿਆਨ ਨਾਮ ਧਿਆਏ ਤੂੰ, ਧਿਆਏ ਮਤਲਬ ਤੂੰ ਅੰਤਰ, ਤੇ ਤੂੰ ਜਿਹੜਾ ਨਾਮ ਧਿਆਨ ਸਿਮਰਨ ਆਪਣੇ ਅੰਦਰ ਕਰੀ। ਬਸ ਤੇ ਚਿੱਤ ਪਾਵੇਂ ਮੋਖ ਦੁਆਰ। ਹਾਂ, ਤੇ ਤੈਨੂੰ ਉਹ ਜਿਹੜਾ ਵਾ ਤੈਨੂੰ ਇਸ ਸਿਸਟਮ ਚੋਂ ਬਾਹਰ ਨਿਕਲਣਾ, ਤੈਨੂੰ ਮੁਕਤੀ ਮਿਲ ਜਾਏਗੀ, ਤੂੰ ਬਾਹਰ ਆ ਜਾਏਗਾ। ਕਿਉਂਕਿ ਤੇਰੇ ਅੰਦਰ ਹੀ ਤੇ ਕੁੰਜੀ ਪਈ ਆ, ਔਰ ਤੂੰ ਬਾਹਰ ਲੱਭਣ ਆ। ਕੁੰਜੀ ਤੇਰੇ ਅੰਦਰ ਹੈ, ਔਰ ਤੈਨੂੰ ਅੰਦਰ ਹੀ ਲਾਉਣੀ ਪੈਣੀ ਹੈ। ਉਹ ਤੇਰੀ ਸੁਰਤੀ ਹੈ। ਤੁਹਾਨੂੰ ਸ਼ਾਇਦ ਪਤਾ ਹੋਵੇ, ਜਿਹੜੇ ਮਨ ਨੂੰ ਖੋਲਣ ਵਾਲੀ ਜਿਹੜੀ ਚੀਜ਼ ਹੈ ਉਹ ਸੁਰਤੀ ਹੈ। ਮਨ ਦੇ ਅੰਦਰ ਵੜਨ ਦੇ ਲਈ ਸੁਰਤੀ ਚਾਹੀਦੀ ਹੈ। ਸੁਰਤੀ ਵੜਦੀ ਅੰਦਰ ਉਹਦੇ, ਜਦੋਂ ਵੀ ਲੱਗ ਗਈ ਨਾ, ਜਦੋਂ ਵੀ ਸੁਰਤੀ ਮਨ ਦੀ ਅੰਦਰ ਆ ਗਈ ਨਾ, ਅੰਤਰਮੁਖੀ ਹੋ ਗਈ, ਤੇ ਮਨ ਨੇ ਖੁੱਲ ਜਾਣਾ ਹੈ, ਔਰ ਤੁਹਾਡਾ ਜਿਹੜਾ ਵਾ ਨਿਰਵਿਚਾਰ ਸਮਾਧੀ ਚ ਪ੍ਰਵੇਸ਼ ਹੋ ਜਾਂਦਾ। ਮਨ ਦੇ ਅੰਦਰ ਹੈ ਨਿਰਵਿਚਾਰ ਸਮਾਧੀ, ਬਾਹਰ ਨਹੀਂ ਹੈਗੀ। ਹਾਂਜੀ ਨਿਚਲ ਸਾਹਿਬ। ਮਨ ਦੀਆਂ ਅੱਖਾਂ ਹੀ ਸੁਰਤੀ ਹੈਗੀਆਂ। ਸੁਰਤੀ ਦੇ ਨਾਲ ਤਾਂ ਮਨ ਸਾਰਾ ਕੁਝ ਕਰਦਾ ਹੈ। ਮਨ ਦੇ ਹੱਥ ਪੈਰ ਜੋ ਕੁਝ ਵੀ ਹੈਗਾ ਉਹ ਸਾਰਾ ਸੁਰਤੀ ਹੈਗੀ ਬਸ। ਹਾਂ, ਜਦੋਂ ਮਨ ਆਪਣੇ ਆਪ ਤੇ ਇਕਾਗਰ ਹੋ ਗਿਆ ਤੇ ਉਹ ਸਮਝ ਲਓ ਕਿ ਤੁਹਾਡੇ ਕੋਲ ਚਾਬੀ ਆ ਗਈ ਹੈ, ਤੁਹਾਨੂੰ ਵਿਧੀ ਦਾ ਪਤਾ ਲੱਗ ਗਿਆ। ਫਿਰ ਤੇ ਜਦੋਂ ਮਰਜੀ ਫਿਰ ਮੋਖਲਾ ਹੋ ਜਾਂਦਾ ਦਰਬਾਰਾ, ਮੁਕਤ ਦੁਆਰਾ ਮੋਖਲਾ, ਤੇ ਸਹਿਜੇ ਆਓ ਜਾਓ। ਸਹਿਜੇ ਮਤਲਬ ਸ਼ੁਰੂ ਤੋਂ ਕਹਿੰਦੇ ਆ ਮਨ ਮੈਗਲ ਆ, ਕਿਉਂਕਿ ਹਾਥੀ ਵਰਗਾ ਵਾ। ਹਾਥੀ ਵਰਗਾ ਕਿਉਂ ਆ? ਕਿਉਂਕਿ ਕਾਫੀ ਸਮੇਂ ਤੋਂ ਉਹਦੇ ਨਾਲ ਉਹਨੂੰ ਮਨੂਰਾ ਕਰ ਲਿਆ, ਉਹਨੂੰ ਗੰਦਾ ਕਰ ਲਿਆ ਆਪਾਂ, ਤੋਂ ਬਹੁਤ ਮੋਟਾ ਹੋ ਗਿਆ। ਜਿੱਦਾਂ ਇੱਕ ਕੋਈ ਚੀਜ਼ ਖਾ ਕੇ ਮੋਟੀ ਹੋ ਗਏ ਤੇ ਮੁੜ ਕੇ ਉਹਨੂੰ ਅੰਦਰ ਵਾੜੀ ਵੜਦੀ ਨਹੀਂ ਹੈ, ਉਸੇ ਤਰ੍ਹਾਂ ਮਨ ਦਾ ਵੀ ਜਿਹੜਾ ਆਕਾਰ ਵੱਡਾ ਹੋ ਗਿਆ। ਉਹ ਕਹਿੰਦੇ ਆ ਕਿ ਜਦੋਂ ਤੂੰ ਧਿਆਨ ਸਿਮਰਨ ਕਰੇਗਾ ਤੇ ਮਨ ਕੀ ਕਰੂਗਾ? ਉਹ ਆਪਣੇ ਔਗਣਾਂ ਦਾ ਤਿਆਗ ਕਰਨਾ ਸ਼ੁਰੂ ਕਰੇਗਾ। ਹੌਲੀ ਹੌਲੀ ਕਰਕੇ ਉਹਨੇ ਛੋਟਾ ਹੀ ਜਾਊਗਾ, ਤੇ ਇੰਨਾ ਛੋਟਾ ਹੋ ਜਾਣਾ ਹੈ। ਸਹਿਜੇ ਆਓ ਜਾਓ। ਕਿ ਤੂੰ ਅੱਖਾਂ ਬੰਦ ਕੀਤੀਆਂ ਜਾਂ ਖੁੱਲੀਆਂ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਤੂੰ ਹਮੇਸ਼ਾ ਹੀ ਬ੍ਰਹਮ ਚ ਰਹੇਗਾ। ਠੀਕ ਹੈ ਜੀ ਨਿਚਰ ਸਾਹਿਬ। ਪਰ ਉਹ ਕਹਿੰਦੇ ਆ ਕਿ ਵਿਧੀ ਦਾ ਪਤਾ ਲੱਗਣਾ ਜ਼ਰੂਰੀ ਹੈ। ਅਗਲੀ ਤੋਂ ਬੋਲੋ ਜੀ ਹੁਣ ਨਿਚਰ ਸਾਹਿਬ। ਅੱਗੇ ਦੂਸਰਾ ਸ਼ਲੋਕ ਆ ਗਿਆ ਜੀ। ਤੀਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ ਇਹ ਵੀ, ਮਹਲਾ ਤੀਜਾ। ਮਾਇਆ ਮੋਹ ਵਿਸਾਰਿਆ ਸੱਚ ਮਰਨਾ ਹਰ ਨਾਮ। ਦੇਖ ਲਓ, ਕਹਿੰਦੇ ਜੇ ਤੂੰ ਮਾਇਆ ਦੇ ਮੋਹ ਦੇ ਵਿੱਚ ਹੀ, ਜਿਹੜਾ ਇਹ ਮੋਹ ਠਗੋਲੀ ਦੇ ਵਿੱਚ ਹੀ ਰਿਹਾ, ਇਸੇ ਵਿੱਚ ਜੀਵਨ ਬਤੀਤ ਕਰਦਾ ਰਹਿ ਗਿਆ, ਤੇ ਪਿਆਰਿਆ ਅੱਗੇ ਵੀ ਕਈ ਵਾਰੀ ਜਿਹੜਾ ਕਰੋੜਾਂ ਜਨਮ ਤੂੰ ਲੈ ਚੁੱਕਾ ਆ, ਤੇ ਇਹਦਾ ਕੰਮ ਹੈਗਾ ਬਈ ਤੈਨੂੰ ਭੁਲਾ ਦੇਣਾ ਆ, ਤੈਨੂੰ ਸੱਚ ਭੁਲਾ ਦੇਣਾ ਹੈ। ਇਹਨੇ ਸੱਚ ਭੁਲਾ ਦੇਣਾ ਹੈ। ਮਾਇਆ ਮੋਹ ਵਿਸਾਰਿਆ ਸੱਚ ਮਰਨਾ ਹਰ ਨਾਮ। ਸੱਚ ਕੀ ਹੈਗਾ? ਸੱਚ ਪਰਮੇਸ਼ਰ ਹੈਗਾ। ਚਲੋ ਪਰਮੇਸ਼ਰ ਤਾਂ ਹੈਗਾ ਹੀ ਸੱਚ। ਕਹਿੰਦੇ ਦੋ ਚੀਜ਼ਾਂ ਹੋਰ ਸੱਚ ਆ ਪਿਆਰਿਆ, ਇੱਕ ਮਰਨਾ ਸੱਚ ਹੈਗਾ, ਇੱਕ ਪਰਮੇਸ਼ਰ ਦਾ ਨਾਮ ਵੀ ਸੱਚ ਹੈਗਾ। ਇਹਨੇ ਆਪ ਭੁਲਾ ਦੇਣੇ ਆ ਤੈਨੂੰ, ਦੋਨੋਂ ਆਈਟਮ ਭੁਲਾ ਦੇਣੇ ਆ ਇਹਨੇ, ਮਾਇਆ ਦੇ ਮੋਹ ਨੇ। ਦੇਖ ਲਓ ਬਈ, ਹੁਣ ਕਈ ਦੁਨੀਆ ਨੂੰ ਕਹਿ ਲਓ, ਹਰੇ ਕਹਿੰਦਾ ਹਾਂ ਸਾਨੂੰ ਤਾਂ ਮਰਨਾ ਤਾਂ ਯਾਦ ਹੈ, ਸਾਨੂੰ ਤਾਂ ਬਿਲਕੁਲ ਮਰਨਾ, ਖਾਲੀ ਇੰਨਾ ਕੀ ਉਹਨਾਂ ਨੂੰ ਯਾਦ ਹੈ, ਬਸ ਇਸ ਤੋਂ ਬਾਅਦ ਵਾਪਸ ਖਤਮ ਹੋ ਜਾਂਦਾ। ਇੰਨਾ ਹੀ ਯਾਦ ਹੈ ਉਹਨਾਂ ਨੂੰ। ਜਿਹਨੂੰ ਯਾਦ ਹੋਏ ਮਰਨਾ, ਜਿਹਨੂੰ ਪਤਾ ਹੈ ਮੈਂ ਮਰਨਾ ਹੈਗਾ ਭਾਈ, ਮੈਂ ਜਿਹੜਾ ਮੈਂ ਇਸ ਸੰਸਾਰ ਦੇ ਵਿੱਚ ਜਿਹੜਾ ਹੈ ਹਮੇਸ਼ਾ ਰਹਿਣਾ ਨਹੀਂ, ਸਾਰਾ ਕੁਝ ਛੱਡ ਕੇ ਜਾਣਾ ਹੈ, ਤੇ ਉਹ ਕਿਉਂ ਵਿਥਾਰ ਕਰੂਗਾ, ਕਿਉਂ ਵਿਸਤਾਰ ਕਰੂਗਾ? ਉਹ ਕਿਉਂ ਨਹੀਂ ਉਹ ਫਿਰ ਜਿਹੜਾ ਹੈਗਾ ਅਗਲਾ ਸੋਚੂਗਾ ਅੱਗੇ, ਜਿਹਦੇ ਉਸ ਸਰੀਰ ਤੋਂ ਬਾਅਦ ਕੀ ਹੋਣਾ ਹੈ ਮੇਰੇ ਨਾਲ, ਉਹਦਾ ਕੰਮ ਕਰੀਏ ਜੋ ਸੱਚ ਹੈਗਾ। ਹਾਂਜੀ ਗੋਰਖੀ ਸਾਹਿਬ। ਮਾਇਆ ਮੋਹ ਵਿਸਾਰਿਆ ਸੱਚ ਮਰਨਾ ਹਰ ਨਾਮ। ਥੋੜੇ ਬਿਜ਼ੀ ਹੋ ਕੇ ਲੱਗਦੇ ਉਧਰ ਕੰਮ ਦੇ ਵਿੱਚ। ਸੌਰੀ ਹਾਂਜੀ ਸਾਧ ਸੰਗਤ ਜੀ, ਦੇਖੋ ਮਾਇਆ ਦਾ ਜਿਹੜਾ ਮੋਹ ਆ, ਉਹ ਮੋਹ ਏਦਾਂ ਦਾ ਵਾ, ਉਹਨੇ ਸੱਚ ਨੂੰ ਤੁਹਾਨੂੰ ਯਾਦ ਨਹੀਂ ਆਉਣ ਦੇਣਾ। ਉਹਨੇ ਤੁਹਾਨੂੰ ਇਹ 70-80 ਸਾਲ ਏਦਾਂ ਲੈ ਜਾਣੇ, ਤੁਹਾਨੂੰ ਪਤਾ ਥੋੜੀ ਲੱਗਣ ਦੇਣਾ ਵਾ। ਬਿਲਕੁਲ ਨਹੀਂ ਪਤਾ ਲੱਗਣਾ। ਆਪਣੇ ਦੇਖ ਲਓ ਕਿੰਨੇ ਸਾਲ ਗੁਜ਼ਰ ਗਏ ਆ। ਆਪਾਂ ਪ੍ਰੈਕਟੀਕਲ ਤਾਂ ਆਪਣੇ ਉੱਤੇ ਹੀ ਆ, ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਜਿੰਨੇ ਵੀ ਬੈਠੇ ਆ। ਹਾਂ, ਉਹ ਪਤਾ ਕੀ ਹੈ, ਇਹ ਇੰਨੀ ਸਲੋ ਕਿਰਿਆ ਹੁੰਦੀ ਆ, ਇੰਨੀ ਸਲੋ ਕਿਰਿਆ, ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੇਰੇ 30-35 ਸਾਲ ਹੋ ਗਏ ਨੇ, ਜਿਵੇਂ ਮੇਰਾ ਵਿਆਹ ਹੋ ਗਿਆ, 2 ਬੱਚੇ ਹੋ ਗਏ, ਮੇਰੇ ਯਕੀਨ ਨਾ ਹੋਵੇ ਕਿ ਮੇਰਾ ਵਿਆਹ ਹੋ ਗਿਆ। ਇੰਨਾ ਸਲੋ ਪ੍ਰੋਸੈਸ, ਇੰਨਾ ਸਲੋ। ਤੁਸੀਂ ਵੇਖੋਗੇ ਤੁਹਾਡੇ 60-50 ਸਾਲ ਕਿਦੋਂ ਲੰਘ ਜਾਣੇ, ਤੁਹਾਨੂੰ ਪਤਾ ਨਹੀਂ ਲੱਗਣਾ। ਔਰ ਤੁਸੀਂ ਪਿੱਛੇ ਵੇਖੋ, ਆਪਣਾ ਅੱਖਾਂ ਬੰਦ ਕਰਕੇ ਪਿੱਛੇ ਵੇਖੋ, ਪਿਛਲਾ ਜੀਵਨ ਇੱਕ ਸੁਪਨੇ ਤੋਂ ਵੱਧ ਨਹੀਂ। ਜਿੱਦਾਂ ਮਤਲਬ ਇੱਕ ਸੁਪਨਾ ਵੇਖਿਆ, ਨਾਲੋਂ ਨਾਲ ਹੀ ਮਿਟਦਾ ਜਾ ਰਿਹਾ। ਇਹ ਮੋਹ ਹੀ ਹੈਗਾ ਵਾ।
ਔਰ ਉਹ ਫਿਰ ਕੀ ਬੰਦਾ ਕਰਦਾ, ਮਾਇਆ ਦੇ ਵਿੱਚ ਮੋਹ ਹੀ ਏਦਾਂ ਦਾ। ਮਾਇਆ ਜਿਹੜੀ ਨਾ, ਮਾਇਆ ਨੇ ਤੁਹਾਨੂੰ ਪਤਾ ਹੋਈ ਲੱਗਣ ਦੇਣਾ ਵਾ ਜੀਵਨ ਦੇ ਵਿੱਚ। ਤੁਹਾਨੂੰ ਕੀ ਵੇਖੋ ਲਾਗਲੇ ਬੰਨੇ ਲੋਕੀ ਤੇ ਪਾਗਲ ਹੋਏ ਫਿਰਦੇ ਆ, ਲੋਕੀ ਮਾਇਆ ਨੂੰ ਤੇ ਉਹ ਇਹ ਔਗਣਾਂ ਨੂੰ ਤੇ ਲੋਕੀ ਉੱਡ ਕੇ ਨਿੱਜੇ ਸਭ ਆਪ ਚਿੰਬੜਦੇ ਆ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਔਗਣ ਤੇ ਕੁਝ ਕਹਿ ਨਹੀਂ ਦੇ ਤੁਹਾਨੂੰ। ਮੈਂ ਕਹਿੰਦਾ ਲੋਕੀ ਇਹਨੂੰ ਮਾੜਾ ਕਰਮ ਕਹਿ ਦਈਏ ਨਾ ਕਰਨਾ ਵਾ, ਉਹ ਅਗਲਾ ਰਾਤ ਨੂੰ ਉੱਠ ਕੇ ਆ ਜਾਊਗਾ। ਹਾਂ, ਤੇ ਤੁਸੀਂ ਨੂੰ ਕਹੋ ਨਾ ਕਿ ਜਾ 10 ਮਿੰਟ ਪਾਠ ਕਰਨਾ, ਉਹਨੇ ਕਹਿਣਾ ਉਹਨੂੰ ਬਾਸੀਆਂ ਆਉਣ ਡੈ ਬਣੀਆਂ। ਤੁਸੀਂ ਜਸਟ ਸੋਚੋ ਕਿ ਮਾਇਆ ਦਾ ਕਿੰਨਾ ਅਸਰ ਆ, ਕਿਉਂਕਿ ਥੱਲੇ ਨੂੰ ਗਤੀ ਕਰਨੀ ਬਹੁਤ ਆਸਾਨ ਆ, ਉੱਪਰੋਂ ਚੜ੍ਹਨਾ ਔਖਾ ਹੈ। ਹਾਂਜੀ, ਉਹ ਕੀ ਕਰਦਾ ਕਿ ਉਹ ਫਿਰ ਹਰ ਦਾ ਨਾਮ ਜਿਹੜਾ ਉਹ ਵਿਸਾਰ ਦਿੰਦਾ ਹੀ ਮਾਇਆ। ਅਗਲੇ ਬੰਨੇ ਤੁੱਕ ਬੋਲੋ ਨਹੀਂ ਦੇਗਾ। ਅਗਲੀ ਤੋਂ ਇਹੀ ਗੱਲ ਕਹਿ ਰਹੀ ਹੈ, ਕਹਿੰਦੇ ਕਿ ਕੀ ਹੁੰਦਾ ਹੈ ਫਿਰ, ਕਰਦਾ ਕੀ ਹੈਗਾ ਉਹ? ਕਹਿੰਦਾ ਧੰਦਾ ਕਰਤਿਆਂ ਜਨਮ ਗਿਆ। ਆ ਲੋ, ਧੰਦਿਆਂ ਦੇ ਵਿੱਚ ਜਨਮ ਚਲੇ ਜਾਂਦਾ ਉਹਦਾ। ਸਿਰ ਖੁਰਕਣ ਦੇ ਸਾਨੂੰ ਤਾਂ ਇਹ ਤਾਂ ਬੋਲਣਾ ਦਾ ਕੰਮ ਹੈ, ਸਾਨੂੰ ਤਾਂ ਸਿਰ ਖੁਰਕਣ ਦੀ ਫਿਰ ਫੁਰਸਤ ਹੈ ਨਹੀਂ ਕਿ ਭਾਈ। ਧੰਦਾ ਕਰਤਿਆਂ ਜਨਮ ਗਿਆ, ਅੰਦਰ ਦੁੱਖ ਸਾਮ। ਕਹਿੰਦੇ ਅੰਦਰ ਤਾਂ ਫਿਰ ਦੁੱਖ ਹੀ ਦੁੱਖ ਆ, ਉਹ ਤਾਂ ਤੈਨੂੰ ਜਿਹੜੇ ਸਹਿਣੇ ਪੈਣੇ ਆ ਭਾਈ। ਹਾਂਜੀ ਗੋਲ ਆ ਬਈ ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੁਸੀਂ ਬਾਹਰਲੇ ਪਦਾਰਥਾਂ ਨੂੰ ਤੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਲਈ ਆਪਣਾ ਜੀਵਨ ਵੀ ਨਸ਼ਟ ਕਰ ਲਿਆ, ਪਰ ਤੇਰੇ ਅੰਦਰ ਤੇ ਔਗਣਾਂ ਦੀ ਅੱਗ ਲੱਗੀ ਹੋਈ। ਹਾਂ, ਅੰਦਰ ਤਾਂ ਉਹੀ ਦੁੱਖ ਹੈ, ਉਹੀ ਚੱਲੀ ਜਾ ਰਿਹਾ। ਹਾਂ, ਤੂੰ ਛੱਡਦਾ ਪਿਆ ਉਹਦੇ ਅੰਦਰ। ਜਿੱਦਾਂ 5 ਕਿਸਮ ਦੇ ਸਟੋਵ ਚੱਲਦੇ ਹੁਣ ਤੇ ਤੂੰ ਉੱਤੇ ਤੋਂ ਬੈਠਾ। ਹਾਂ, ਬਿਲਕੁਲ। ਤੇ ਬਾਹਰ ਤੂੰ ਏਸੀ ਵੀ ਚਗਾਉਂਦਿਆ ਵਾ, ਤੇ ਏਸੀ ਤੇਰੇ ਕਿਸੇ ਕੰਮ ਦੇ ਨਹੀਂ। ਜੋ ਤੇਰਾ ਅੰਤਰਾ ਕਰਨੀ ਸ਼ਾਂਤ ਨਹੀਂ ਆ, ਤੈਨੂੰ ਸੁੱਖ ਦੀ ਅਨੁਭਵ ਹੋਣਾ ਕਿੱਥੋਂ ਆ? ਸੁੱਖ ਤੈਨੂੰ ਚੰਗਾ ਨਹੀਂ ਲੱਗਣਾ। ਫਿਰ ਮੇਰੇ ਕਤੇਸ਼ਨਾ ਵਾ, ਇਹ ਨਹੀਂ ਸਹੀ, ਉਹ ਸਹੀ, ਫਿਰ ਉੱਥੇ ਜਾਣਾ ਉਹ ਨਹੀਂ ਸਹੀ, ਫਿਰ ਉਹ ਸਹੀ। ਇਹ ਤਾਂ ਜੀਵਨ ਭਰ ਤੁਰਦਾ ਰਹੀ ਤੇ ਤੇਰਾ ਜੀਵਨ ਜਿਹੜਾ ਕਿਸ ਸਾਈਡ ਤੇ ਨਹੀਂ ਪਹੁੰਚਣਾ। ਹਾਂਜੀ ਨਿੱਜਰ ਸਾਹਿਬ। ਅਗਲੀ ਲਾਸਟ ਫਿਰ ਕਹਿੰਦੇ ਆ, ਪਾਏ ਨਾਨਕ ਸਤਿਗੁਰ ਸੇਵ ਸੁਖ ਪਾਇਆ। ਬਾਰ-ਬਾਰ ਦੇਖ ਲਓ ਬਾਣੀ ਉਹੀ ਕਹਿ ਰਹੀ ਹੈ, ਬ੍ਰਹਮ ਗਿਆਨੀਆਂ ਦੇ ਦੱਸੇ ਮਾਰਗ ਤੇ ਚੱਲਣ ਦੇ ਨਾਲ ਹੀ ਸੁਖ ਪਾਇਆ ਜਾ ਸਕਦਾ ਆ। ਮਾਲਕ ਨੇ ਸੁਖ ਰੱਖਿਆ ਹੀ ਇੱਥੇ ਆ, ਕੁੰਜੀ ਤਾਂ ਆਹੀ ਹੈਗੀ ਆ। ਤੇ ਤਾਲਾ ਕਿਵੇਂ ਖੁੱਲ ਜਾਊਗਾ? ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਾਲਾ ਜੇ ਕਿਵੇਂ ਖੁੱਲ ਜਾਏਗਾ ਭਾਈ? ਕਿਵੇਂ ਨਾਮ ਵਾਲੀ ਵਸਤੂ ਜਿਹੜੀ ਹੈ, ਕਿੱਥੇ ਪਹੁੰਚ ਜਾਵਾਂਗੇ ਨਾਮ ਵਾਲੀ ਵਸਤੂ ਤੱਕ? ਕਹਿੰਦੇ ਮਾਇਆ ਨੇ ਤਾਂ ਉਹ ਵੇੜੀ ਹੋਈ ਆ, ਮਾਇਆ ਨੇ ਪੂਰੀ ਜਕੜੀ ਹੋਈ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ। ਸਪਣੀ ਐਸੀ ਹੈ, ਉਹਨੇ ਜਕੜ ਕੇ ਰੱਖਿਆ ਹੋਇਆ। ਕਿਸ ਤਰ੍ਹਾਂ ਲੈ ਲਓਗੇ ਤੁਸੀਂ? ਉਹਦੇ ਵਿੱਚੋਂ ਦੀ ਕਿਵੇਂ ਕੱਢੋਗੇ? ਠਾਹ ਡੰਗ ਮਾਰਦੀ ਆ ਉਹ। 5 ਡੰਗ ਹੈਗੇ ਉਹਦੇ। ਨਾਨਕ ਸਤਿਗੁਰ ਸੇਵ ਸੁਖ ਪਾਇਆ, ਜਿਹਨੇ ਪੂਰਬ ਲਿਖਿਆ ਕਰਾਮ। ਕਹਿੰਦੇ ਔਰ ਸਤਿਗੁਰੂ ਕਿਵੇਂ ਮਿਲਦੇ ਆ? ਕਿਵੇਂ ਆਪਾਂ ਨੂੰ ਬ੍ਰਹਮ ਗਿਆਨੀ ਮਿਲ ਜਾਂਦੇ ਆ? ਹੋਰ ਬਾਕੀਆਂ ਨੂੰ ਕਿਉਂ ਨਹੀਂ ਮਿਲ ਗਏ? ਇੰਨੇ ਜਿਹੜੀ 7 ਬਿਲੀਅਨ ਕਿੰਨੀ ਜਿਹੜੀ ਹੈ ਸੰਸਾਰ ਦੀ ਪਾਪੂਲੇਸ਼ਨ ਹੈਗੀ ਆ। ਇੰਡੀਆ ਦੀ ਪਾਪੂਲੇਸ਼ਨ 130 ਹੈਗੀ ਆ, 130 ਕਰੋੜ। ਤੇ ਉਹਦੇ ਵਿੱਚੋਂ ਆ ਜਿਹੜੇ ਹੈਗੇ ਆਈ ਕਿਉਂ ਇਕੱਠੇ ਹੋਏ ਇੱਥੇ? ਇੰਨੇ ਕਿਉਂ ਇਕੱਠੇ ਹੋਏ? ਹੋਰ ਜਿਹੜੇ ਆ ਰਹੇ ਆ ਇਹੀ ਕਿਉਂ ਆ ਰਹੇ ਆ? ਸਾਰੇ ਕਿਉਂ ਨਹੀਂ ਆ ਰਹੇ? ਆ ਦੇਖ ਲਓ ਭਾਈ, ਜਿਹੜੇ ਇਹਨਾਂ ਦੇ ਕਰਮ ਲਿਖੇ ਹੋਏ ਆ, ਇਹਨਾਂ ਨੇ ਪਹਿਲਾਂ ਜਿਹੜੇ ਹੈਗੇ ਪੁੰਨ ਕੀਤੇ ਹੋਏ ਆ, ਇਹਨਾਂ ਨੇ ਜਿਹੜੇ ਸਤੋਗੁਣੀ ਬਿਰਤੀ ਹੈਗੀ। ਮਾਲਕ ਨੂੰ ਪਤਾ ਹੈ ਇਹਨਾਂ ਦੇ ਅੰਦਰ ਜਿਹੜੀ ਹੈਗੀ ਇਹ ਨਾਮ ਦਾ ਬੀਜ ਉਗਣਾ ਹੈ ਇਹਨਾਂ ਦੇ ਅੰਦਰ। ਇਸ ਕਰਕੇ ਇਹ ਮਾਲਕ ਨੇ ਭੇਜੇ ਆ। ਆਪਾਂ ਦੇਖੋ, ਆਪਾਂ ਖੁਦ ਤੇ ਲਾਓ ਵੀ ਅਸੀਂ ਕਿਵੇਂ ਇਹਦੇ ਵਿੱਚ ਆ ਗਏ। ਆਪਾਂ ਆ ਜਿਹੜਾ ਧਿਆਨ ਸਿਮਰਨ ਵਾਲੀ ਗੱਲ, ਇਸ ਗਰੁੱਪ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਆਏ ਆ, ਆਪਣੇ ਤੇ ਲਾਓ ਨਾ। ਆਪਾਂ ਸਾਡੇ ਅੰਦਰ ਇਹ ਕਿਵੇਂ ਆ ਗਏ ਅਸੀਂ, ਤਾਂ ਆਟੋਮੈਟਿਕਲੀ ਗੱਲ ਖੁੱਲ ਜਾਏਗੀ। ਜਿਨ ਪੂਰਬ ਲਿਖਿਆ ਕਰਾਮ, ਆਪਣੇ ਆਪ ਪਤਾ ਲੱਗ ਜਾਏਗਾ। ਨਾਨਕ ਸਤਿਗੁਰ ਸੇਵ ਸੁਖ ਪਾਇਆ, ਜਿਹਨੇ ਪੂਰਬ ਲਿਖਿਆ ਕਰਾਮ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਅਹਿਸਾਸ ਸੰਗਤ ਜੀ, ਤੁਸੀਂ ਸਾਰੇ ਵਧਾਈ ਦੇ ਪਾਤਰ ਜੋ। ਆਉਣ ਵਾਲੇ ਸਮੇਂ 'ਚ 2 ਸਾਲ ਦਾ ਟਾਈਮ ਦਿੱਤਾ, ਵੈਸੇ ਵੀ 5-5 6-6 ਮਹੀਨੇ ਆਲਰੇਡੀ ਲਾਏ। 2-2.5 ਸਾਲ 'ਚ ਇੱਥੇ 70-80 ਬ੍ਰਹਮ ਗਿਆਨੀ ਧਰਤੀ ਤੇ ਆ ਜਾਣੇ ਆ। ਇਹ ਧਰਤੀ ਜਗੂਗੀ, ਅਗਲੀ ਜਗੂਗੀ। ਅਨੰਤ ਜਨਮਾਂ ਤੋਂ ਇੰਤਜ਼ਾਰ ਹੋ ਰਿਹਾ ਸੀ। ਇਹ ਤੇ ਪਤਾ ਹੀ ਨਹੀਂ। ਇਹ ਤੇ ਬੜੀ ਵਿਧ ਬਣੀ। ਵੇਖੋ ਹੁਣ ਕਿੱਡਾ ਸੋਹਣਾ ਕਾਰਜ ਬਣਿਆ। ਪਹਿਲੇ ਜ਼ਮਾਨੇ 'ਚ ਨਜ਼ਰ ਸਾਹਿਬ ਟੈਕਨੀਕ ਹੀ ਨਹੀਂ ਹੈਗੀ ਸੀ। ਬਿਲਕੁਲ। ਤੁਸੀਂ ਆਪ ਦੇਖੋ, ਗੁਰੂ ਨਾਨਕ ਪਾਤਸ਼ਾਹ ਨੂੰ ਕਿੰਨੀਆਂ ਦਾਸੀਆਂ ਕਰਨੀਆਂ ਪਈਆਂ ਬੰਦੇ ਲੱਭਣ ਦੇ ਲਈ। ਬੰਦੇ ਕਿਤੇ ਲੱਭਦੇ? ਮੈਂ ਤਾਂ ਗੋਰਖੀ ਸਾਹਿਬ, ਮੈਂ ਨਾ ਆਪਣਾ ਦੱਸਦਾ ਹਾਂ ਗੋਰਖੀ ਸਾਹਿਬ, ਦੇਖ ਲਓ ਮੈਨੂੰ, ਮੇਰੀ 75 ਸਾਲ ਦੀ ਉਮਰ, 75ਵਾਂ ਚੱਲ ਰਿਹਾ ਆ। ਮੈਂ 40 ਸਾਲ ਜਿਹੜਾ ਹੈਗਾ ਐਸੇ ਤਰੀਕੇ ਦੇ ਨਾਲ, ਹਾਲਾਂਕਿ ਰਿਹਾ ਜਿਹੜੇ ਗੁਰਬਾਣੀ ਦੇ ਵਿੱਚ ਹੀ ਰਿਹਾ, ਸੰਗਤ ਦੇ ਵਿੱਚ ਹੀ ਰਿਹਾ, ਪਰ ਆਹ ਚੀਜ਼ ਨਹੀਂ ਪਤਾ ਲੱਗੀ ਪਾਈ। ਆ ਧਿਆਨ ਸਿਮਰਨ ਵਾਲੀ ਗੱਲ, ਇਹ ਸੁਣਨ ਦੇ ਵਿੱਚ ਬੈਠਣਾ ਕਿਵੇਂ ਹੈਗਾ, ਕਿਵੇਂ ਜਿਹੜਾ ਹੈਗਾ ਅਸੀਂ ਤਾਂ ਬਸ ਵਾਹਿਗੁਰੂ 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 ਕਰਦੇ ਕਰਦੇ ਜਿਹੜੇ ਹੈਗੇ ਆ, ਬਸ ਉਸ ਜਗ੍ਹਾ ਤੇ ਜਿਹੜੇ ਹੈਗੇ, ਬਸ ਉਸ ਤੋਂ ਅੱਗੇ ਕਿਵੇਂ ਜਾਣਾ ਹੈ, ਉਸ ਪੁਆਇੰਟ ਤੋਂ ਉਹ
ਮਾੜਾ ਜਿਹਾ ਥੋੜੀ ਦੇਰ ਵਾਸਤੇ ਵਿਚਾਰ ਮੁਕਤ ਹੁੰਦੇ ਸੀ, ਵਾਪਸ ਫਿਰ ਦੁਨੀਆਦਾਰੀ ਦੇ ਵਿੱਚ ਆ ਜਾਂਦੇ ਸੀਗੇ। ਉਸ ਸੁਣਨ ਜਿਹੜਾ ਹੈਗਾ, ਉਹ ਸੁਣਨ ਦਾ ਜਿਹੜਾ ਸ਼ਬਦ ਹੈਗਾ ਉਹਨੂੰ ਕਿਸ ਤਰ੍ਹਾਂ ਫੜਨਾ ਹੈ, ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਸ਼ਾਂਤ ਹੋ ਕੇ ਚੁੱਪ ਹੋ ਕੇ ਬੈਠਣਾ ਆ ਔਰ ਵਿਚਾਰਾਂ ਨੂੰ ਦੇਖਣਾ ਹੈ ਔਰ ਸੁਣਨ ਦਾ ਜਿਹੜਾ ਸ਼ਬਦ ਆਪਣੇ ਅੰਦਰ ਜਿਹੜਾ ਹੈਗਾ ਬ੍ਰਹਿਮੰਡ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਉਹਦੇ ਨਾਲ ਜੁੜ ਕੇ ਉਹਨੇ ਕਿਵੇਂ ਆਪਾਂ ਨੂੰ ਕ੍ਰਾਸ ਕਰਾ ਦੇਣਾ ਹੈ ਵਿਚਾਰ ਮੰਡਲ। ਆਹ ਚੀਜ਼ ਤਾਂ ਪਤਾ ਹੀ ਨਹੀਂ ਸੀਗੀ ਗੋਲਖੀ ਸਾਹਿਬ। ਮੈਂ ਤਾਂ ਆਪਣਾ ਜਿਹੜਾ ਹੈਗਾ ਕਲੀਅਰ ਕੱਟ ਆਪਣਾ ਹੀ ਢਿੱਡ ਨੰਗਾ ਕਰਕੇ ਦੱਸਦਾ ਹੈ ਭਾਈ। ਹਾਂਜੀ ਵੀਰ ਜੀ। ਹਾਂ ਬਿਲਕੁਲ ਸਹੀ ਹੈ। ਇਹ ਨਿੱਜਰ ਸਾਹਿਬ ਤਕਨੀਕ ਕੁਛ ਵੀ ਨਹੀਂ ਹੈਗੀ। ਮੈਂ ਸੋਚਦਾ ਬ੍ਰਹਮ ਵੱਲੋਂ ਹੀ ਕੋਈ ਆਈਡੀਆ ਜਿਹਾ, ਜਦ ਕਿ ਇੰਨੇ ਗ੍ਰੰਥ ਮੈਂ ਵੇਖਣ ਦਿਆ ਵਾਂ, ਬੜੇ ਗ੍ਰੰਥ ਪੜ੍ਹੇ ਆ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕੋਈ ਪੜ੍ਹਿਆ ਨਹੀਂ, ਬਹੁਤ ਪੜ੍ਹੇ, ਉਪਨਿਸ਼ਦ ਐਰਾ ਵਗੈਰਾ ਸਾਰੇ ਬੜੇ ਹੋਰ ਗ੍ਰੰਥ ਹੈਗੇ ਨੇ ਹਿੰਦੂਆਂ ਦੇ ਗ੍ਰੰਥ, ਮੈਂ ਸਾਰੇ ਪੜ੍ਹੇ। ਅਸਲ ਦੇ ਵਿੱਚ ਉਹ ਕਹਿੰਦੇ ਆ ਨਿਰਵਿਚਾਰ ਹੋ ਜਾਓ, ਪਰ ਟੈਕਨੀਕ ਨਹੀਂ ਦੱਸੀ ਕਿਤੇ। ਬਿਲਕੁਲ ਟੈਕਨੀਕ ਨਹੀਂ ਦੱਸੀ, ਟੈਕਨੀਕ ਗੁਪਤ ਰਹਿ ਜਾਂਦੀ ਆ। ਹਾਂ ਇਹ ਸੱਚ ਜੇ ਇਹ ਝੂਠ। ਇੱਕ ਤੇ ਸੋਚੇ ਨਾ ਕਿ ਵਪਾਰ ਮਾਰਨੇ ਆ, ਇਹ ਟੈਕਨੀਕ ਤੇ ਆਪਾਂ ਲੱਭ ਲਈ। ਇਹ ਛੋਟੀ ਜਿਹੀ ਟੈਕਨੀਕ ਹੈ, ਕੁਛ ਵੀ ਨਹੀਂ। 5 ਮਿੰਟ ਵੈਗਰੂ ਕਹਿ ਕੇ ਚੁੱਪ ਹੋ ਜਾਓ, ਬਸ ਉਹ ਟੈਕਨੀਕ ਆਪੇ ਬਣ ਜਾਣੀ ਆ। ਉਹ ਇੱਕ ਯੁਕਤੀ ਹੈ, ਬਹੁਤ ਵਧੀਆ। ਉਹ ਯੁਕਤੀ ਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਵਿੱਚ ਤੇ ਸਾਰੀ ਕੁੰਡੀ ਆ। ਜੇ ਮੇਰੀ ਜੀਵਨ ਦੀ ਪ੍ਰਾਪਤੀ ਕਹਿ ਲਓ ਨਾ, ਕਿ ਮੇਰੇ ਜੀਵਨ ਦੀ ਕੁਛ ਵੀ ਪ੍ਰਾਪਤੀ ਨਹੀਂ ਆ ਇੱਕ ਛੋਟੀ ਜਿਹੀ ਮੈਂ ਕਹਿਤਾ ਕਿ 5 ਮਿੰਟ ਨਾਮ ਜਪਣਾ ਤੇ ਚੁੱਪ ਹੋਣਾ, ਬਸ 5 ਮਿੰਟ, ਫਿਰ 5 ਮਿੰਟ ਬਹੁਤ ਜਪਣਾ, ਫਿਰ ਚੁੱਪ ਹੋਣਾ। ਇਹਦੇ ਵਿੱਚ ਤੇ ਗੇਮ ਬਣ ਜਾਣੀ ਹੈ 5-6 ਦਿਨਾਂ ਚ, ਬੜੀ ਛੋਟੀ ਜਿਹੀ ਗੇਮ। ਔਰ ਜਿੱਥੋਂ ਆਪਾਂ ਦੇਖੋ ਮਨ ਨੂੰ ਕੀ ਕਹਿਣਾ ਹੈ ਕਿ ਮਨ ਦੇ ਉੱਤੇ ਨਾ 5 ਪਰਤਾਂ ਬਣੀਆਂ ਹੋਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ। ਜਦੋਂ ਵੀ ਮਨ ਦੇ ਅੰਦਰ ਸੁੱਟੀ ਜਾਂਦੀ ਹੈ ਨਾ, ਉਹ ਵਿਚਾਰ ਇਹਨੂੰ ਮਿਲਣਾ ਹੀ ਮਿਲਣਾ ਵਾ। ਆਪ ਜਸਟ ਸੋਚੋ, ਤੁਹਾਡੇ ਘਰ ਦੇ ਤੁਸੀਂ ਬਾਹਰ ਨਿਕਲਾਂ ਤੇ 5 ਦਰਵਾਜ਼ੇ ਆ। ਹੁਣ ਤੁਸੀਂ ਬਾਹਰ ਆ ਗਏ, ਜਦੋਂ ਜਾਗੇ ਤੁਸੀਂ ਤੇ ਬਾਹਰ ਆ ਗਏ ਮਾਇਆ ਦੇ ਵਿੱਚ। ਹੁਣ ਤੁਸੀਂ ਵਾਪਸ ਹੋਣਾ ਵਾ, ਜਦੋਂ ਵੀ ਆਇਆ ਦਰਵਾਜ਼ਾ ਕੋਈ ਨਾ ਕੋਈ ਹੋਣਾ ਹੀ ਆ। ਉਹਨੇ ਨਿਜਰ ਸਾਹਿਬ ਸਾਡੀ ਸੋਚੀ ਨੂੰ ਖਿੱਚ ਲੈਣਾ। ਬਿਲਕੁਲ ਉਹ ਨਿੱਜ ਘਰ ਚ ਉਹਨੇ ਆਉਣ ਹੀ ਨਹੀਂ ਦੇਣਾ। ਉਹ ਜਦੋਂ ਆਉਂਦੀ ਹੈ ਰਾਤ ਨੂੰ, ਉਦੋਂ ਨਿਜਰ ਸਾਹਿਬ ਆਪਾਂ ਸੁੱਤੇ ਹੁੰਦੇ ਆ, ਸੌ ਜਾਂਦੇ ਆ ਆਪਾਂ। ਪਰ ਇੱਕ ਚੀਜ਼ ਹੈਗੀ ਆ, ਜਿੱਥੋਂ ਤੁਸੀਂ ਜਾਗਰਤ ਅਵਸਥਾ ਦੇ ਵਿੱਚ ਇੱਕ ਵਾਰੀ ਨਿੱਜ ਘਰ ਜਾ ਕੇ ਬਹਿ ਗਏ 5 ਮਿੰਟ, ਤੁਹਾਡਾ ਜੀਵਨ ਇੱਕ ਸਾਰਾ ਦਾ ਸਾਰਾ ਹੀ ਬਦਲ ਜਾਣਾ। ਇੰਨਾ ਫਰਕ ਹੈ ਨਿਜਰ ਸਾਹਿਬ ਉਹਨਾਂ ਉਗਰਾਂ ਨੂੰ, ਆਪਾਂ ਜਿਹਨਾਂ ਨੂੰ ਧੱਕੇ ਦੇ ਦਿੰਦੇ ਆ, ਆਪਾਂ ਚਾਹੁੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਤੋਂ ਦੂਰ ਹੋ ਜਾਣਾ, ਉਹਨਾਂ ਵਿਚਾਰੇ ਨੇ ਆਪੇ ਭੱਜ ਜਾਣਾ ਤੁਹਾਡੇ ਤੋਂ। ਇੰਨਾ ਫਰਕ ਨਿਜਰ ਸਾਹਿਬ ਵੇਖ ਲਓ ਨਿਰਵਿਚਾਰ ਹੋਣ ਦੇ ਨਾਲ ਕੱਲਾ। ਤੇ ਜੇ ਅਸੀਂ ਸੋਚੀਏ ਕਿ ਨਿਰਵਿਚਾਰ ਤੋਂ ਬਿਨਾਂ ਅਸੀਂ ਹੋਰ ਜੋ ਮਰਜ਼ੀ ਕਰੀ ਜਾਈਏ, ਜੋ ਮਰਜ਼ੀ ਕਰਕੇ ਦੇਖ ਲਈਏ, ਉਹ ਨਿਰਵਿਚਾਰ ਜਦੋਂ ਆਪਾਂ ਹੁੰਦੇ ਉਸ ਤੋਂ ਬਾਅਦ ਹੀ ਨਿਜਰ ਸਾਹਿਬ ਸਾਡੇ ਮਨ ਨੂੰ ਔਗਣ ਛੱਡਦੇ, ਉਹ ਤਾਂ ਮਨ ਨਹੀਂ ਮੁਕਤ ਨਹੀਂ ਹੋ ਸਕਦਾ। ਔਗਣ ਹੈ ਹੀ ਗੋਰਖੀ ਸਾਹਿਬ ਵਿਚਾਰ ਨਿਰਵਿਚਾਰ ਹੋਣਾ ਮਤਲਬ ਔਗੁਣਾ ਤੋਂ ਪਰੇ ਹੋਣਾ ਹੈ। ਬਸ ਵਿਚਾਰ ਜੀ ਹੈ, ਵਿਚਾਰ ਹੀ ਤਾਂ ਹੈਗੇ ਜਿਹੜੇ ਹੈ ਕਾਮ, ਕ੍ਰੋਧ, ਲੋਭ, ਹੰਕਾਰ ਵਿਚਾਰਾਂ ਦੇ ਨਾਲ ਤਾਂ ਚਿੰਬੜਦੇ ਆ। ਹਾਂ, ਤੇ ਉਸ ਲਈ ਬਾਣੀ ਕਹਿੰਦੀ ਹੈ ਅਣ ਦੇਣਾ, ਮਤਲਬ ਕਿ ਹਰ ਦਿਨ ਉਹ ਪ੍ਰੈਕਟਿਸ ਕਰਦੇ ਰਹੋ। ਥੋੜਾ ਸ਼ੀਸ਼ਾ ਗੰਦਾ ਹੋਵੇ ਨਾਲ ਹੀ ਸਾਫ਼ ਕਰ ਲਿਆ, ਮਾੜਾ ਜਿਹਾ ਗੰਦਾ ਹੋ ਗਿਆ, ਪਰ ਇੱਕ ਸਮਾਂ ਆਊਗਾ ਤੁਹਾਡੇ ਅੰਦਰ ਐਸਾ ਦੀ ਅਵਸਥਾ ਬਣ ਜਾਣੀ, ਜੇ ਗੱਡੀ ਦੇ ਵਾਈਪਰ ਨਹੀਂ ਲੱਗੇ ਹੁੰਦੇ ਨੇ ਜੱਜ ਸਾਹਿਬ, ਵਾਈਪਰ ਚਾਲੂ ਕੀਤਾ ਹੋ ਗਏ, ਸ਼ੀਸ਼ਾ ਨਾਲ ਹੀ ਸਾਫ਼ ਹੋ ਗਿਆ। ਇਸ ਤਰ੍ਹਾਂ ਕੁਝ ਜਦੋਂ ਤੁਹਾਡਾ ਮਨ ਨਿਰਵਿਚਾਰ ਹੋਣ ਲੱਗ ਪਿਆ ਨਾ, ਮਨ ਤਾਂ ਮਤਲਬ ਕਹਿਣ ਤੋਂ ਪਾ ਕੇ ਨਿਰਵਿਚਾਰ ਚ ਜਦੋਂ ਵੀ ਤੁਸੀਂ ਹੋ ਗਏ ਨਾ, ਬਹਿ ਗਏ, ਫਿਰ ਕੀ ਹੋਣਾ ਹੈ, ਫਿਰ ਤੁਹਾਨੂੰ ਜੈਸੇ ਨੂੰ ਤੈਸੇ ਵੇਖਣ ਚ ਕੋਈ ਪ੍ਰੋਬਲਮ ਨਹੀਂ ਹੋਣੀ। ਤੁਸੀਂ ਵੇਖ ਸਕਦੇ ਜਥਾਰਕ ਤੱਕ, ਬੜੀ ਦੂਰ ਤੱਕ ਦੇਖੋਗੇ। ਬੇਹੋਸ਼ੀ ਦਾ ਜੀਵਨ ਹੀ ਹੁਣ ਜਾਂ ਬੰਦਾ ਤੇ ਬੇਹੋਸ਼ੀ ਚ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਉਹ ਤੇ ਹਲਕੇ ਕੁੱਤੇ ਨੂੰ ਕਰਦੇ ਆ ਨਿੱਜਰ ਸਾਹਿਬ। ਉਹ ਜੋ ਗੰਦ ਮੰਦ ਗੱਡੀ ਚ ਲੱਦੀ ਜਾਂਦੇ ਆ। ਕੱਲ ਵੀ ਬਾਣੀ ਚ ਜ਼ਿਕਰ ਆਇਆ, ਤੂੰ ਗੱਡੀ ਤੇਰੀ ਤੁਰਨੀ ਨਹੀਂ, ਤੂੰ ਤੇ ਇੰਨਾ ਲੋਡ ਲੱਦ ਲਿਆ, ਉਹ ਮਾੜੀ ਜਿਹੀ ਕਿਸ਼ਤੀ ਮਾੜੀ ਜਿਹੀ ਤੇ ਪਾਣੀ ਚ ਤਾਰੀ ਨਾਲ ਹੀ ਡੁੱਬ ਜਾਣੀ। ਬਿਲਕੁਲ ਉਹਨੇ ਦੂਜੇ ਬੰਨੇ ਨਹੀਂ ਜਾਣਾ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਅੱਗੇ ਪੌੜੀ ਆ ਗਈ ਜੀ, ਜਿਹਦੇ ਵਾਸਤੇ ਸਾਰਾ ਕੁਛ ਦੋਨੋਂ ਸ਼ਲੋਕ ਸੀਗੇ। ਪੌੜੀ ਲੇਖਾ ਪੜੀਏ ਹਰ ਨਾਮ, ਫਿਰ ਲੇਖ ਨਾ ਹੋਈ। ਦੇਖ ਲਓ, ਕਹਿੰਦੇ ਜੇ ਤੂੰ ਹੁਣ ਚਾਹੁੰਦਾ ਹੈ ਵੀ ਇਹ ਜਨਮ ਮਰਨ ਦੇ ਗੇੜੇ ਚੋਂ ਬਾਹਰ ਆਉਣਾ ਚਾਹੁੰਦਾ ਹੈ, ਤੇ ਧਰਮਰਾਜ ਦੇ ਕੋਲ ਤੇਰੀ ਲਿਖਤ ਜਿਹੜੀ ਹੈ, ਤੇਰੀ ਫਾਈਲ ਜਿਹੜੀ ਹੈਗੀ, ਉੱਥੇ ਉਹ ਕਾਟੀ ਵੱਜ ਜਾਏ ਤੇਰੇ ਪੇਜ ਦੇ ਉੱਤੇ, ਤੇ ਤੇਰਾ ਲੇਖਾ ਖਤਮ ਹੋ ਜਾਏ, ਤੇ ਕਹਿੰਦੇ ਵੀ ਪਰਮੇਸ਼ਰ ਦੇ ਨਾਮ ਨੂੰ ਪੜ੍ਹਨਾ ਪੈਣਾ। ਲੇਖਾ ਪਰਮੇਸ਼ਰ ਦੇ ਨਾਮ ਦਾ ਪੜ੍ਹਨਾ ਪੈਣਾ ਤੈਨੂੰ। ਇਹ ਲੇਖ ਲਿਖਣਾ ਪੈਣਾ ਤੈਨੂੰ, ਪਰਮੇਸ਼ਰ ਦੇ ਨਾਮ ਵਾਲਾ ਧਿਆਨ ਸਿਮਰਨ ਵਾਲਾ ਕੰਮ ਕਰਨਾ ਪੈਣਾ, ਤਾਂ ਫਿਰ ਤੇਰਾ ਇਹ ਸਾਰਾ ਦਾ ਸਾਰਾ ਲੇਖਾ ਖਤਮ ਹੋ ਸਕਦਾ ਹੈ। ਫਿਰ ਲੇਖ ਹੋਏਗਾ ਹੀ ਨਹੀਂ, ਕੋਈ ਲੇਖ ਨਹੀਂ ਹੋਏਗਾ, ਕੋਈ ਕਰਮ ਨਹੀਂ ਹੋਣਗੇ ਤੇਰੇ ਜਿਹੜੇ ਹੈਗੇ। ਕੋਈ ਧਰਮਰਾਜ ਦੇ ਕੋਲ ਤੈਨੂੰ ਕਹਿਣ ਦੀ ਜਿਹੜੀ ਹੈ ਉਹ ਨਹੀਂ ਹੋਏਗੀ।
ਉਹਨੂੰ ਜਿਹੜਾ ਹੈਗਾ ਉਹ ਤੈਨੂੰ ਜਿਹੜਾ ਹੈਗਾ ਓਏ ਨਹੀਂ ਕਹਿ ਸਕਦਾ ਧਰਮਰਾਜ। ਹੱਥ ਜੋੜੇਗਾ ਧਰਮਰਾਜ ਤੇਰੇ ਅੱਗੇ। ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਏ ਹਰ ਦਰੇ ਸਦ ਢੋਈ। ਕਹਿੰਦੇ ਤੈਨੂੰ ਕੋਈ ਪੁੱਛ ਨਹੀਂ ਸਕਦਾ ਉਹ ਕਿੱਥੇ ਆ ਗਿਆ ਆ। ਕਹਿੰਦੇ ਪਰਮੇਸ਼ਰ ਦੇ ਦਰ ਦੇ ਉੱਤੇ ਹਮੇਸ਼ਾ ਤੇਰੇ ਹਮੇਸ਼ਾ ਵਾਸਤੇ ਤੈਨੂੰ ਢੋਈ ਮਿਲ ਜਾਏਗੀ। ਮਾਲਕ ਦੇ ਦਰ ਤੇ ਪਹੁੰਚ ਜਾਏਗਾ, ਮਾਲਕ ਦੇ ਮਹਿਲ ਦਾ ਵਾਸੀ ਹੋ ਜਾਏਗਾ। ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਏ ਹਰ ਦਰੇ ਸਦ ਢੋਈ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਕਿਉਂਕਿ ਰਸਤਾ ਜਿਹੜਾ ਹੈਗਾ ਇਹ ਉੱਥੋਂ ਹੀ ਜਾਂਦਾ ਹੈ, ਜਮਕਾਲ ਦੀ ਕਚਹਿਰੀ ਦੇ ਵਿੱਚੋਂ ਦੀ ਜਾਂਦਾ ਹੈ। ਜਮਕਾਲ ਬਾਹਰ ਖੜਾ ਹੁੰਦਾ ਹੈ ਸਰੋਪਾ ਲੈ ਕੇ, ਬਈ ਆ ਆਇਆ ਭਾਈ, ਆ ਸੂਰਮਾ ਆ ਗਿਆ। ਕਹਿੰਦੇ ਉਹ ਵੀ ਜਿਹੜਾ ਹੈਗਾ ਭੇਟਾ ਤਿਆਰ ਰੱਖਦਾ ਹੈ, ਲੈ ਬਈ ਆ ਭੇਟਾ ਮੇਰੇ ਵੱਲੋਂ ਲੈ ਕੇ ਜਾ। ਔਰ ਉਹ ਮਾਲਕ ਪਰਮਾਤਮਾ ਜਿੱਥੇ ਤੂੰ ਜਾ ਰਿਹਾ ਆ ਉਹਨੂੰ ਮੇਰੇ ਵੱਲੋਂ ਬੇਨਤੀ ਕਰਦੀ ਵੀ ਮੈਂ ਵੀ ਬਥੇਰਾ ਆ ਜਿਹੜਾ ਹੈਗਾ ਚੀਲ ਝਿਗਾੜਾ ਜਿਹੜਾ ਹੈਗਾ ਸਾਰਾ ਜਿਹੜਾ ਲੋਕਾਂ ਦੇ ਰੋਣੇ ਚੀਕਣੇ ਸਾਰੇ ਜੂਨਾਂ ਦਾ ਮੈਂ ਥੱਕ ਗਿਆ ਭਾਈ, ਮੇਰੇ ਵੱਲੋਂ ਵੀ ਕਹਿ ਦੇ ਮੈਨੂੰ ਵੀ ਦੇ ਦੇ ਉਹ ਮਨੁੱਖਾ ਜੂਨ, ਤੇ ਮੈਂ ਵੀ ਜਿਹੜਾ ਹੈਗਾ ਇੱਕ ਛਲਾਂਗ ਲਗਾ ਲਾ ਮਾਲਕ ਦੇ ਵੱਲ, ਮੇਰੇ ਵੱਲੋਂ ਜਿਹੜਾ ਬੇਨਤੀ ਕਰਦੀ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਕਹਿੰਦੇ ਕਿਵੇਂ ਮਿਲ ਗਿਆ? ਕਹਿੰਦੇ ਪੂਰੇ ਦੇ ਲੜ ਲੱਗੇ ਆ, ਪੂਰਾ ਬ੍ਰਹਮ ਗਿਆਨੀ ਮਿਲਿਆ ਆ, ਪੂਰਾ ਗੁਰੂ ਮਿਲੇ ਆ, ਪੂਰਾ ਗਿਆਨ ਮਿਲਿਆ ਆ। ਇਹਦਾ ਮਤਲਬ ਪੂਰਾ ਹੈਗਾ ਤੇ ਅਧੂਰੇ ਵੀ ਬਥੇਰੇ ਹੈਗੇ ਭਾਈ। ਅਧੂਰੇ ਦੇ ਟੇਟੇ ਚੜ ਗਏ ਤੇ ਪਤਾ ਨਹੀਂ ਕਿੰਨੇ ਕੁ ਜਨਮ ਤੱਕ ਉਹਨਾਂ ਨੇ ਭੁਆ ਦੇਣਾ ਹੈ ਆਪਾਂ ਨੂੰ। ਪੂਰੇ ਗੁਰ ਤੇ ਮਹਿਲ ਪਾਇਆ, ਹਾਲੇ ਵੀ ਜੇ ਕੋਈ ਭਾਈ ਅਧੂਰੇ ਦੇ ਲੜ ਲੱਗਿਆ ਹੈ ਫਟਾਫਟ ਦੇਖ ਲਓ, ਆਪਣੇ ਆਪ ਵਿਚਾਰ ਕਰਕੇ ਭਾਈ ਆਪਣੀ ਵੋਟ ਬਦਲ ਲਓ, ਕੋਈ ਫਰਕ ਨਹੀਂ ਪਿਆ। ਪੂਰੇ ਗੁਰ ਤੇ ਯਾਤਰਾ ਆਪਣੀ ਹੈਗੀ, ਜਨਮ ਆਪਣਾ ਹੈਗਾ, ਪਾਉਣਾ ਆਪਾਂ ਨੇ ਹੈਗਾ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਕਹਿੰਦੇ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੀ ਪਤ ਪ੍ਰਗਟ ਹੋ ਜਾਂਦੀ ਹੈ। ਦੇਖ ਲਓ ਹੁਣ ਕਬੀਰ ਜੀ, ਫਰੀਦ ਜੀ ਔਰ 10 ਗੁਰੂ ਸਾਹਿਬਾਨ ਜਿੰਨੇ ਵੀ ਜਿਹੜੇ ਹੈਗੇ ਆ, ਨਾਮਦੇਵ ਜੀ, ਬੇਣੀ ਜੀ, ਕਿੰਨੇ ਭਗਤ ਹੈਗੇ ਭਾਈ, ਰਵਿਦਾਸ ਜੀ, ਸਾਰੇ ਹੋਰ ਜਿਹੜੇ ਕ੍ਰਾਈਸਟ ਦੇਖ ਲਓ, ਹਜ਼ਰਤ ਮੁਹੰਮਦ ਦੇਖ ਲਓ, ਜਿਹੜੇ ਵੀ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ। ਹਰਸ਼ ਕੁਲੇਰ ਜੀ ਮਾਈਕ ਬੰਦ ਕਰ ਦਿਓ ਜੀ ਪਲੀਜ਼। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਨਾਨਕ ਅਨਹਦ ਧੁਨੀ ਦਰ ਵਜਦੇ ਮਿਲਿਆ ਹਰ ਸੋਈ। ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਦੇ ਦਰ ਤੇ ਕੀ ਹੋ ਰਿਹਾ ਆ, ਕਿਹੜੀਆਂ ਧੁਨਾਂ ਚੱਲ ਰਹੀਆਂ ਆ। ਕਹਿੰਦੇ ਬਸ ਉਹ ਤਾਂ ਉਹਦੇ ਅੰਦਰ ਵੱਜ ਗਿਆ ਭਾਈ, ਉਹ ਤਾਂ ਦਰ ਖੁੱਲ ਗਿਆ ਮਾਲਕ ਪਰਮਾਤਮਾ ਦਾ। ਉਹ ਮਾਲਕ ਪਰਮਾਤਮਾ ਮਿਲਿਆ ਹਰ ਸੋਈ। ਉਹ ਮਾਲਕ ਪਰਮਾਤਮਾ ਜਿਹੜਾ ਦੁਨੀਆ ਦਾ ਕੰਟਰੋਲਰ ਹੈਗਾ, ਜਿਹੜਾ ਗਲੈਕਸੀਆਂ ਚਲਾ ਰਿਹਾ ਆ, ਜਿਹੜਾ ਗਗਨ ਮੰਡਲ ਸਾਰਾ ਜਿਹੜਾ ਧਰਤ ਪਤਾਲ ਆਕਾਸ਼ ਨੂੰ ਬਣਾਉਣ ਵਾਲਾ, ਉਹ ਮਿਲ ਗਿਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਹਾਂ ਨਿਜਰ ਸਾਹਿਬ ਪਹਿਲੀ ਤੋਂ ਬੋਲਦੇ ਤੁਸੀਂ। ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਈ ਹਰ ਦਰ ਸਦ ਢੋਈ। ਪਰਮੇਸ਼ਰ ਦੇ ਨਾਮ ਦਾ ਲੇਖਾ ਐਸਾ ਹੈ ਭਾਈ, ਦੇਖ ਲਓ, ਧਿਆਨ ਸਿਮਰਨ। ਕਹਿੰਦੇ ਕਿ ਲੇਖਾ ਪੜੀਏ, ਕਹਿੰਦੇ ਕਿ ਲੇਖਾ ਪੜੀਏ ਮਤਲਬ ਕਿ ਨਾਮ ਦੇ ਬਾਰੇ ਨਾਮ ਅਭਿਆਸ ਕਰੀਏ, ਨਾਮ ਅਭਿਆਸ ਕਰੀਏ। ਹਾਂ ਮਤਲਬ ਉਹ ਭੇਦ ਨੂੰ ਜਾਣਦੇ ਨੇ ਜਾਂ ਕੋਸ਼ਿਸ਼ ਕਰਦੇ ਨੇ ਜਾਂ ਉਹ ਘਾਲਣਾ ਕਾਲਦੇ ਨੇ। ਤੇ ਹਰੀ ਦੇ ਨਾਮ ਦੇ ਪ੍ਰਤੀ ਜੋ ਵੀ ਆਪਾਂ ਕੰਮ ਕਰਦੇ ਹਾਂ, ਆਪਾਂ ਹੁਣ ਇਹ ਵੀ ਤੇ ਆਪਾਂ ਪੜ੍ਹ ਨਹੀਂ ਰਹੇ ਆਪਾਂ, ਉਹਦੇ ਬਾਰੇ ਆਪਾਂ ਹੋਰ ਗਿਆਨ ਇਕੱਠਾ ਸਟੱਡੀ ਕਰ ਰਹੇ ਹਾਂ ਨਾ, ਆਪਾਂ ਗਿਆਨ ਪ੍ਰਾਪਤ ਕਰ ਰਹੇ ਹਾਂ। ਕੁਛ ਗਿਆਨ ਜਿਹੜਾ ਹੁੰਦਾ ਕੁਛ ਤੇ ਸਾਨੂੰ ਆਤਮਾ ਚੋਂ ਪ੍ਰਾਪਤ ਹੋਣਾ ਹੈ, ਕੁਛ ਜਿਹੜਾ ਭੌਤਿਕ ਜਿਹੜੀਆਂ ਸਾਧਨਾ ਦੇ ਬਾਰੇ ਜਾਂ ਗ੍ਰੰਥਾਂ ਚ ਆਪਾਂ ਕੀ ਕਰ ਰਹੇ ਹਾਂ ਉੱਥੇ ਕਿਤੇ ਢੂੰਡ ਰਹੇ ਹਾਂ। ਬਿਲਕੁਲ, ਕੋਈ ਮੈਚ ਕਰ ਰਿਹਾ ਨਾ ਸਾਡੇ ਨਾਲ, ਸਾਡੀ ਯਾਤਰਾ ਚ ਸਾਨੂੰ ਕਾਫੀ ਕੁਝ ਚਾਹੀਦਾ। ਹਾਂ ਬਿਲਕੁਲ, ਸਹਾਇਤਾ ਕਰ ਰਿਹਾ, ਬਹੁਤ ਸਹਾਇਤਾ ਕਰ ਰਿਹਾ। ਹਾਂ ਔਰ ਅਸੀਂ ਸਭ ਤੋਂ ਪਹਿਲੀ ਗੱਲ ਤੇ ਇਹ ਵੇਖਣਾ ਕਿ ਜਿਹੜੇ ਪਹਿਲੇ ਬ੍ਰਹਮ ਗਿਆਨੀ ਹੋਏ ਨੇ ਉਹ ਸਾਡੇ ਲਈ ਕੀ ਸੁਨਾਹ ਛੱਡ ਕੇ ਗਏ ਨੇ, ਉਹ ਸਾਡਾ ਮਾਰਗਦਰਸ਼ਨ ਕਿੱਦਾਂ ਕਰਨਾ ਚਾਹੁੰਦੇ ਨੇ, ਹਨਾ। ਹਾਂ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਸਫ਼ਰ ਤੇ ਅਸੀਂ ਆਪਣਾ ਹੀ ਕਰਨਾ ਵਾ, ਇਹ ਕੋਈ ਸਾਡੀ ਮਦਦ ਨਹੀਂ ਕਰ ਸਕਦਾ, ਪਰ ਇਹ ਨਹੀਂ ਮਦਦ ਕਰਕੇ ਨੇ ਸਾਨੂੰ ਲਿਖਤਾਂ ਦੇ ਕੇ ਗਏ ਨੇ ਕਿ ਇਹ ਲਿਖਤਾਂ ਜਿਹੜੀਆਂ ਨੇ ਇਹ ਤੁਹਾਡਾ ਮਾਰਗਦਰਸ਼ਨ ਕਰਨਗੀਆਂ, ਤੁਹਾਨੂੰ ਕੋਈ ਔਰ ਉਹ ਬਾਣੀ ਆਪਾਂ ਨੂੰ ਵਾਰ-ਵਾਰ ਸਮਝਾਉਂਦੀ ਆ ਔਰ ਸਾਨੂੰ ਉਹਨਾਂ ਚੀਜ਼ਾਂ ਤੇ ਗੌਰ ਕਰਨੀ, ਜੋ ਚੀਜ਼ ਮਨਾ ਕਰ ਰਹੀ ਹੈ ਔਰ ਵਾਰ-ਵਾਰ ਮਨਾ ਕਰ ਰਹੀ ਹੈ, ਉਹਨਾਂ ਚੀਜ਼ਾਂ ਨੂੰ ਸਾਨੂੰ ਅਸਲ ਵਿੱਚ ਸਮਝਣਾ ਪਊਗਾ, ਕਹਿਣ ਤੋਂ ਭਾਵ। ਠੀਕ ਹੈ, ਇਹਦੇ ਕਿ ਜਦੋਂ ਅਸੀਂ ਉਹ ਦਿਸ਼ਾ ਵੱਲ ਚੱਲਦੇ ਹਾਂ, ਲੇਖਾ ਪੜ੍ਹੀਏ ਹਰ ਨਾਮ
ਫਿਰ ਲੇਖਾ ਨਾ ਹੋਈ, ਫਿਰ ਲੇਖ ਨਾ ਹੋਈ। ਫਿਰ ਉਹ ਲੇਖ ਫਿਰ ਕਿੱਥੋਂ ਲਿਖਿਆ ਜਾਊਗਾ? ਜਦੋਂ ਤੁਹਾਡੇ ਅੰਦਰ ਨਾਦ ਵੱਜਣ ਡਿਆ ਪਿਆ ਨਾ, ਬ੍ਰਹਮ ਨਾਦ, ਜਦੋਂ ਪ੍ਰਾਣ ਊਰਜਾ ਪ੍ਰਗਟ ਹੋ ਗਈ, ਫਿਰ ਉੱਤੇ ਲੇਖ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਤੁਸੀਂ ਕਰਮ ਕਰਨਾ ਹੀ ਨਹੀਂ। ਅਕਰਮ ਅਵਸਥਾ ਚ ਆ ਜਾਣਾ, ਤੁਸੀਂ ਆਤਮਾ ਤੱਤ ਚ ਬਹਿ ਜਾਣਾ। ਆਤਮਾ ਚ ਮਲੀਨਤਾ ਨਹੀਂ ਹੈਗੀ, ਉੱਥੇ ਮਨ ਵੀ ਨਹੀਂ ਹੈਗਾ। ਔਗਣ ਲਿਖੋਗੇ ਕਿਹਦੇ ਨਾਲ? ਲਿਖਣ ਵਾਲਾ ਤੇ ਉਹ ਤੇ ਗਿਆ। ਹੁਣ ਜਦ ਤੱਕ ਤੁਹਾਡਾ ਸਰੀਰ ਹੈਗਾ ਉਹ ਗੱਲ ਵੱਖਰੀ ਆ, ਪਰ ਜਦੋਂ ਵੀ ਮਨ ਤੁਹਾਡਾ ਆਤਮਾ ਤੱਤ ਚ ਲੀਨ ਹੋ ਗਿਆ ਤੇ ਲੇਖਾ ਤੇ ਮਨ ਦਾ ਹੋਣਾ ਨਾ। ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹੁਣ ਜਦੋਂ ਮੈਂ ਹੈ ਹੀ ਨਹੀਂ, ਗਤੀ ਤੇ ਬਣਦੀ ਹੈ ਨਾ, ਬਾਹਰ ਮੁਖੀ ਮਨ ਹੀ ਨਹੀਂ ਹੈਗਾ। ਮਨ ਤੇ ਸ਼ਾਂਤ ਹੋ ਕੇ ਉਹਦੇ ਆਪਣੇ ਆਪ ਨੂੰ ਲੀਨ ਕਰ ਲਿਆ ਉਹਨੇ, ਕਿਉਂਕਿ ਉਹ ਤੇ ਉਹਨੇ ਹੌਲੀ ਹੌਲੀ ਕਰਕੇ, ਜਿੱਦਾਂ ਸਮੁੰਦਰ ਦੇ ਵਿੱਚ ਇੱਕ ਸਮੁੰਦਰ ਦੀ ਡਲੀ, ਨਮਕ ਦੀ ਡਲੀ ਸੁੱਟਦੀ ਹੈ ਤੇ ਖੁਰਦੀ ਗਈ ਧਿਆਨ ਸਮਝਣੇ ਉਹੀ ਕੰਮ ਕਰਨਾ ਹੈ। ਇੱਕ ਸਮਾਂ ਆਊਗਾ ਜਿਹੜੀ ਉਹ ਡਲੀ ਸੀ, ਜਿਹੜੇ ਉਹ ਖੁਰਦੀ ਜਾਣੀ ਉਹਨੇ ਸਮੁੰਦਰ ਦਾ ਹੀ ਰੂਪ ਹੋ ਜਾਣਾ। ਤੇ ਫਿਰ ਸਮੁੰਦਰ ਦਾ ਲੇਖਾ ਕਿੱਦਾਂ ਹੋਊਗਾ? ਉਹ ਤੇ ਸਮੁੰਦਰ ਹੋ ਗਿਆ ਨਾ, ਉਹਦੀ ਆਪਣੀ ਹੋਂਦ ਨਹੀਂ ਹੈਗੀ। ਕਾਲਕ ਖਤਮ ਹੋ ਗਈ ਸਾਰੀ ਮਨ ਦੀ। ਹਾਂ, ਉਹ ਪਵਿੱਤਰ ਹੋ ਗਿਆ, ਉਹ ਅਗਿਆਨ ਸੀ ਉਹ। ਠੀਕ ਹੈ ਜੀ। ਪੁੱਛ ਨਾ ਸਕੇ ਕੋਏ ਹਰ ਦਰ ਸਦ ਢੋਈ, ਕਹਿੰਦੇ ਹਮੇਸ਼ਾ ਵਾਸਤੇ ਮਾਲਕ ਦੇ ਦਰ ਤੇ ਢੋਈ ਮਿਲ ਗਈ ਉਹਨੂੰ, ਮਾਲਕ ਦੇ ਵਿੱਚ ਨਿਵਾਸ ਮਿਲ ਗਿਆ। ਹੁਣ ਉਹਨੂੰ ਕੋਈ ਪੁੱਛ ਨਹੀਂ ਸਕਦਾ ਇਹ ਮਾਇਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਜਮਕਾਲ ਜੂਨਾਂ ਚ ਪਾਉਣ ਵਾਲਾ, ਕੋਈ ਨਹੀਂ ਪੁੱਛ ਸਕਦਾ ਭਾਈ। ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ, ਕਹਿੰਦੇ ਜਮਕਾਲ ਤਾਂ ਭੇਟਾ ਲੈ ਕੇ ਖੜਾ ਹੈ ਭਾਈ, ਉਹ ਤਾਂ ਸੇਵਕ ਬਣ ਗਿਆ। ਕਹਿੰਦੇ ਸੇਵਕ ਨਿਤ ਹੋਈ, ਨਿਤ ਦਾ ਸੇਵਕ ਹੈ। ਕਹਿੰਦੇ ਮੈਂ ਤਾਂ ਤੇਰਾ ਪਰਮਾਨੈਂਟ ਸੇਵਕ ਹਾਂ ਭਾਈ। ਹਾਂਜੀ ਗੁਰੂ ਸਾਹਿਬ। ਹਾਂ ਬਿਲਕੁਲ ਠੀਕ ਹੈ ਜੀ। ਫਿਰ ਕਹਿੰਦੇ ਕਿ ਜਮਕਾਲ ਮਿਲੇ ਦੇ ਭੇਟ, ਤੇ ਭੇਟ ਮਤਲਬ ਕਿ ਉਹ ਕਹਿੰਦੇ ਜਮਕਾਲ ਜਿਹੜਾ ਵਾ ਉਹ ਵੀ ਕਹਿੰਦਾ ਕਿ ਭਾਈ ਤੂੰ ਯਾਰ ਐਸਾ ਬੰਦਾ ਇਹ ਮਾਇਆ ਚੋਂ ਬਾਹਰ ਨਿਕਲ ਕੇ ਜਾ ਰਿਹਾ। ਹੈਰਾਨ ਹੋ ਜਾਣਾ ਉਹਨੇ, ਬਿਲਕੁਲ। ਉਹਨੇ ਕਹਿਣਾ ਇਹ ਐਸਾ ਬੰਦਾ ਕਿੱਦਾਂ ਪੈਦਾ ਹੋ ਗਿਆ? ਪੋਸੀਬਲ ਹੀ ਨਹੀਂ ਹੈ। ਪ੍ਰੈਕਟੀਕਲ ਇੰਨੀ ਮਾਇਆ ਵਾ। ਔਰ ਇਹ ਫਿਰ ਉਹ ਕਹਿੰਦੇ ਕਿ ਤੁਹਾਨੂੰ ਭੇਟ ਦਊਗਾ, ਮਤਲਬ ਕਿ ਤੁਹਾਡਾ ਮਾਨ ਸਨਮਾਨ ਕਰੂਗਾ। ਬਿਲਕੁਲ, ਕਹਿੰਦੇ ਮੇਰੇ ਵੱਲੋਂ ਤੇਰਾ ਲੇਖਾ ਖਤਮ ਹੋ ਗਿਆ, ਮੇਰੇ ਕੋਲੋਂ ਮੈਨੂੰ ਤੂੰ ਜਿੱਤ ਲਿਆ ਆ, ਸੇਵਕ ਬਣ ਗਿਆ। ਮੈਂ ਤਾਂ ਤੇਰਾ ਸੇਵਕ ਬਣ ਗਿਆ ਹੈ ਕਿਉਂਕਿ ਤੂੰ ਮੈਨੂੰ ਜਿੱਤ ਲਿਆ ਆ। ਕਾਲ ਨੂੰ ਜਿੱਤਣਾ ਕੋਈ ਸੌਖੀ ਗੱਲ ਹੈ? ਹਾਂ, ਕਾਲ ਨੂੰ ਜਿੱਤ ਲਿਆ। ਸਮੇਂ ਤੋਂ ਬੰਦਾ ਅੱਗੇ ਲੰਘ ਜਾਂਦਾ ਨਿਜਰ ਸਾਹਿਬ। ਜਦੋਂ ਤੁਸੀਂ ਸਮਾਧੀ ਚੱਲ ਜਾਂਦੇ ਉੱਥੇ ਸਮਾਂ ਕਿੱਥੇ ਹੈਗਾ? ਉੱਥੇ ਸਮਾਂ ਹੈ ਹੀ ਨਹੀਂ। ਸਮਾਂ ਤਾਂ ਇੱਥੇ ਆ ਬਾਹਰ। ਜਦੋਂ ਆਪ ਸਮਾਧੀ ਲੀਨ ਹੋ ਜਾਂਦੇ ਉੱਥੇ ਸਮਾਂ ਨਹੀਂ ਹੈਗਾ। ਉਹ ਕਾਲ ਤੋਂ ਅੱਗੇ ਨਾ ਜਾਂਦੇ, ਅਕਾਲ ਚ ਚੱਲ ਜਾਂਦੇ ਆਪ। ਠੀਕ ਹੈ ਜੀ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਕਹਿੰਦੇ ਇਹ ਸਾਰਾ ਕੁਝ ਕਿਵੇਂ ਹੋਇਆ? ਦੇਖੋ ਬਾਣੀ ਹਾਲੇ ਵੀ ਕਹਿ ਰਹੀ ਹੈ ਬਾਈ, ਜਿਹੜਾ ਮੈਨੂੰ ਪ੍ਰਾਪਤੀ ਹੋਈ ਹੈ ਪੂਰੇ ਗੁਰੂ ਤੋਂ ਹੋਈ ਹੈ। ਗੁਰੂ ਨੂੰ ਨਹੀਂ ਛੱਡ ਰਹੀ, ਗੁਰੂ ਦਾ ਉਪਕਾਰ ਮੰਨ ਰਹੀ ਹੈ, ਹਾਲੇ ਗਾਈਡ ਦਾ ਉਪਕਾਰ ਮੰਨ ਰਹੀ ਹੈ ਬਾਣੀ। ਦੇਖ ਲਓ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਤਾਂ ਸੰਸਾਰ ਦੇ ਵਿੱਚ ਔਰ ਲੋਈ ਮਤਲਬ ਲੋਕ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜੇ ਹੈਗੀ ਆ ਉਹਦੀ ਪਤ, ਇੱਜ਼ਤ, ਸੋਭਾ ਪ੍ਰਗਟ ਹੋ ਜਾਂਦੀ ਹੈ, ਰਹਿੰਦੀ ਦੁਨੀਆ ਤੱਕ ਰਹਿੰਦੀ ਹੈ। ਉਹਦਾ ਗਿਆਨ, ਉਹਦੀ ਸੇਧ, ਉਹਦੇ ਨੁਕਤੇ ਰਹਿੰਦੀ ਦੁਨੀਆ ਤੱਕ ਲੋਕੀ ਜਿਹੜੇ ਹੈਗੇ ਉਹਦਾ ਤੋਂ ਲਾਭ ਉਠਾਉਂਦੇ ਆ। ਹਾਂਜੀ, ਮਹਿਲ ਤਾਂ ਮਤਲਬ ਇਹੋ ਹੀ ਸਾਧ ਸੰਗਤ ਜੀ ਆਤਮਾ ਦੀ ਗੱਲ ਕਰਦੇ ਨੇ, ਸਾਡਾ ਨਿੱਜ ਘਰ। ਬਿਲਕੁਲ। ਜਦੋਂ ਸੁਰਤੀ ਆਪਣੀ ਆਤਮਾ ਚ ਚਲ ਜਾਂਦੀ ਆ ਤੇ ਉਹ ਫਿਰ ਉਹ ਮਹਿਲ ਹੀ ਆ, ਪਰਮਾਤਮਾ ਦਾ ਮਹਿਲ ਹੈ। ਮਹਿਲ ਦਾ ਮਤਲਬ ਕਿ ਜਿੱਥੋਂ ਮੈਂ ਨਿਕਲਿਆ, ਜਿਸ ਤੋਂ ਅੱਗੇ ਯਾਤਰਾ ਨਹੀਂ ਹੋਗੀ। ਤੁਹਾਡੇ ਅੰਦਰ ਇੱਕ ਬਿੰਦੂ ਹੈਗਾ, ਜਦੋਂ ਤੁਸੀਂ ਤੇ ਪਹੁੰਚ ਗਏ ਨਾ, ਉਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ। ਉਹੀ ਹੈ ਆਤਮਾ। ਜਦੋਂ ਇੱਕ ਸਮਾਂ ਆਊਗਾ, ਅੱਗੇ ਜਾ ਕੇ ਆਊਗਾ, ਅਜੇ ਨਹੀਂ ਆਉਣਾ, ਟਾਈਮ ਲੱਗੂਗਾ। ਉੱਥੇ ਤੁਸੀਂ ਜਾ ਕੇ ਕਹਿਣਾ ਵਾ ਕਿ ਏਦਾਂ ਲੱਗਣਾ ਕਿ ਮੈਂ ਇੱਕ ਹੁਣ ਇੱਥੇ ਆ ਕੇ ਬਹਿ ਗਿਆ ਵਾਂ। ਉੱਥੇ ਇੰਤਜ਼ਾਰ ਕਰਨਾ ਪੈਣਾ ਤੁਹਾਨੂੰ। ਪਹਿਲਾਂ ਸਾਧਨਾ ਚ ਜੇ ਆਪਾਂ ਪ੍ਰੂਫ ਕਰਨਾ ਹੈ ਕਿ ਅਸੀਂ ਕੈਂਡੀਡੇਟ ਹੈਗੇ ਆ, ਆਪਾਂ ਨੇ ਜਾਣਾ ਵਾ, ਇੱਕ ਸਮਾਂ ਆਉਣਾ, ਤੁਹਾਨੂੰ ਪਤਾ ਲੱਗ ਜਾਣਾ। ਤੁਸੀਂ ਮੈਨੂੰ ਖੁਦ ਹੀ ਕਹਿ ਦੇਣਾ ਕਿ ਹਾਂ ਚਰਨਜੀਤ ਇੱਕ ਅਵਸਥਾ ਆ ਗਈ ਆ, ਹੁਣ ਇੱਥੇ ਇੰਤਜ਼ਾਰ ਆ। ਉੱਥੇ ਇੰਤਜ਼ਾਰ ਕਰਨਾ ਪੈਣਾ ਤੁਹਾਨੂੰ ਜਾ ਕੇ। ਬੇਸ਼ੱਕ ਨਿਰਵਿਚਾਰ ਹੋ ਗਏ, ਜੋ ਨਿਰਵਿਚਾਰ ਇੱਕ ਅਲੱਗ ਚੀਜ਼ ਹੈ। ਨਿਰਵਿਚਾਰ ਸਮਾਧੀ, ਨਿਰਬੀਜ ਵੀ ਸਮਾਧੀ ਹੋ ਗਈ। ਉਸ ਤੋਂ ਅੱਗੇ ਜਾ ਕੇ ਇੱਕ ਅਵਸਥਾ ਹੋਊਗੀ, ਉੱਥੇ ਜਿੱਥੇ ਤੁਸੀਂ ਖੁਦ ਕਹੋਗੇ ਅੱਜ ਉਹ ਦਰਵਾਜ਼ਾ ਖੁੱਲ ਗਿਆ। ਉੱਥੋਂ ਜਦੋਂ ਖੁੱਲ ਗਈ ਤੇ ਤੁਹਾਡੀ ਚੇਤਨਾ ਜਿਹੜੀ ਸਾਰੇ ਬ੍ਰਹਮ ਦੇ ਵਿੱਚ ਫੈਲਣੀ ਆਊਗੀ। ਇੱਕ ਅਵਸਥਾ, ਉਹ ਇੱਕ ਆਖਰੀ ਅਵਸਥਾ ਹੈਗੀ ਆ। ਤੁਸੀਂ ਜਾ ਕੇ ਵੇਖੋਗੇ ਨਾ, ਤੁਹਾਨੂੰ ਪਤਾ ਲੱਗੂ। ਬਾਰ-ਬਾਰ ਸਾਧਨਾ ਕਰਦੇ ਜਾਣਾ। ਔਰ ਇੱਕ ਸਮਾਂ ਆਊਗਾ ਜਿੱਦਾਂ ਕਹਿੰਦੇ ਨਾ ਬੱਚੇ ਕਪਾੜ ਖੁੱਲਦੇ ਆ। ਉਹ ਕਬਾੜ ਖੁਸ਼ ਹੈ ਨਿਜਰ ਸਾਹਿਬ। ਉੱਥੇ ਦਰਵਾਜ਼ੇ ਦੇ, ਪ੍ਰਮਾਤਮਾ ਦੇ ਦਰਵਾਜ਼ੇ ਤੇ ਗਾੜੀ ਬਹਿਣਾ ਪੈਂਦਾ।
ਔਰ ਫਿਰ ਜਾ ਕੇ ਉਹ ਦਰਵਾਜ਼ਾ ਖੁੱਲਦਾ ਵਾ, ਖੁੱਲੂਗਾ ਜ਼ਰੂਰ। ਔਰ ਤੁਸੀਂ ਵੇਖੋਗੇ ਕਿ ਉਹ ਜਿਹੜਾ ਜੀਵਨ ਦੇ ਵਿੱਚ ਕੁਝ ਏਦਾਂ ਲੱਗ ਗਈ ਜੋ ਅੱਗੇ ਬਲੌਕੇਜ ਸੀ ਉਹ ਖੁੱਲ ਗਈ ਹੈ। ਔਰ ਫਿਰ ਉਹ ਤੁਹਾਨੂੰ ਉਹ ਜਿਹੜਾ ਵਾ ਉਹ ਫਿਰ ਉਸ ਤੋਂ ਬਾਅਦ ਅੱਗੇ ਕੁਝ ਵੀ ਨਹੀਂ, ਉਹ ਤੇ ਬਸ ਇੱਕੋ ਹੀ ਹੋ ਜਾਣਾ। ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਟੈਂਪਰੇਰੀ ਅਨੁਭਵ ਕਰਦੇ ਆ, ਜਾਂਦੇ ਆ ਆਉਂਦੇ ਆ, ਜਾਂਦੇ ਆਉਂਦੇ ਆ, ਜਦੋਂ ਉਹ ਦਰਵਾਜ਼ਾ ਖੁੱਲ ਗਿਆ ਨਾ ਤੇ ਫਿਰ ਪਰਮਾਨੈਂਟ ਤੁਹਾਡੀ ਰੈਜ਼ੀਡੈਂਸੀ ਉੱਥੇ ਹੀ ਬਣ ਜਾਣੀ। ਉਹ ਅਵਸਥਾ ਫਿਰ ਜਾਊਗੀ, ਪੱਕੀ ਹੋ ਜਾਊਗੀ। ਹਾਂਜੀ ਬਹੁਤ ਵਧੀਆ ਜੀ, ਬਹੁਤ ਹਾਂ ਉਹ ਅਵਸਥਾ ਜਿਹੜੀ ਹੈ ਨਾ, ਦੇਖੋ ਹੁਣ ਆਪ ਜੀ ਜਿਹੜਾ ਅਨੁਭਵ ਕਰ ਰਹੇ ਜੋ ਨਾ, ਇਹ ਤੁਹਾਡੇ ਕੋਲ ਅਵਸਥਾ ਨਹੀਂ ਹੈਗੀ। ਉਹ ਤੁਸੀਂ ਕੇਵਲ ਅਨੁਭਵ ਕਰ ਰਹੇ ਜੋ, ਹੱਥ ਲਾ ਕੇ ਆਉਂਦੇ ਜੋ, ਘੰਟਾ 1.5 ਘੰਟਾ 2 ਘੰਟੇ ਬਹਿੰਦੇ ਜੋ, ਫਿਰ ਵਾਪਸ ਅੱਡੇ ਕੇ ਜਾਂਦੇ ਸੰਸਾਰ। ਉਹ ਅਵਸਥਾ ਨਹੀਂ ਬਣੀ, ਉਹ ਸਹਿਜ ਇੱਕ ਸਮਾਧੀ ਹੈ, ਇੱਕ ਸਹਿਜ ਅਵਸਥਾ ਹੈ ਜਿੱਥੇ ਨਿਰਬੀਜ ਸਮਾਧੀ ਤੋਂ ਬਾਅਦ ਆਉਂਦੀ ਹੈ। ਨਿਰਬੀਜ ਮਤਲਬ ਬੀਜ ਨਸ਼ਟ ਹੋ ਗਏ, ਸਾਰੇ ਸੰਸਕਾਰ ਨਸ਼ਟ ਹੋ ਗਏ, ਕੋਈ ਹਿਸਾਬ ਨਹੀਂ ਰਹਿ ਗਿਆ, ਕੋਈ ਹਿਸਾਬ ਵਾਲਾ ਵੀ ਨਹੀਂ ਰਹਿ ਗਿਆ। ਫਿਰ ਇੱਕ ਸਹਿਜ ਅਵਸਥਾ ਮਿਲੂ, ਫਿਰ ਐਫੋਰਟਲੈਸ, ਬਿਨਾਂ ਕੁਝ ਕੀਤੇ ਉਹ ਤੁਹਾਡੀ ਇੱਕ ਅਵਸਥਾ ਬਣ ਜਾਏਗੀ। ਉਹਦੇ ਵਿੱਚ ਫਿਰ ਉਹ ਦੇਖੋ ਵੱਖਰਾ ਹੀ ਜੀਵਨ ਹੈ। ਉਹ ਪ੍ਰਕਿਰਤੀ ਦੇ ਨਾਲ ਤੁਸੀਂ ਇੱਕ ਮਿੱਕੀ ਹੋ ਜਾਣਾ, ਸਾਰਾ ਬ੍ਰਹਮ ਇਹ ਬ੍ਰਹਮ ਤੇ ਤੁਹਾਡੇ ਚ ਕੋਈ ਭੇਦ ਹੀ ਨਹੀਂ ਹੈਗਾ। ਹੁਣ ਤੇ ਤੁਸੀਂ ਕੀ ਕਰ ਰਹੇ ਜੋ, ਹੁਣ ਤੇ ਸਾਡਾ ਜਾਨਵਰ ਵਾਲਾ ਹਿਸਾਬ ਹੈ। ਜਿੱਦਾਂ ਕੁੱਤੇ ਨੂੰ ਕਹਿੰਦੇ ਵੱਟਾ ਸੁੱਟਿਆ ਤੇ ਅੱਗੋਂ ਭੌਂਕਣਾ ਸ਼ੁਰੂ ਕਰ ਦਿੰਦਾ ਨੇਜਰ ਸਾਹਿਬ। ਹਾਂ ਹੁਣ ਤੇ ਆਪਾਂ ਇਹ ਨਾ ਕਿਉਂਕਿ ਸਾਧਨ ਖੇਤਰੀ ਚੱਲ ਰਹੀ ਹੈ ਯਾਤਰਾ, ਹੁਣ ਤੇ ਤੁਹਾਨੂੰ ਕਹਿੰਦੇ ਮਾੜਾ ਜਿਹਾ ਸ਼ਬਦ ਬੋਲਿਆ ਤੇ ਆਪਾਂ ਉਧਰੋਂ ਬੋਲਣੇ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ, ਜਦ ਕਿ ਅਸੀਂ ਕੁੱਤੇ ਨਹੀਂ ਹੈਗੇ, ਅਸੀਂ ਜਾਨਵਰ ਥੋੜੀ ਤੇ ਬੰਦੇ ਆ। ਅਗਲੇ ਨੇ ਵੱਟਾ ਮਾਰਿਆ ਤੇ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਉਹਨੂੰ ਵੱਟਾ ਮਾਰੀਏ। ਉੱਥੇ ਕਿਉਂਕਿ ਅਸੀਂ ਜਾਨਵਰ ਨਹੀਂ, ਸਾਡੇ ਕੋਲ ਬੁੱਧੀ ਹੈਗੀ ਹੈ। ਅਗਲੇ ਨੇ ਕੋਈ ਚੀਜ਼ ਦਿੱਤੀ ਹੈ, ਲੈਣੀ ਜਾਂ ਨਹੀਂ ਲੈਣੀ ਉਹ ਸਾਡੀ ਮਰਜ਼ੀ ਹੈ। ਪਰ ਉੱਥੇ ਆਪਾਂ ਇਨਸਾਨ ਆ, ਉੱਥੇ ਆਪਾਂ ਸਟਾਪ ਕਰ ਸਕਦੇ ਹਾਂ ਉਹਨੂੰ ਚੀਜ਼। ਜੇ ਆਪਾਂ ਕਿਰਿਆ ਕਰਾਂਗੇ, ਤੁਸੀਂ ਮੇਰੇ ਲਈ ਵੱਟਾ ਸੁੱਟਿਆ ਮੈਂ ਤੁਹਾਡੇ ਲਈ ਸੁੱਟੀ ਜਾਵਾਂ, ਤੇ ਫਿਰ ਤੇ ਸਾਡੇ ਤੇ ਜਾਨਵਰ ਚ ਕੀ ਆ? ਫਿਰ ਤੇ ਕੁੱਤੇ ਵਾਲਾ ਹਿਸਾਬ ਹੋਇਆ, ਮੈਂ ਡਾਂਗ ਮਾਰੀ, ਉਹ ਨੇ ਮੇਰੀ ਡਾਂਗ ਨੂੰ ਫੜਨ ਦੀ ਕੋਸ਼ਿਸ਼ ਕਰਨੀ ਹੈ ਜਾਂ ਭੌਂਕਣਾ ਸ਼ੁਰੂ ਕਰ ਦੇਣਾ। ਬਟ ਉਹ ਆਪਾਂ ਜਾਨਵਰ ਤੇ ਹੈਗੇ ਨਹੀਂ ਆ, ਆਪਣੇ ਕੋਲ ਬੁੱਧੀ ਹੈਗੀ ਆ ਤੇ ਆਪਾਂ ਬੁੱਧੀ ਦੀ ਵਰਤੋਂ ਕਰਕੇ ਉਹ ਚੀਜ਼ ਨੂੰ ਪੋਸਟਪੋਨ ਕਰ ਸਕਦੇ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਕਹਿੰਦੇ ਉਹ ਨਾਦ ਜਿਹੜਾ ਹੈਗਾ ਪਰਮੇਸ਼ਰ ਦੇ ਦਰ ਦਾ ਜਿਹੜਾ ਹੈਗਾ ਉਹ ਧੁਨਾ ਵੱਜਣ ਲੱਗ ਜਾਂਦੀਆਂ ਪਾਏ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਉਹ ਦਰ ਖੁੱਲ ਜਾਂਦਾ ਹੈ, ਔਰ ਆਪਣੀ ਸੁਰਤ ਜਿਹੜੀ ਹੈਗੀ ਉਹ ਪੂਰੇ ਬ੍ਰਹਮੰਡ ਦੇ ਵਿੱਚ ਫੈਲ ਜਾਂਦੀ ਹੈ, ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਹਾਂ ਬਿਲਕੁਲ ਠੀਕ ਹੈ ਜੀ। ਉਹ ਸਾਧ ਸੰਗਤ ਜੀ ਆਖਰੀ ਅਵਸਥਾ ਦੀ ਗੱਲ ਕਰ ਰਹੇ ਨੇ। ਆਖਰੀ ਅਵਸਥਾ ਚ ਕੀ ਹੋਣਾ ਹੈ ਕਿ ਜਦੋਂ ਕੀੜਾ, ਪਿੰਗਲਾ, ਸੁਖਮਣਾ, ਇਹ 3 ਨਾੜੀਆਂ ਪ੍ਰਚੰਡ ਰੂਪ ਚ ਪ੍ਰਕਾਸ਼ ਪੈਦਾ ਕਰਨਗੀਆਂ। ਸੁਖਮਣਾ ਹੈਗੀ ਮਗਰਲੇ ਬੰਨੇ ਰੀੜ ਦੀ ਹੱਡੀ ਦੇ ਬਿਲਕੁਲ ਬੇਸ ਤੇ, ਜਨਨ ਇੰਦਰੀ ਦੀ ਰੀੜ ਦੀ ਹੱਡੀ ਦੀ ਤਰਫ ਉੱਪਰ ਨੂੰ ਉੱਥੇ ਆ। ਸੈਕੰਡ ਕੇਂਦਰ ਜਿਹੜਾ ਹੈਗਾ ਧੁਨੀ ਤੇ ਜਨਨ ਇੰਦਰੀ ਦੇ ਸੈਂਟਰ ਚ। ਇਹ ਸੁਖਮਣਾ ਦੇ 2 ਕੇਂਦਰ ਨੇ, ਪ੍ਰਚੰਡ ਰੂਪ ਚ ਊਰਜਾ ਪ੍ਰਗਟ ਕਰਨਗੇ। ਕੀੜਾ ਜਿਹੜੀ ਹੈਗੀ ਆ ਉਹ ਹੈਗੀ ਆ ਸੱਜੇ ਬੰਨੇ ਤੇ ਖੱਬੇ ਬੰਨੇ ਨੱਕ ਚ ਨਿਕਲਦੀ ਆ। ਪਿੰਗਲਾ ਖੱਬੇ ਬੰਨੇ ਹੈਗੀ ਆ ਤੇ ਸੱਜੇ ਬੰਨੇ ਨੱਕ ਚ ਨਿਕਲਦੀ। ਇਹ 3 ਨਾੜੀਆਂ ਜਦੋਂ ਪ੍ਰਗਟ ਹੋਈਆਂ ਨਾ ਤੇ ਸਭ ਤੋਂ ਪਹਿਲਾਂ ਸਾਡੀ ਨਾਸਾਂ 'ਚ ਪਾਣੀ ਆਊਗਾ, ਅੱਖਾਂ 'ਚ ਪਾਣੀ ਆਊਗਾ, ਕੰਨਾਂ 'ਚ ਛਾਂ ਦੀ ਆਵਾਜ਼ਾਂ ਆਉਣਗੀਆਂ। ਮਸਤਕ ਦੇ ਸਾਰੇ ਨੇ ਘੁੰਮ ਕੇ ਨੇ ਇਹਨੂੰ ਮਸਤਕ ਨੂੰ ਸ਼ੁੱਧ ਕਰਨਾ, ਇਹਨੂੰ ਮੰਜਨ ਕਰਨਾ ਵਾ। ਇਹ ਮੈਂ ਕਹਿੰਦਾ ਬੈਣੀ ਜੀ ਨੇ ਬਾਣੀ 'ਚ ਉਚਾਰਨ ਕੀਤਾ, ਮਨ ਮੰਜਨ ਕੀਆ। ਤਿਥਾਈ ਮਨ ਮੰਜਨ ਕੀਆ, ਤਿਥਾਈ ਮਜਨ ਮਜਨ। ਹਾਂ ਮੰਜਨ ਜਿਹਦਾ ਤੰਤਰ ਤੇ ਮੰਜਨ ਨਹੀਂ ਮਾਰੀਦਾ ਪਰ ਮਜਨ ਦਾ ਮਤਲਬ ਇਸ਼ਨਾਨ, ਮਜਨ ਮੰਜਨ ਅਲੱਗ ਹੈ, ਮਜਨ ਕਹਿੰਦੇ। ਹਾਂ ਚਲੋ ਮਜਨ ਕੀਆ, ਚਲੋ ਜਿੱਦਾਂ ਮਰਜੀ ਆਪਾਂ ਜਿੱਦਾਂ ਦੰਦਾਂ ਨੂੰ ਆਪਾਂ ਸਾਫ਼ ਕਰਦੇ ਹਾਂ ਜਾਂ ਕੋਈ ਵੀ ਚੀਜ਼ ਆਪਾਂ ਸਾਫ਼ ਕਰਦੇ, ਵਾਲਾਂ ਨੂੰ ਸਾਫ਼ ਕਰਦੇ, ਭਾਵ ਸਫਾਈ ਹੈ। ਹਾਂਜੀ ਹਾਂ ਠੀਕ ਹੈ। ਉਹਦੇ ਚ ਕਹਿੰਦਾ ਕਿ ਉਹ ਕਹਿੰਦੇ ਕਿ ਮਨ ਜਿਹੜਾ ਹੈ ਉਹ ਫਿਰ ਕੀ ਕਰਦਾ ਹੈ, ਇਹ 3 ਪ੍ਰਕਾਸ਼ਾਂ ਦੇ ਵਿੱਚ ਉਹਨੂੰ ਇਸ਼ਨਾਨ ਕਰਨਾ ਪੈਂਦਾ। ਉਹ ਤਾਂ ਨਹੀਂ ਮੈਲ ਲੈਂਦੀ, ਤਾਂ ਤਾਂ ਪਾਣੀ ਕਹਿੰਦੀ ਨਾ ਤਨ ਧੋਤੇ ਮਨ ਅੱਛਾ ਨਾ ਹੋਏ। ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਹ ਤੇ ਸੂਖਮ ਹੈਗਾ। ਔਰ ਸੂਖਮ ਇਸ਼ਨਾਨ ਕਰਨ ਦੇ ਲਈ ਪਰਮਾਤਮਾ ਨੇ ਕੀਤਾ ਕਿ ਸਾਡੇ ਅੰਦਰ 3 ਜਿਹੜੀਆਂ ਨਦੀਆਂ ਰੱਖੀਆਂ ਹੋਈਆਂ, ਜਮਨਾ, ਗੰਗਾ ਤੇ ਸਰਸਵਤੀ। ਤੇ ਪ੍ਰਾਗ ਦੇ ਵਿੱਚ ਕੀ ਕਰਦਾ ਕਿ ਪ੍ਰਾਗ ਦੇ ਵਿੱਚ ਇੱਕ ਜਗ੍ਹਾ ਹੈਗੀ ਆ, ਉੱਥੇ 3 ਨਦੀਆਂ ਇਕੱਠੀਆਂ ਦੀਆਂ ਨੇ ਨਿੱਜਰ ਸਾਹਿਬ। ਬਿਲਕੁਲ ਹਾਂ, ਇਹ ਪ੍ਰਾਗ ਦਾ ਮਤਲਬ ਹੈਗੀ ਤ੍ਰਿਕੋਟੀ। ਇਹ ਤ੍ਰਿਕੋਟੀ ਤੇ ਤ੍ਰਿਵੇਣੀ ਸੰਗਮ ਹੁੰਦਾ ਹੈ। ਇਹ ਜਦੋਂ ਤ੍ਰਿਵੇਣੀ ਸੰਗਮ ਹੋਣਾ ਹੈ ਤੇ ਇੱਥੋਂ ਮਕਸਦ ਦੇ ਅੰਦਰੋਂ ਜਾ ਕੇ ਇੱਥੋਂ ਤੁਹਾਡੇ ਅੰਦਰ ਵੜਨਾ, ਕਿੰਨਾ ਪ੍ਰਕਾਸ਼ ਨੱਕ ਦੀ ਹੱਡੀ ਨਾਲ ਟਕਰਾ ਕੇ ਅੰਦਰ ਜਾਊਗਾ। ਉੱਥੇ ਸੂਖਮ ਰੂਪ ਚ ਮਨ ਬੈਠਾ। ਮਨ ਕੀ ਕਰਦਾ ਫਿਰ? ਇਸ਼ਨਾਨ ਕਰਦਾ। ਉਹ
ਜਿੱਦਾਂ ਮੈਨੂੰ ਪਤਾ ਲੱਗ ਜਾਏ ਕਿ ਮੈਨੂੰ ਕਹਿ ਦੋ ਕਿ ਚਰਨਜੀਤ ਤੇਰੇ ਗਿੱਟਿਆਂ ਤੇ ਮੈਲ ਲੱਗੀ, ਮੈਂ ਝਾਵਾਂ ਲਿਆਵਾਂ ਤੇ ਝਾਵਾਂ ਮਾਰੀ ਜਾਵਾਂ ਜ਼ਿਆਦਾ ਮੈਲ ਲੱਗੀ ਹੋਊ ਤੇ 2-3 ਦਿਨਾਂ ਚ ਮੇਰੀਆਂ ਅੱਡੀਆਂ ਉੱਡੀਆਂ ਪੈਰ ਸਾਫ਼ ਹੋ ਜਾਣਗੇ ਨਿੱਜਰ ਸਾਹਿਬ। ਪਰ ਇਹ ਜਿਹੜਾ ਮਨ ਹੈ ਕਾਫੀ ਪੁਰਾਣਾ ਤੇ ਕਾਫੀ ਜ਼ਿਆਦਾ ਗੰਦਾ ਵਾ। ਤੇ ਬਾਣੀ ਤੇ ਕਹਿੰਦੀ ਮਨੂਰ ਵਰਗਾ ਕਿ ਕਾਫੀ ਸੜਿਆ ਜਿਹਾ ਲੋਹਾ ਵਾ, ਜਿੱਦਾਂ ਲੋਹਾ ਸੀ ਪਰ ਸੜ ਕੇ ਇਹਨੇ ਕੰਚਨ ਹੋਣਾ। ਤੇ ਕੰਚਨ ਹੋ ਗਿਆ ਤਾਂ ਮਤਲਬ ਕਿ ਸੋਨਾ ਹੋ ਜਾਣਾ। ਹੁਣ ਇਹਦਾ ਮਤਲਬ ਇਹ ਕਿ ਮਨ ਨਹੀਂ ਰਹਿ ਜਾਣਾ, ਅਨਮਨੀ ਅਵਸਥਾ ਕਹਿੰਦੇ ਹਨ। ਮਨ ਤੋਂ ਅੱਗੇ ਦੀ ਅਵਸਥਾ ਹੈ, ਮਨ ਨਹੀਂ ਹੈਗਾ ਉੱਥੇ, ਨਾ ਉੱਥੇ ਬੁੱਧੀ ਹੈ, ਨਾ ਚਿੱਤ ਹੈ, ਨਾ ਹੰਕਾਰ ਹੈ, ਸਾਰੇ ਨਹੀਂ ਹੈਗੇ, ਉਹ ਪਿੱਛੇ ਰਹਿ ਗਏ ਨੇ। ਆਤਮਾ ਦੇ ਵਿੱਚ ਕੋਈ ਨਹੀਂ ਜਾ ਸਕਦਾ, ਪਰਮਾਤਮਾ ਦੇ ਵਿੱਚ ਕੇਵਲ ਤੁਹਾਡੀ ਆਤਮਾ ਚ ਤੁਹਾਡੀ ਸੁਰਤੀ ਜਾ ਸਕਦੀ, ਕਿਉਂਕਿ ਜਗ੍ਹਾ ਬਹੁਤ ਥੋੜੀ ਹੈ। ਪਰ ਜਦੋਂ ਸੁਰਤੀ ਗਈ ਆ ਉੱਥੇ ਬਿਲਕੁਲ ਹੀ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਬ੍ਰਹਮ ਦੇ ਨਾਲ ਇੱਕ ਹੋ ਜਾਣਾ। ਹੁਣ ਤੁਸੀਂ ਕੀ ਕਰਦੇ ਜੋ, ਜਦੋਂ ਜਾਂਦੇ ਜੋ ਉੱਥੇ ਟੱਚ ਕਰਕੇ ਆਉਂਦੇ ਨੂੰ ਹੱਥ ਲਾਉਂਦੇ ਜੋ, ਉੱਥੇ ਘੰਟਾ ਅੱਧਾ ਘੰਟਾ ਬਹਿੰਦੇ ਜੋ, ਕਈ ਵਾਰੀ ਤੁਹਾਨੂੰ ਸ਼ੁਰੂ ਚ ਸਮਾਧੀ ਚ ਹੋਸ਼ ਨਹੀਂ ਰਹਿਣੀ, ਕਿਉਂਕਿ ਉਹ ਬੜੀ ਸ਼ੁੱਧ ਅਵਸਥਾ ਹੈ। ਉੱਥੇ ਔਗਣ ਵਾਸਤੇ ਕੋਈ ਜਗ੍ਹਾ ਨਹੀਂ ਹੈ। ਤੁਸੀਂ ਟੱਚ ਕੀਤਾ ਨਾਲ ਹੀ ਬਲੈਕ ਆਊਟ ਹੋ ਗਏ। ਤੁਹਾਨੂੰ ਪਤਾ ਲੱਗੂਗਾ 1 ਘੰਟੇ ਬਾਅਦ ਅੱਖਾਂ ਖੁੱਲਣੀਆਂ, ਤੁਸੀਂ ਕਹਿਣਾ ਮੈਂ ਪਤਾ ਨਹੀਂ ਕਿੱਥੇ ਚਲ ਗਿਆ ਸੀ। 1 ਘੰਟਾ ਇੰਝ ਲੱਗਦਾ ਕਿ ਹੁਣੇ ਬੈਠਾ ਸੀ ਤੇ ਮੈਂ ਹੁਣੇ ਉੱਠਿਆ, ਕਿਉਂਕਿ ਉੱਥੇ ਟਾਈਮ ਨਹੀਂ ਹੈਗਾ। ਜਦੋਂ ਵੀ ਤੁਸੀਂ ਇਹਦੇ ਐਂਟਰੀ ਕੀਤੀ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਾ। ਤੁਸੀਂ ਥੋੜੇ ਦਿਨ ਸਾਧਨਾ ਕਰਦੇ ਗਏ ਤੁਹਾਡੀ ਅਵਸਥਾ ਉੱਚੀ ਹੋਊਗੀ। ਤੁਹਾਡੇ ਅੰਤਰਾਕਰਨ ਜਿਹੜਾ ਤੁਹਾਡਾ ਅੰਦਰ ਹੈ ਨਾ, ਉਹਦੇ ਅੰਦਰ ਜਿਹੜਾ ਸੂਖਮ ਸਰੀਰ ਆ ਉਹਦੇ ਅੰਦਰ ਸ਼ਕਤੀ ਆਊਗੀ। ਬ੍ਰਹਮ ਚੇਤਨਾ ਨੂੰ ਆਪਾਂ ਇੱਕਦਮ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਬੜੀਆਂ ਪਾਵਰਫੁਲ ਸ਼ਕਤੀਆਂ ਨੇ। ਜਦੋਂ ਤੁਹਾਡੇ ਸਰੀਰ 'ਚ ਪ੍ਰਗਟ ਹੋਈਆਂ ਨਾ ਤਾਂ ਸਰੀਰ ਪੂਰਾ ਵਾਈਬ੍ਰੇਸ਼ਨ ਕਰਨਾ ਹੈ। ਛਾਂ ਰਾਤ ਨੂੰ ਸੌਵੋਗੇ ਨੇ ਜਦੋਂ ਤੁਹਾਡੇ ਸੁੱਤਿਆਂ ਵੀ ਸੁਰਤੀ ਲੱਗ ਜਾਣੀ ਹੈ, ਸਮਾਧੀ ਲੱਗ ਜਾਏਗਾ। ਤੇ ਉਹਦੇ ਲਈ ਫਿਰ ਹੁੰਦਾ ਕਿ ਦਿਨ ਰਾਤ ਹੀ ਸਾਧਨਾ ਚੱਲਦੀ ਹੈ। ਫਿਰ ਇੱਕ ਸਮਾਂ ਆਊਗਾ ਪੂਰੀ ਤਰ੍ਹਾਂ ਮਨ ਜਿਹੜਾ ਹੈ ਉਹ ਮਲੀਨਤਾ ਤੋਂ ਮੁਕਤ ਹੋ ਜਾਂਦਾ ਤੇ ਫਿਰ ਤੁਸੀਂ ਨਿੱਜ ਘਰ ਚ ਆ ਜਾਣਾ। ਔਰ ਉਹਦੀ ਨਿਸ਼ਾਨੀ ਕੀ ਹੈ? ਬ੍ਰਹਮ ਨਾਦ ਲਗਾਤਾਰ ਵੱਜਣਾ ਹੈ ਤੁਹਾਡੇ ਅੰਦਰ। ਇਹ 3 ਨਾੜੀਆਂ ਤੇ ਪ੍ਰਕਾਸ਼ ਨਾਲ ਵੱਜਦਾ। ਇਹਦੇ ਲਈ ਤੁਹਾਡੀਆਂ ਜਿਹੜੀਆਂ ਇੰਦਰੀਆਂ ਨੇ ਉਹਨਾਂ ਦੀ ਸ਼ੁੱਧੀ ਹੋ ਜਾਊਗੀ। ਔਰ ਖਾਸ ਕਰਕੇ ਧਿਆਨ ਰੱਖਣਾ, ਸਾਧਨਾ ਜਿਹੜਾ ਬੰਦਾ ਕਰਦਾ ਹੈ ਉਹਨੇ ਜ਼ਿਆਦਾ ਗੱਲ ਨਹੀਂ ਕਰਨੀ। ਇੱਕ ਥੋੜਾ ਗੁੱਸੇ ਤੇ ਵੀ ਧਿਆਨ ਰੱਖਣਾ ਹੈ, ਕਿਉਂਕਿ ਸਾਧਨਾ ਬੰਦਾ ਜਿਹੜਾ ਕਰਦਾ ਨਾ ਉਹਨੂੰ ਕ੍ਰੋਧ ਬਹੁਤ ਹੁੰਦਾ। ਤੁਸੀਂ ਵੇਖੋ ਨਾ ਆਪਣੀਆਂ ਪੁਰਾਣੀਆਂ ਕਹਾਣੀਆਂ ਸਾਰੀਆਂ ਜਿਹੜੇ ਆਪਣੇ ਹਿੰਦੂ ਮੱਤ ਚ ਲਿਖੀਆਂ ਨੇ ਕਿ ਰਿਸ਼ੀ ਨੂੰ ਕ੍ਰੋਧ ਆ ਗਿਆ, ਕ੍ਰੋਧ ਆ ਗਿਆ ਨਾ, ਸ਼ਿਵ ਜੀ ਨੂੰ ਕ੍ਰੋਧ ਆ ਗਿਆ, ਸ਼ਿਵ ਜੀ ਨੂੰ ਕ੍ਰੋਧ ਆ ਗਿਆ। ਹਾਂ, ਉਹ ਚੀਜ਼ਾਂ ਮੈਂ ਵੇਖੀਆਂ ਔਰ ਮੈਂ ਮਹਿਸੂਸ ਕੀਤਾ। ਫਿਰ ਮੈਂ ਉਹਨਾਂ ਚੀਜ਼ਾਂ ਨੂੰ ਮੈਂ ਵੇਖਿਆ ਕਿ ਕਿਉਂਕਿ ਮੇਰਾ ਸਡਨਲੀ ਬਿਹੇਵੀਅਰ ਕੋਈ ਚੇਂਜ ਹੋ ਗਿਆ। ਫਿਰ ਬਾਅਦ ਦੇ ਵਿੱਚ ਮੈਨੂੰ ਫਿਰ ਜਦੋਂ ਮੈਂ ਉਹ ਪ੍ਰੈਕਟੀਕਲ ਵੇਖਦਾ ਗਿਆ ਫਿਰ ਮੈਂ ਵੇਖਿਆ ਹਾਂ ਇਹ ਸਾਧਨਾ ਨਾਲ ਰਿਲੇਟਡ ਹੈ, ਕਿਉਂਕਿ ਅੰਦਰ એનર્ਜੀ ਪ੍ਰਗਟ ਹੋ ਗਈ। ਪਹਿਲਾਂ ਮੇਰੇ ਕੋਲ એનર્ਜੀ ਨਹੀਂ ਸੀ, ਹੁਣ ਤਾਂ ਸਟੋਰ ਹੋ ਰਹੀ ਹੈ। ਜਿੱਦਾਂ એનર્ਜੀ ਤੁਹਾਡੇ ਅੰਦਰ ਸਟੋਰ ਹੋਈ ਨਾ, ਦੇਖੋ ਸ਼ਕਤੀ ਜਿਹੜੀ ਹੈ ਨਾ, ਸ਼ਕਤੀ ਨੂੰ ਵੇਸਟ ਕਰਨਾ ਤੇ ਇੱਕ ਸ਼ੈਕਨ ਦਾ ਕੰਮ ਹੈ। ਪਰ ਜਿਵੇਂ ਜਿਵੇਂ ਤੁਹਾਡੇ ਬੈਂਕ 'ਚ ਪੈਸੇ ਜਮਾ ਹੋਈ ਜਾਂਦੇ ਤੇ ਤੁਹਾਡੇ ਤੁਰੰਤ ਫਰਕ ਪਊਗਾ। ਨਿੱਜਰ ਸਾਹਿਬ, ਹਾਂਜੀ ਬਿਲਕੁਲ ਸਹੀ ਹੈ। ਤੁਹਾਡੇ ਖਾਤੇ 'ਚ $1-2 ਲੱਖ ਹੋਏ ਤੇ ਤੁਹਾਡੇ ਚੱਲਣ 'ਚ ਫਰਕ ਪਊਗਾ। $5-6,000 ਪੁੱਛ ਪਾ ਕੇ ਵੇਖ ਲਓ। ਤੁਸੀਂ ਗੱਲ ਕਰੋਗੇ, ਤੁਹਾਡੀ ਗੱਲ ਕਰਨ ਦਾ ਸਟਾਈਲ ਚੇਂਜ ਹੋ ਜਾਣਾ। ਸ਼ਾਪਿੰਗ ਕਰੋਗੇ, ਤੁਸੀਂ ਐਂ ਕਰੋਗੇ ਭਾਵੇਂ 10 ਰੁਪਏ ਦੀ ਚੀਜ਼ ਲੈਣੀ ਹੈ ਤੇ ਤੁਸੀਂ ਇੰਝ ਤੁਹਾਡਾ ਬਿਹੇਵੀਅਰ ਡਿਫਰੈਂਟ ਹੋਊਗਾ। ਪਰ ਇਸੇ ਤਰ੍ਹਾਂ ਜਦੋਂ ਤੁਹਾਡੇ ਅੰਦਰ ਸ਼ਕਤੀ ਇਕੱਠੀ ਹੁੰਦੀ ਆ ਔਰ ਉਹਦੇ ਨਾਲ ਕਿੰਦਾ ਸਿੱਧੀਆਂ ਆ ਜਾਂਦੀਆਂ ਨੇ, ਰਿੱਧੀਆਂ ਤੇ ਸਿੱਧੀਆਂ, ਕਿਉਂਕਿ ਉਹ ਅੰਦਰ ਸ਼ਕਤੀ ਇਕੱਠੀ ਹੋ ਗਈ, ਐਕਿਊਮੂਲੇਟ ਹੋ ਗਈ ਪਾਵਰ। ਇਸੇ ਹੀ ਤਰ੍ਹਾਂ ਜਦੋਂ ਆਪਾਂ ਸੁਖਮ ਯਾਤਰਾ ਕਰਦੇ ਹਾਂ ਤੇ ਅੰਦਰ ਬੜਾ ਕੋਈ ਇਕੱਠਾ ਹੋ ਜਾਂਦਾ ਹੈ ਔਰ ਕੋਈ ਮੁਸ਼ਕਲ ਨਹੀਂ ਹੈਗਾ। ਪਰਮਾਤਮਾ ਜਦੋਂ ਵਸਤੂ ਪਾਉਂਦਾ ਨਾ ਤਾਂ ਪਰਮਾਤਮਾ ਪਹਿਲਾਂ ਬਰਤਨ ਦੀ ਤਿਆਰੀ ਕਰਦਾ, ਜਿਹਨੂੰ ਅੰਡਰਸਟੈਂਡ ਕਰੋ। ਬਹੁਤ ਘੱਟ ਆ ਕੋਈ ਬਰਤਨ ਜਿਹੜਾ ਕਮਜ਼ੋਰ ਹੋਊਗਾ ਤੇ ਉਹ ਉਛਲ ਦੂਗਾ, ਪਰ ਜ਼ਿਆਦਾਤਰ ਕਰਕੇ ਹੁੰਦਾ ਕਿ ਜਿਹੜਾ ਪਰਮਾਤਮਾ ਦਾ ਜਦੋਂ ਭਗਤੀ ਕਰਦੇ ਆ ਤੇ ਪ੍ਰਕਾਸ਼ ਹੀ ਕਰਦਾ ਕਿ ਪਹਿਲਾਂ ਸਾਡੇ ਅੰਦਰ ਜਿਹੜਾ ਬਰਤਨ ਹੈ ਉਹਦੀ ਤਿਆਰੀ ਕਰਦਾ। ਪਹਿਲਾਂ ਅੰਮ੍ਰਿਤ ਬਾਅਦ ਚ ਪੈਂਦਾ ਨਿੱਜਰ ਸਾਹਿਬ। ਬਿਲਕੁਲ, ਇਹ ਨਹੀਂ ਹੁੰਦਾ ਕਿ ਅੰਮ੍ਰਿਤ ਡਿੱਗਣਾ ਸ਼ੁਰੂ ਹੋ ਜਾਂਦਾ ਤੇ ਬਰਤਨ ਬਾਅਦ ਚ ਤਿਆਰ ਹੁੰਦਾ। ਪਹਿਲਾਂ ਬਰਤਨ ਦੀ ਤਿਆਰੀ ਹੁੰਦੀ ਹੈ ਕਿ ਅਸੀਂ ਉਹਨੂੰ ਸਾਂਭ ਕੇ ਤੇ ਰੱਖੀ ਦੀ ਕੀਮਤੀ ਚੀਜ਼ ਸਾਡੇ ਅੰਦਰ ਆਉਣੀ। ਤੇ ਇਹੋ ਹੀ ਆ, ਬਸ ਸਾਧਨਾ ਕਰੀ ਜੋ। ਫਿਰ ਲਾਸਟ ਵਾਲੀ ਤੁਕ ਬੋਲਦੇ ਨਾਨਕ ਆਨੰਦ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਹਾਂ, ਤੇ ਉਹ ਬ੍ਰਹਮਨਾਦ ਵੱਜਣਾ ਤੁਹਾਡੇ ਅੰਦਰ, ਫਿਰ ਵੱਜਦਾ ਹੀ ਰਹਿਣਾ ਜਦ ਤੱਕ ਤੁਸੀਂ ਸੰਸਾਰ ਤੇ ਰਹੋ। ਤੁਹਾਡਾ ਮਸਤਕ ਅੰਦਰੋਂ ਹਿਲਦਾ ਹੀ ਰਹੂਗਾ, ਬਟ ਤੁਹਾਡੀ ਸਿਰੀ ਜਿੱਦਾਂ ਸੱਪ ਵਾਂਗੂ ਹੋ ਜਾਊਗੀ। ਪਹਿਲਾਂ ਤੁਸੀਂ ਐ ਵੱਡੇ ਝੁਕੇ ਜੀਵਨ ਬਤੀਤ ਕਰਦੇ ਨਾ, ਕਰੋਗੇ ਨਾ ਤੁਹਾਡੀਆਂ ਅੱਖਾਂ ਤੋਂ ਪਤਾ ਲੱਗ ਜਾਊਗਾ ਕਿ ਬੰਦਾ ਕੋਈ ਆਮ ਨਹੀਂ ਹੈਗਾ। ਕਿ ਅੰਦਰੋਂ ਚੇਤਨਾ ਬਹੁਤ ਵੱਡੇ ਲੈਵਲ ਤੇ ਪ੍ਰਗਟ ਹੋ ਚੁੱਕੀ ਹੈ। ਹੁਣ ਤੁਸੀਂ ਵੇਖੋ, ਇਹ ਵੀ ਪ੍ਰਮਾਤਮਾ ਦਾ ਰੂਪ ਹੀ ਹੈ। ਪੱਥਰ ਹੋਏ, ਮਿੱਟੀ ਹੋਏ,
ਪਰ ਉਹਨਾਂ 'ਚ ਜਿਹੜੀ ਚੇਤਨਾ ਬਹੁਤ ਘੱਟ ਆ, ਬਹੁਤ ਘੱਟ। ਹੁਣ ਤੁਸੀਂ ਵੇਖੋਗੇ ਜਿਹੜੇ ਰੁੱਖਾਂ 'ਚ ਉਹ 'ਚ ਵੀ ਚੇਤਨਾ ਵਾ, ਪਰ ਘੱਟ ਆ, ਥੋੜੀ ਪੱਥਰਾਂ ਤੋਂ ਜ਼ਿਆਦਾ ਵਾ। ਹੁਣ ਉਸ ਤੋਂ ਬਾਅਦ ਵੇਖ ਲਓ ਜੀਵ ਜੰਤੂ ਆ ਜੋ ਕਈ ਜਾਨਵਰ ਜਿਹੜੇ ਹੈਗੇ ਉਹਨਾਂ 'ਚ ਚੇਤਨਾ ਜ਼ਿਆਦਾ ਵਾ। ਉਸ ਤੋਂ ਬਾਅਦ ਫਿਰ ਬੰਦੇ ਵੀ ਸਾਰੇ ਚੇਤਨਾ 'ਚ ਹੈ, ਚੇਤਨਾ ਬਰਾਬਰ ਹੀ ਆ, ਪਰ ਕਈਆਂ ਦੀ ਵੇਖੋ ਕਈ ਬੇਹੋਸ਼ ਹੀ ਬੈਠੇ ਆ, ਉਹਨਾਂ ਚੇਤਨਾ ਹੈਗੀ ਫਿਰ ਇਹਨੂੰ ਪਤਾ ਹੀ ਨਹੀਂ। ਕੋਈ ਇਨਸਾਨ ਹੀ ਹੈਗੇ ਪਰ ਬੇਹੋਸ਼। ਪਰ ਜਦੋਂ ਬੰਦਾ ਭਗਤੀ ਕਰਦਾ ਹੈ ਫਿਰ ਉਹਦੇ ਅੰਦਰ ਚੇਤਨਾ ਪੈਦਾ ਹੁੰਦੀ ਹੈ। ਫਿਰ ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਚੇਤਨਾ ਪੈਦਾ ਹੋ। ਫਿਰ ਇੱਕ ਸਮਾਂ ਆਉਂਦਾ ਇੰਨੀ ਜ਼ਿਆਦਾ ਚੇਤਨਾ ਪ੍ਰਗਟ ਹੋ ਜਾਂਦੀ ਹੈ, ਸਾਰੀ ਚੇਤਨਾ ਉਹ ਫਿਰ ਬ੍ਰਹਮ ਦਾ ਹੀ ਰੂਪ ਹੋ ਜਾਂਦਾ। ਇਹ ਬੜਾ ਟੈਕਨੀਕਲ ਚੀਜ਼ ਹੈਗੀ ਹੈ। ਪਰ ਜਦੋਂ ਤੁਹਾਡੇ ਅੰਦਰ ਚੇਤਨਾ ਪੈਦਾ ਹੋ ਜਾਊਗੀ ਤੇ ਫਿਰ ਉਹਦਾ ਆਨੰਦ ਹੀ ਆਨੰਦ ਹੈ। ਉੱਥੇ ਕੋਈ ਵੜ ਹੀ ਨਹੀਂ ਸਕਦਾ, ਤੁਹਾਡੇ ਅੰਦਰ ਔਗਣ ਵੜ ਹੀ ਨਹੀਂ ਸਕਦਾ। ਤੁਹਾਨੂੰ ਕਿਸੇ ਦੇ ਲਫ਼ਜ਼ ਨਹੀਂ ਪ੍ਰਭਾਵਿਤ ਕਰ ਸਕਦੇ। ਸੰਸਾਰ 'ਚ ਭਾਵੇਂ ਕੁਛ ਵੀ ਹੋ ਜਾਏ ਪਰ ਤੁਹਾਡੇ ਅੰਦਰ ਹਲਚਲ ਪੈਦਾ ਨਹੀਂ ਹੋਊਗੀ। ਤੋ ਨਿੱਜਰ ਸਾਹਿਬ ਅੱਜ ਦੀ ਵਿਚਾਰ ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ, ਬਹੁਤ ਵਧੀਆ, ਕਮਾਲ ਹੈ ਜੀ। ਬਸ ਠੀਕ ਹੈ ਸਾਧ ਸੰਗਤ ਜੀ, ਔਰ ਕੋਸ਼ਿਸ਼ ਕਰਿਆ ਕਰੋ। ਦੇਖੋ ਮੰਜ਼ਿਲ ਤੇ ਬੰਦਾ ਉਹੀ ਪਹੁੰਚ ਸਕਦਾ ਵਾ ਜਿਹੜਾ ਚੱਲਦਾ। ਕੱਛੂ ਕੋਮੇ ਵਾਂਗੂ ਚੱਲਣਾ ਪਊਗਾ। ਖਰਗੋਸ਼ ਦੀ ਜਗ੍ਹਾ ਹੀ ਕਿਤੇ ਕੋਈ ਨਹੀਂ ਹੈ। ਓਕੇ, ਪਰਮਾਤਮਾ ਦੀ ਵੱਲ ਜਿਹੜੀ ਹੈ ਨਾ ਬੰਦਾ ਹੌਲੀ ਤੁਰੇ ਜਾਣਾ ਵਾ, ਇੱਕ ਤੀਰ ਦੇ ਵਾਂਗੂ, ਪਿੱਛੇ ਨਹੀਂ ਹੋਣਾ। ਪਰ ਜਦੋਂ ਤੁਸੀਂ ਪਿੱਛੇ ਆ ਗਏ ਨਾ ਤੇ ਫਿਰ ਟਾਈਮ ਵਿੱਚ ਫਿਰ ਦੁਬਾਰਾ ਜਿਹੜੀ ਸੁਰਤੀ ਬੜੀ ਔਖੀ ਜੋੜਨੀ, ਕਿਉਂਕਿ ਤੁਸੀਂ ਡਿੱਗ ਗਏ ਨਾ ਉਹ ਚੀਜ਼ ਤੋਂ। ਹੁਣ ਬੰਦਾ ਇੱਕ ਚੜ੍ਹਦਾ ਜਾਵੇ, ਕੰਮ ਵੇਖੋ, ਕੰਮ ਤੁਸੀਂ ਕੰਮ ਨੂੰ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਤੇ ਜੇਕਰ ਹਿੰਮਤ ਕਰਕੇ ਲੱਗੇ ਰਹੀਏ ਤੇ ਕੰਮ ਨਿਬੜ ਜਾਂਦਾ। ਤੇ ਜੇ ਆਪਾਂ ਹੌਸਲਾ ਇੱਕ ਦੋ ਵਾਰੀ ਕਰਨ ਦੀ ਕੋਸ਼ਿਸ਼ ਕੀਤੀ, ਮੁੜ ਕੇ ਫਿਰ ਤੁਹਾਡਾ ਹੌਸਲਾ ਹੀ ਟੁੱਟ ਜਾਣਾ, ਫਿਰ ਤੁਹਾਨੂੰ ਲੱਗਣਾ ਕਿ ਕੰਮ ਨਿਬੜਨਾ ਹੀ ਨਹੀਂ। ਇਹ ਵੀ ਏਦਾਂ ਦਾ ਹੀ ਕਾਰਜ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਸਾਧਨਾ ਦੇ ਵਿੱਚ ਪ੍ਰਵੇਸ਼ ਕਰਦੇ ਹੁਣ ਆਪਾਂ ਸਾਰੇ ਸਮਾਧੀ ਦੇ ਵਿੱਚ।